सदा ही जय। धन धन सतगुरु नारायण दास साहेब आप जी दी सदा ही जय। धन धन सतगुरु साधु राम साहेब आप जी दी सदा ही धन जय। धन सतगुरु भगवान दास साहेब आप जी दी सदा ही जय। धन धन सतगुरु सेवा राम साहेब आप जी दी सदा ही जय। धन धन साहिब संत माता जी आप जी नू कोट कोट नमस्कार। सतगुਰਾਂ ਦੀ ਆਪ ਜੀ ਸਾਰਿਆਂ ਤੇ ਅਪਾਰ ਕਿਰਪਾ ਹੈ। ਉਸ ਦੀ ਰਹਿਮਤ ਹੈ, ਉਸ ਦੀ ਬਖਸ਼ਿਸ਼ ਹੈ ਜੋ ਸਾਨੂੰ ਇਹ ਸੁਭਾਏਮਾਨ ਸਥਾਨ ਸਤਿਗੁਰਾਂ ਨੇ ਸਾਡੀ ਝੋਲੀ 'ਚ ਕਰ ਪਾਇਆ ਹੈ। ਬਲਿਹਾਰ ਜਾਈਏ ਆਪਣੇ ਸਤਿਗੁਰਾਂ ਤੋਂ। ਜਿਸ ਵੇਲੇ ਅਸੀਂ ਬਾਬੇ ਡੇਰੇ ਆਉਂਦੇ ਹਾਂ, ਸਾਡੇ ਮਨ ਦੀਆਂ ਨੈਗੇਟਿਵ ਸੋਚਾਂ ਬਦਲ ਜਾਂਦੀਆਂ ਹਨ। ਜੇ ਕੋਈ ਮਾੜਾ ਕੰਮ ਕਰਨੇ ਹਾਂ ਜਾਣੇ ਅਣਜਾਣੇ ਕਰ, ਤਾਂ ਮਨ ਨੂੰ ਤ੍ਰਿਗਾਕਾਰ ਕਹਿੰਦੇ ਹਾਂ ਕਿ ਐਸੀ ਸਤਿਗੁਰਾਂ ਦੀ ਪਿਆਰੀ ਸੰਗਤ, ਐਸਾ ਸੁਭਾਏਮਾਨ ਸਥਾਨ ਤੇ ਸਾਡੇ ਆਪਣੇ ਕਰਮ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਜੋ ਸਾਨੂੰ ਸਤਿਗੁਰਾਂ ਨੇ ਇਹ ਸਥਾਨ ਬਖਸ਼ਿਸ਼ ਕੀਤਾ। ਤੇ ਜਿੱਥੇ ਸਤਿਗੁਰੂ ਸੇਵਾ ਰਾਮ ਜੀ ਨੇ ਇੱਕ ਰੀਤ ਚਲਾਈ, ਸਤਿਗੁਰੂ ਭਗਵਾਨ ਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਗੁਰਪੁਰਬ ਤੇ ਇੱਕ ਐਸਾ ਸਮਾਗਮ, ਐਸਾ ਲੜੀਵਾਰ ਪ੍ਰਵਾਹ। ਬਚਪਨ ਤੋਂ ਅਸੀਂ ਤੱਕਨੇ ਸਾਂ ਭਾਦਰੋਂ ਦੀ ਸੰਗਰਾਂਦ ਹੁੰਦੀ ਸੀ, ਤੇ ਭਾਦਰੋਂ ਦੀ ਸੰਗਰਾਂਦ ਤੇ ਵੀ ਲੜੀ ਦੀ ਰਮਤਾ ਹੁੰਦੀ ਸੀ ਇੱਕ ਪਾਠ ਦੀ। ਭਾਦਰੋਂ ਦੀ ਸੰਗਰਾਂਦ ਤੇ ਸ਼ੁਰੂ ਹੋਵੇ ਇੱਕ ਪਾਠ ਦੀ ਲੜੀ ਚੱਲਦੀ ਸੀ। ਜੋ ਸਤਿਗੁਰਾਂ ਦੀ ਐਸੀ ਕਿਰਪਾ, ਸਤਿਗੁਰਾਂ ਦੀ ਐਸੀ ਮਿਹਨਤ, ਐਸੀ ਬਖਸ਼ਿਸ਼ ਹੋਈ ਜੋ ਉਹ 2 ਪਾਠ ਹੋਏ ਤੇ 2 ਪਾਠ ਤੋਂ ਬਾਅਦ 4 ਪਾਠਾਂ ਦੀ ਲੜੀ। ਸਤਿਗੁਰਾਂ ਦੀ ਬਖਸ਼ਿਸ਼, ਸਤਿਗੁਰਾਂ ਦੀ ਰਹਿਮਤ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪਹਿਲੀ ਵਾਰ ਜਿਸ ਵੇਲੇ 4 ਪਾਠ ਕੇ ਗਏ ਸਨ, ਤੇ ਸਤਿਗੁਰੂ ਸੇਵਾ ਰਾਮ ਜੀ ਦਾ ਫੋਨ ਦਾਸ ਨੂੰ ਹਰ ਦੂਸਰੇ ਦਿਨ ਆ ਜਾਏ। ਕੋਈ ਤਕਲੀਫ, ਕੋਈ ਲੋੜ, ਕੋਈ ਸੇਵਾ, ਹਰ ਦੂਸਰੇ ਤੀਸਰੇ ਦਿਨ ਸਤਿਗੁਰੂ ਸੇਵਾ ਰਾਮ ਜੀ, ਸੰਤ ਮਾਤਾ ਜੀ ਦੀ ਆਵਾਜ਼ ਸੁਣਨ ਨੂੰ ਮਿਲੇ। ਪੂਰੀ ਸੰਗਤ ਦਾ ਧਿਆਨ, ਕੌਣ ਬੰਦਾ ਕਿਸ ਤਰ੍ਹਾਂ ਸੇਵਾ ਕਰ ਰਿਹਾ ਹੈ। ਅੱਜ ਹੁਣ ਸਾਡੇ ਤੇ ਫਿਰ ਬਖਸ਼ਿਸ਼ ਹੋ ਰਹੀ ਹੈ ਹਾਜ਼ਰ ਸਤਿਗੁਰਾਂ ਦੀ ਸਰਪ੍ਰਸਤੀ ਦੇ ਅੰਦਰ। ਤੇ ਸਾਡਾ ਫਰਜ਼ ਬਣਦਾ ਹੈ, ਜੋ ਸਾਨੂੰ ਹੁਣ ਤੱਕ ਅਸੀਂ ਇਹ ਪ੍ਰੋਗਰਾਮ ਕਰਦੇ ਆਏ ਹਾਂ, ਤਾਂ ਸਾਨੂੰ ਸਾਰਿਆਂ ਨੂੰ ਇੱਕ ਰਾਹ ਮਿਲ ਗਈ ਹੈ ਕਿ ਜਿਸ ਨੇ ਸੇਵਾ ਕਿੰਝ ਕਿੰਝ ਕਰਨੀ ਹੈ ਤੇ ਸਤਿਗੁਰੂ ਕਿੰਝ ਕਿੰਝ ਗੱਲਾਂ ਤੇ ਖੁਸ਼ ਹੁੰਦਾ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਚਿਤ ਲਾਣ ਨਾਲ ਕੀ ਸੇਵਾ ਕੀ ਫਾਇਦਾ ਹੁੰਦਾ ਹੈ? ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਜੇ ਚਿਤ ਕਰਕੇ ਸੇਵਾ ਕੀਤੀ ਜਾਏਗੀ ਤਾਂ ਸਾਰੇ ਸਾਡੇ ਮਨ ਦੇ ਵਿਕਾਰ ਦੂਰ ਹੋ ਜਾਣਗੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸਮਾਂ ਸੰਕੋਚ ਵਿੱਚ ਰੱਖਦਿਆਂ ਹੋਇਆਂ, ਕਿਉਂਕਿ ਸਾਹਿਬ ਮਹਾਰਾਜ ਜੀ ਨੇ ਮੋਹਰ ਲਾਣੀ ਹੈ, ਦਾਸ ਨੇ 20 ਪੁਆਇੰਟ ਆਪ ਜੀ ਅੱਗੇ ਰੱਖਣੇ ਹਨ। ਤੇ ਆਪ ਜੀ ਨੇ ਚੂੰਕਿ ਇੱਕ ਬੰਦੇ ਦੇ ਨਾਲ ਜਾਂ 2 ਬੰਦੇ ਦੇ ਨਾਲ ਜਾਂ 4 ਬੰਦਿਆਂ ਨਾਲ ਇਹ ਸਮਾਗਮ ਨਹੀਂ ਪੂਰਾ ਹੋਣਾ। ਇਹ ਆਪ ਜੀ ਸਾਰਿਆਂ ਨੇ ਸਹਿਯੋਗ ਦੇਣਾ ਹੈ, ਆਪ ਜੀ ਸਾਰਿਆਂ ਨੇ ਹਿੱਸਾ ਪਾਉਣਾ ਹੈ ਆਪਣੀ ਆਪਣੀ ਸਮਰੱਥਾ ਅਨੁਸਾਰ। ਪਲੱਸ ਕਰਨਾ ਹੈ, ਮਾਈਨਸ ਨਹੀਂ ਕਰਨਾ। ਉਹ ਮਾਈਨਸ ਵਾਲੀਆਂ ਗੱਲਾਂ ਵੀ ਆਪ ਜੀ ਨਾਲ ਸਾਂਝੀਆਂ ਕਰਾਂਗਾ, ਭਾਵੇਂ ਥੋੜੀ ਕੜਵੀਆਂ ਹੋਣਗੀਆਂ ਲੇਕਿਨ ਜ਼ਰੂਰੀ ਹਨ। ਜੋ ਅਸੀਂ ਜੋ ਗਲਤੀਆਂ ਕਰ ਬੈਠਨੇ ਹਾਂ, ਹੁਣ ਸਾਡੀ ਉਮਰ 65 ਸਾਲ ਦੀ ਦਾਸ ਦੀ ਹੋ ਗਈ ਹੈ। ਹੁਣ ਇਹ ਨਹੀਂ ਕਿ ਅਸੀਂ
ਸੰਕੋਚ ਕਰੀਏ, ਜਿਹੜੀ ਗੱਲ ਨਹੀਂ ਠੀਕ ਉਸ ਨੂੰ ਆਪ ਜੀ ਨਾਲ ਸਾਂਝਾ ਕਰ ਲਈਏ। ਉਸ ਗੱਲ ਨੂੰ ਹੀ ਪਹਿਲੋਂ ਹੀ ਕਰ ਦੇਣਾ ਹਾਂ। ਇੱਕ ਸਰੀਰ ਐਸੇ ਹੁੰਦੇ ਹਨ ਵਿਕੇ ਹੋਏ, ਫੋਨ ਕਰੋ ਬਾਬੇ ਡੇਰੇ ਆ ਜਾਂਦੇ ਹਨ, ਜਿਹੜੀ ਸੇਵਾ ਕਹੋ ਉਹ ਕਰ ਦਿੰਦੇ ਹਨ। ਸਮਰਪਿਤ ਸਰੀਰ 12-12 ਘੰਟੇ 14-14 ਘੰਟੇ ਸੇਵਾ ਕਰਦੇ ਹਨ। ਤੇ ਐਸੀਆਂ ਬਿਰਤੀਆਂ ਵੀ ਹਨ ਜਿਹੜੇ 1 ਘੰਟੇ ਲਈ ਆਉਂਦੇ ਹਨ, ਅੱਧਾ ਘੰਟਾ ਜਿਹੜਾ ਸੇਵਾ ਕਰ ਰਿਹਾ ਹੈ ਉਸ ਨੂੰ ਗੱਲਾਂ 'ਚ ਲਾ ਦਿੰਦੇ ਹਨ। ਆਲਰੇਡੀ ਜਿਹੜਾ ਸੇਵਾ ਕਰ ਰਿਹਾ ਹੈ ਉਸ ਨੂੰ ਗੱਲਾਂ 'ਚ ਲਾ ਦਿੰਦੇ ਹਨ। ਉਸ ਦੀ ਜਿਹੜੀ ਸੇਵਾ ਕੰਟੀਨਿਊ ਚੱਲ ਰਹੀ ਹੈ ਉਹ ਵੀ ਰੁਕ ਗਈ, ਤੇ ਆਉਣ ਵਾਲੇ ਦਾ ਅੱਧਾ ਘੰਟਾ ਜਿਹੜਾ ਉਹ ਵੀ ਖਰਾਬ ਹੋ ਗਿਆ, ਤੇ ਅੱਧੇ ਘੰਟੇ 'ਚ ਓਪਰਾ ਕਰਕੇ ਚਲਾ ਜਾਂਦਾ ਹੈ। ਐਸੀਆਂ ਬਿਰਤੀਆਂ ਵੀ ਹਨ। ਅਸਾਂ ਨੇ ਆਪਣੀ ਕਲਾਸ ਨੂੰ ਉੱਚਾ ਕਰਨਾ ਹੈ। ਮੈਂ ਕਹਿਣਾ ਕਿ ਸੁਭਾਅ ਹੈ, ਹਰ ਬੰਦੇ ਦਾ ਸੁਭਾਅ ਇੱਕ ਜਿਹਾ ਨਹੀਂ ਹੋ ਸਕਦਾ, ਲੇਕਿਨ ਗੁਰੂ ਕੋਲੋਂ ਦਾਤ ਲੈਣੀ ਹੈ ਨਾ। ਕੱਲ ਸ਼ਬਦ ਪੜਿਆ ਸੀ, ਅਬ ਕੀ ਬਾਰ ਬਖਸ਼ ਬੰਦੇ ਕੋ। ਭਾਵੇਂ ਸ਼ਬਦ ਇਹ ਉਠਾਲਿਆਂ ਤੇ ਜਾਂ ਮਰਨ ਵੇਲੇ ਪੜਿਆ ਜਾਂਦਾ ਹੈ, ਲੇਕਿਨ ਅਰਥ ਇਸਦਾ ਕੁਝ ਹੋਰ ਹੈ। ਅਰਥ ਇਸਦਾ ਹੈ, ਅਬ ਕੀ ਬਾਰ ਬਖਸ਼ ਬੰਦੇ ਕੋ। ਅਸਾਂ ਨੇ ਸਤਿਗੁਰਾਂ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਇਸ ਵਾਰ ਹੁਣ ਮੇਰੇ ਤੇ ਕਿਰਪਾ ਕਰ ਦੇ, ਅਬ ਕੀ ਬਾਰ ਇਸ ਵਾਰ ਹੁਣ ਬਖਸ਼ ਦੇ, ਮੇਰੇ ਤੇ ਮੈਨੂੰ ਦੇ ਦੇ, ਦਾਤ ਦੇ ਦੇ। ਮਾਫ ਕਰਨ ਵਾਲੀ ਗੱਲ ਨਹੀਂ, ਮੈਨੂੰ ਦਾਤ ਮੇਰੇ ਹਿੱਸੇ ਕਰ ਪਾ ਦੇ, ਕਿ ਮੈਨੂੰ ਇਹਨਾਂ ਜੋ ਨੈਗੇਟਿਵ ਥਾਟਸ ਵਾਲੇ ਪਾਸੇ ਮੈਂ ਨਾ ਜਾਵਾਂ। ਇਹ ਕੰਮ ਗਲਤ ਕੰਮ ਮੈਂ ਦੁਬਾਰਾ ਨਾ ਕਰਾਂ, ਕਿਸੇ ਦੀ ਬਿਰਤੀ ਆ ਕੇ ਖਰਾਬ ਨਾ ਕਰਾਂ। ਜਿਹੜਾ ਸੇਵਾ ਕਰ ਰਿਹਾ ਹੈ ਉਸ ਨੂੰ ਸੇਵਾ ਕਰ, ਉਸ ਨਾਲ ਮਦਦ ਕਰਾਂ, ਉਸ ਨੂੰ ਹੋਰ ਪਾਸੇ ਨਾ ਲਾ ਦੇਵਾਂ। ਤਾਂ ਮੈਂ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਹੋਇਆਂ ਸਭ ਤੋਂ ਪਹਿਲੀ ਵੀ ਬੇਨਤੀ ਪਾਰਕਿੰਗ ਦੀ, ਕਿ ਅਸੀਂ ਸਕੂਟਰ ਜਿਹੜੇ ਲੈ ਕੇ ਆਉਂਦੇ ਹਾਂ ਗਲੀ 'ਚ ਘਰ ਨਾ ਖੜਾ ਹੋਵੇ, ਆਪਣਾ ਜੋ ਸਥਾਨ ਨਿਸ਼ਚਿਤ ਹੈ ਉੱਥੇ ਹੀ ਸਕੂਟਰ ਖੜਾ ਕੀਤਾ ਜਾਏ। ਕਾਰ ਜਿਹੜੀਆਂ ਆਉਂਦੀਆਂ ਹਨ, ਇੱਕ ਸੇਵਾਦਾਰਾਂ ਨੇ ਬੇਨਤੀ ਕਰਾਂਗਾ, ਦੁਕਾਨਦਾਰ ਪਰੇਸ਼ਾਨ ਹੁੰਦੇ ਹਨ ਤਾਂ ਕਾਰ ਨੂੰ ਦੁਕਾਨ ਤੋਂ ਥੋੜਾ ਹਟਾ ਕੇ ਸੜਕ ਵਾਲੇ ਪਾਸੇ ਧਿਆਨ ਕੀਤਾ ਜਾਏ। ਚੰਡੀ ਰੋਡ 'ਤੇ ਅਗਰ ਖੜੀ ਕੀਤੀ ਜਾਏ ਗੱਡੀ ਤਾਂ ਦੁਕਾਨ ਤੋਂ ਬਚਾ ਕੇ ਥੋੜਾ ਜਿਹਾ ਜਗ੍ਹਾ ਛੋੜ ਕੇ ਸੜਕ 'ਤੇ ਖੜੀ ਕੀਤੀ ਜਾਏ। ਤੇ ਕੋਸ਼ਿਸ਼ ਕੀਤੀ ਜਾਏ ਕਿ ਦਿੱਲੀ ਰੋਡ 'ਤੇ ਗਾਂਧੀਗੰਜ ਦੇ ਬਾਹਰ ਸਵੇਰੇ ਕਾਫੀ ਖੁੱਲੀ ਜਗ੍ਹਾ ਹੁੰਦੀ ਹੈ, ਉੱਥੇ ਗੱਡੀ ਪਾਰਕ ਕੀਤੀ ਜਾਏ। ਜਿਹੜੀਆਂ ਸੰਗਤਾਂ ਬਾਹਰੋਂ ਆਵਣ ਉਹਨਾਂ ਨੂੰ ਵੀ ਇਸ ਗੱਲ ਦਾ ਥੋੜ੍ਹਾ ਜਿਹਾ ਸਹਿਯੋਗ ਕੀਤਾ ਜਾਏ ਉਹਨਾਂ ਨਾਲ, ਕਿ ਗੱਡੀ ਉੱਥੇ ਖੜੀ ਜਾਏ। ਤੋਂ 10 ਵਜੇ ਤੱਕ ਉੱਥੇ ਦੁਕਾਨਾਂ ਖੁੱਲ੍ਹਦੀਆਂ ਹਨ, ਤਾਂ ਉਸ ਪਾਸੇ ਕੋਈ ਐਸੀ ਗੱਲ ਨਹੀਂ ਹੁੰਦੀ। ਚੰਡੀ ਰੋਡ 'ਤੇ ਦੁਕਾਨਾਂ ਜਲਦੀਆਂ ਖੁੱਲ੍ਹ ਜਾਂਦੀਆਂ ਹਨ, ਤਾਂ ਫਿਰ ਉਹ ਆਉਂਦੇ ਹਨ, ਕਹਿੰਦੇ ਹਨ, ਉਹ ਚੰਗਾ ਨਹੀਂ ਲੱਗਦਾ। ਤਾਂ ਸੇਵਾਦਾਰ ਇਸ ਗੱਲ ਦਾ ਧਿਆਨ ਰੱਖਣਗੇ, ਜਿਨ੍ਹਾਂ ਦੀ ਪਾਰਕਿੰਗ ਦੀ ਡਿਊਟੀ ਹੈ, ਕਿ ਚੰਡੀ ਰੋਡ 'ਤੇ ਗੱਡੀ ਦੁਕਾਨ ਨਾਲ ਸਟਾ ਕੇ ਕੋਈ ਖੜਾ ਨਾ ਕਰੇ, ਸੜਕ 'ਤੇ ਖੜਾ ਕਰੇ, ਜਾਂ ਫਿਰ ਗਾਂਧੀਗੰਜ ਦੇ ਬਾਹਰ ਦਿੱਲੀਗੜ੍ਹ ਰੋਡ 'ਤੇ ਉਹ ਇਸ ਗੱਲ ਤੋਂ ਗੱਡੀਆਂ ਉੱਥੇ ਖੜੀਆਂ ਹੋਣ। ਜੋੜਾ ਘਰ ਦੀ ਜਿਹੜੀ ਡਿਊਟੀ ਹੈ, ਇੱਕ ਸਰੀਰ ਬਾਹਰ ਗਲੀ 'ਚ ਕਾਰ ਖੜਾ ਹੋਏਗਾ, ਜਿਹੜਾ ਕਿ 5 ਵਜੇ ਤੋਂ 6:30 ਤੱਕ ਡਿਊਟੀ ਦੇਗਾ। ਦੂਸਰਾ ਸੇਵਾਦਾਰ 6:30 ਤੋਂ 8 ਵਜੇ ਤੱਕ ਡਿਊਟੀ ਦੇਗਾ। ਸਿਰਫ ਬੈਠਣਾ ਹੀ ਹੈ, ਸੰਗਤਾਂ ਨੇ ਜੋੜੇ ਆਪੇ ਲਾਣੇ ਨਾ ਆਪਣੇ ਕਰਨੇ ਹਨ। ਤਾਂ ਮੈਂ ਬੀਬੀਆਂ ਕੇ ਬੇਨਤੀ ਕਰਾਂਗਾ, ਇਹ ਡਿਊਟੀਆਂ ਬੀਬੀਆਂ ਵੀ ਦੇ ਸਕਦੀਆਂ ਹਨ। ਜਿਹੜੀ ਕੁਰਸੀ 'ਤੇ ਬੈਠੀਆਂ ਹੁੰਦੀਆਂ ਹਨ ਪਿੱਛੇ ਬੀਬੀਆਂ, ਅਗਰ ਉਹ ਕੁਰਸੀ ਬਾਹਰ ਹੀ ਵਿਛਾ ਲੈਣ ਤਾਂ ਬੀਬੀਆਂ ਵੀ ਇਹ ਡਿਊਟੀ ਦੇ ਸਕਦੀਆਂ ਹਨ। ਸਿਰਫ ਬੈਠਣਾ ਹੈ, ਕੁਝ ਨਹੀਂ ਕਰਨਾ। ਆਪਣੇ ਆਪ ਸੰਗਤ ਨੇ ਜੋੜੇ ਰਹਿ ਵਿਚਕਾਰ ਰੱਖਣੇ ਹਨ, ਆਪਣੇ ਉਤਾਰਨੇ ਹਨ। ਸਿਰਫ ਚੋਰੀ ਨਾ ਹੋਵੇ, ਕੋਈ ਐਸਾ ਬੱਚੇ ਆ ਜਾਂਦੇ ਹੋਣ ਛੇੜਖਾਨੀ ਨਾ ਕਰਨ। ਇਹ ਦੇਖਭਾਲ ਦੀ ਡਿਊਟੀ ਸੰਭਾਲਣੀ ਹੈ। ਅਗਲੀ ਗੱਲ ਡਰੈਸ ਦੀ। ਅਸਾਂ ਨੇ ਮਰਿਆਦਾ ਵਿਚਕਾਰ ਜੋ ਸਾਡੀ ਡਰੈਸ ਸਾਡੇ ਲਈ ਨਿਸ਼ਚਿਤ ਹੈ ਉਹ ਪਾਣੀ ਹੈ। ਬੱਚੀਆਂ ਅੱਗੇ ਖਾਸ ਬੇਨਤੀ ਕਰਾਂਗਾ, ਸ਼ਾਮ ਦੇ ਦੀਵਾਨ ਵੇਲੇ ਹਮੇਸ਼ਾ ਹੀ ਤੱਕਿਆ ਗਿਆ ਹੈ ਕਿ ਡਰੈਸ ਮਰਿਆਦਿਤ ਨਹੀਂ ਹੁੰਦੀ, ਜੋ ਗੁਰੂ ਘਰ ਨਾਲ ਸਾਨੂੰ ਦੱਸੀ ਗਈ ਹੈ ਉਹ ਨਹੀਂ ਹੁੰਦੀ।
ਜਿਹੜੇ ਕੱਪੜੇ ਹੁੰਦੇ ਹਨ ਉਹ ਵੀ ਇਸ਼ਾਰਾ ਮਾਤਰ ਆਪ ਵੀ ਸਮਝ ਲਓ, ਉਹ ਗੁਰੂ ਘਰ ਨਾਲ ਸ਼ੋਭਾ ਨਹੀਂ ਦਿੰਦੇ। ਤਾਂ ਇਸ ਗੱਲ ਦਾ ਧਿਆਨ ਰੱਖਣਾ ਹੈ। ਇਹਨਾਂ 'ਚ 50 ਦਿਨਾਂ ਦੇ ਅੰਦਰ ਸਟ੍ਰਿਕਟਲੀ ਸ਼ਾਮ ਵੇਲੇ ਵੀ ਸਵੇਰੇ ਵੇਲੇ ਡਰੈਸ ਸਾਡੀ ਬਾਬੇ ਡੇਰੇ ਐਸੀ ਆਈਏ ਮਰਿਆਦਿਤ ਹੋਵੇ। ਭਾਈਆਂ ਅੱਗੇ ਬੇਨਤੀ ਕਰਾਂਗਾ, ਟੋਪੀ ਆਪਣੇ ਕੋਲ ਰੱਖਿਆ ਕਰੋ। ਭਾਵੇਂ ਐਮਰਜੈਂਸੀ ਲਈ ਬਾਹਰ ਟੋਪੀਆਂ ਰੱਖੀਆਂ ਹੁੰਦੀਆਂ ਹਨ, ਲੇਕਿਨ ਉਹ ਟੋਪੀ ਕਦੇ ਕੋਈ ਪਾਉਂਦਾ, ਕਦੇ ਕੋਈ ਪਾਉਂਦਾ, ਕਦੇ ਕੋਈ ਪਾਉਂਦਾ, ਕਦੇ ਕੋਈ ਪਾਉਂਦਾ, ਤਾਂ ਉਹ ਹਾਈਜੈਨਿਕ ਵੀ ਨਹੀਂ ਰਹਿੰਦੀ। ਇਸ ਦਾ ਧਿਆਨ ਰੱਖੋ, ਟੋਪੀ ਹਾਈਜੈਨਿਕ ਨਹੀਂ ਰਹਿੰਦੀ। ਤਾਂ ਆਪਣੀ ਟੋਪੀ ਆਪਣੇ ਕੋਲ ਰੱਖਿਆ ਕਰੋ। ਬੀਬੀਆਂ ਵੀ ਚੁੰਨੀ ਜਿਹੜੀ ਸ਼ਾਮੀ ਆਉਂਦੀਆਂ ਹਨ, ਚੁੰਨੀਆਂ ਭਾਵੇਂ ਰੱਖੀਆਂ, ਲੇਕਿਨ ਆਪਣੀ ਚੁੰਨੀ ਆਪਣੇ ਕੋਲ ਹੋਣੀ ਚਾਹੀਦੀ ਹੈ। ਮਾਲਾ ਵੀ ਆਪਣੇ ਕੋਲ ਹੋਵੇ, ਸਾਫ ਸੁਥਰੀ ਹੋਵੇ, ਰੁਮਾਲ ਇਸ ਕਰ ਬੰਦੀ ਹੋਵੇ। ਐਮਰਜੈਂਸੀ ਵਾਸਤੇ ਇੱਥੇ ਮਾਲਾ ਰੱਖੀਆਂ ਹਨ, ਲੇਕਿਨ ਇਨ 50 ਦਿਨਾਂ ਇਸ ਕਰ ਖਾਸ ਧਿਆਨ ਰੱਖਿਆ ਜਾਏ। ਜੋ ਸਤਿਗੁਰੂ ਸਾਡੇ ਤੇ ਕਿਰਪਾ ਕਰ ਰਹੇ ਹਨ ਉਸ ਨੂੰ ਅਸੀਂ ਸੰਭਾਲੀਏ। ਮੇਨ ਵੱਡੀ ਗੱਲ, ਕੋਠੀ ਸਾਹਿਬ ਵਿਚਕਾਰ ਪੂਰਾ ਡਿਸਿਪਲਿਨ ਰੱਖਣਾ ਹੈ। ਉੱਥੇ ਅਰਦਾਸ ਕਰਨੀ ਹੈ, ਜੋ ਸਾਡੀ ਅਰਦਾਸ ਹੈ, ਮੱਥਾ ਟੇਕਣਾ ਹੈ, ਸਤਿਗੁਰਾਂ ਦੇ ਦਰਸ਼ਨ ਕਰਨੇ ਹਨ। ਲੇਕਿਨ ਕਿਸੇ ਨੇ ਗੁਟਕੇ ਨਾਲ ਪਾਠ ਕਰਨਾ ਹੋਵੇ, ਮਾਲਾ ਫੇਰਨੀ ਹੋਵੇ, ਅਗਰ ਦੀਵਾਨ ਬਾਹਰ ਚੱਲ ਰਿਹਾ ਹੈ ਤਾਂ ਆਪ ਜੀ ਬਾਹਰ ਆ ਕੇ ਦੀਵਾਨ ਵਿੱਚ ਕਰ ਬੈਠ ਕੇ ਮਾਲਾ ਫੇਰੋ, ਗੁਟਕਾ ਪੜੋ, ਜੋ ਆਪ ਜੀ ਇੱਛਾ ਹੈ। ਟੈਲੀਫੋਨ ਮੋਬਾਈਲ ਦਾ ਕੋਈ ਯੂਜ਼ ਨਹੀਂ ਕਰਨਾ। ਬਾਬੇ ਡੇਰੇ ਅੰਦਰ ਆਓ, ਕੋਸ਼ਿਸ਼ ਕਰੋ ਕਿ ਮੋਬਾਈਲ ਨੂੰ ਆਫ ਕਰ ਦਿਓ। ਲੋੜ ਹੈ ਤਾਂ ਉਹ ਫਿਰ ਵਾਈਬ੍ਰੇਸ਼ਨ ਤੇ ਹੋਵੇ, ਲੇਕਿਨ ਜਿਨ੍ਹਾਂ ਦੀ ਪਾਠ ਦੀ ਵਾਰੀ ਹੈ ਨਾ, ਉਹ ਤਾਂ ਮੋਬਾਈਲ ਕੋਲ ਰੱਖਣ ਹੀ ਨਾ। ਜਿਹੜੇ ਪਾਠ ਦੀ ਵਾਰੀ ਦਿੰਦੇ ਹਨ ਉਹ ਤਾਂ ਧਿਆਨ ਰੱਖਣ ਮੋਬਾਈਲ ਕੋਲ ਹੋਵੇ ਹੀ ਨਾ ਉਹਨਾਂ ਦੇ। ਆਫ ਕਿਹਾ ਤੇ ਵਾਈਬ੍ਰੇਸ਼ਨ ਗਿਆ। ਤਾਂ ਪਾਠ ਦੀ ਵਾਰੀ ਦੇਣ ਵੇਲੇ ਤਾਂ ਬਿਲਕੁਲ ਧਿਆਨ ਪਾਠ ਦੀ ਵਾਰੀ ਵਿੱਚ ਹੋਣਾ ਚਾਹੀਦਾ ਹੈ। ਤੇ ਇੱਕ ਬੇਨਤੀ ਸਾਹਿਬ ਮਹਾਰਾਜ ਜੀ ਕਰਾਂਗਾ ਕਿ ਉਹ ਸਾਹਿਬ ਮਹਾਰਾਜ ਜੀ ਹੋਰ ਆਪ ਜੀ ਨੂੰ ਚੰਗੀ ਤਰ੍ਹਾਂ ਸਮਝਾਉਣਗੇ। ਕਈ ਸਾਡੇ ਗੁਰਸਿੱਖ ਮੋਬਾਈਲ ਚਲਾ ਕੇ ਸਿਮਰਨ ਕਰਦੇ ਹਨ ਬਾਬੇ ਡੇਰੇ। ਇੱਕ 2-4 ਗੁਰਸਿੱਖ ਤਾਂ ਦਾਸ ਨੇ ਕੋਠੀ ਸਾਹਿਬ ਵੀ ਦੇਖਿਆ ਹੈ, ਮੋਬਾਈਲ ਚੱਲ ਜਾਂਦਾ ਹੈ ਤੇ ਸਿਮਰਨ ਕਰ ਲੱਗਦੇ ਹਨ। ਅਸਾਂ ਨੇ ਉਹ ਜਿਹੜਾ ਕੀਰਤਨ ਚੱਲ ਰਿਹਾ ਹੈ ਉਹ ਕਿਸ ਲਈ ਚੱਲ ਰਿਹਾ ਹੈ? ਜਿਹੜਾ ਭਜਨ ਕਰ ਰਿਹਾ ਹੈ ਉਹ ਆਪ ਭਜਨ ਕਰ ਰਿਹਾ, ਉਸ ਲਈ ਚੱਲ ਰਿਹਾ ਹੈ। ਤਾਂ ਦੂਸਰੇ ਦੀ ਬਿਰਤੀ ਨਹੀਂ, ਉਹ ਤਾਂ ਸਤਿਗੁਰਾਂ ਨਾਲ ਗੱਲਾਂ ਕਰਨ ਆਏ, ਅਰਦਾਸ ਕਰਨ ਆਇਆ ਕੋਠੀ ਸਾਹਿਬ ਵਿੱਚ, ਤਾਂ ਉਸਦੀ ਗੱਲਾਂ ਹੋ ਨਹੀਂ ਸਕਦੀਆਂ। ਭਜਨ ਮੋਬਾਈਲ ਚੱਲ ਰਿਹਾ ਤਾਂ ਮੋਬਾਈਲ ਤੇ ਕੋਈ ਬਾਬੇ ਡੇਰੇ ਕੀਰਤਨ ਚਲਾਉਣ ਦੀ ਕੋਈ ਲੋੜ ਨਹੀਂ। ਆਪਣੇ ਮਨ ਨੂੰ ਸਮਝਾਉਣਾ। ਬਹੁਤ ਤੁਹਾਡਾ ਮਨ ਹੈ ਤਾਂ ਤੁਸੀਂ ਲੀਡ ਲਗਾ ਲਓ, ਕੰਨਾਂ 'ਚ ਲੀਡ ਆਪਣਾ ਵਾਸਤੇ ਕਰ ਰਹੇ ਹੋ ਤਾਂ ਤੁਸੀਂ ਕੰਨਾਂ 'ਚ ਕਰ ਲੀਡ ਲਗਾ ਲਓ। ਲੇਕਿਨ ਕੋਠੀ ਸਾਹਿਬ ਤਾਂ ਇਹ ਵੀ ਕੰਮ ਨਹੀਂ ਹੋਣਾ ਚਾਹੀਦਾ। ਉੱਥੇ ਤਾਂ ਮੋਬਾਈਲ ਚੱਲਣਾ ਹੀ ਨਹੀਂ ਚਾਹੀਦਾ। ਉੱਥੇ ਤਾਂ ਸਤਿਗੁਰਾਂ ਨਾਲ ਗੱਲਾਂ ਕਰੋ, ਅਰਦਾਸਾਂ ਕਰੋ। ਇਸ ਗੱਲ ਦਾ ਧਿਆਨ ਰੱਖਣਾ ਹੈ, ਕਿਉਂਕਿ ਇੱਕ ਬੰਦੇ ਨੂੰ ਵੇਖ ਕੇ ਦੂਸਰਾ ਸ਼ੁਰੂ ਹੁੰਦਾ ਹੈ, ਦੂਸਰੇ ਨੂੰ ਤੀਸਰਾ ਸ਼ੁਰੂ ਹੁੰਦਾ ਹੈ। ਤਾਂ ਇਹ ਜਿਹੜੀ ਬਿਰਤੀ ਹੈ ਨਾ, ਇਹ ਚਲਕ ਠੀਕ ਨਹੀਂ ਹੈ। ਤਾਂ ਮੋਬਾਈਲ ਵਾਲਾ ਦਿਨ ਮੈਂ ਸਾਹਿਬ ਮਹਾਰਾਜ ਬੇਨਤੀ ਕਰਾਂਗਾ ਸੰਗਤ ਨੂੰ ਹੋਰ ਚੰਗੀ ਤਰ੍ਹਾਂ ਦੱਸ ਦੇਣ ਇਹ ਗੱਲ ਠੀਕ ਹੈ, ਗਲਤ ਹੈ, ਕਿਸ ਤਰ੍ਹਾਂ ਹੈ। ਦਿਨ ਵਿਚਕਾਰ ਦੇਖਭਾਲ ਦੀ ਡਿਊਟੀ ਜੈਂਟਸ ਦੀ ਲੱਗਣੀ ਹੈ 9 ਵਜੇ ਤੋਂ 1 ਵਜੇ ਤੱਕ ਸਵੇਰੇ। ਉਹ ਲਿਸਟ ਬਣੇਗੀ, ਆਪ ਜੀ ਆਪਣੀ ਵਾਰੀਆਂ ਉਸੇ ਲਿਖਾ ਦੇਣਾ। ਬੀਬੀਆਂ ਨੇ ਵਾਰੀਆਂ ਲਿਖਾ ਦਿੱਤੀਆਂ ਹਨ ਪਾਠ ਦੀ ਵਾਰੀਆਂ ਵਿਚਕਾਰ, ਉਹ ਬੜੀ ਚੰਗੀ ਗੱਲ ਹੈ। ਜੈਂਟਸ ਵੀ ਦਿਨ ਦੀ ਵਾਰੀ 9 ਵਜੇ ਤੋਂ 1 ਵਜੇ ਤੱਕ। ਤੇ ਨਾਈਟ ਸਟੇ ਜਿਹੜਾ ਪਾਠ ਰੱਖੇਗਾ ਲੋਕਲ ਖਾਸ ਤੌਰ ਤੇ ਜਿਨ੍ਹਾਂ ਨੇ ਪਾਠ ਰਖਵਾਉਣਾ ਹੋਵੇ, ਉਹ ਪਾਠ ਤਾਂ ਰਖਾਵਣ ਜੋ ਰਾਤੀ ਇੱਥੇ ਦੇਖਭਾਲ ਕਰ ਸਕਣ। ਰਾਤ ਦੀ ਡਿਊਟੀ, ਕਿਉਂਕਿ ਅਸੀਂ ਵੇਖੀਏ ਸੀ ਨਾ ਕਿ ਪਾਠੀ ਸਿੰਘ ਪਾਠ ਕਿਸ ਤਰ੍ਹਾਂ ਕਰਦੇ ਹਨ, ਉਹਨੇ ਉੱਚਾ ਕਰਦੇ ਹਨ ਪਾਠ। ਦਾਸ ਨੇ ਵੇਖਿਆ ਹੈ ਕਿ ਪਾਠੀ ਚਾਰੋਂ ਉੱਚਾ ਕਰਦੇ ਹਨ, ਤਾਂ ਅਸੀਂ ਪਾਠ ਸੁਣੀਏ। ਤੇ ਜਿਨ੍ਹਾਂ ਦੀ ਰਾਤੀ ਦੇਖਭਾਲ ਹੋਵੇ ਬਾਬੇ ਡੇਰੇ ਦੀ, ਉਹ ਆਪਣੇ ਆਪ ਨੂੰ ਥੋੜ੍ਹਾ, ਕਿਉਂਕਿ ਨੌਜਵਾਨ ਬੱਚੇ ਹਨ, ਡਿਊਟੀ ਦਿੰਦੇ ਹਨ, ਸ਼ਲਾਘਾ ਯੋਗ ਹਨ, ਲੇਕਿਨ ਥੋੜ੍ਹਾ ਆਪਣੇ ਆਪ 'ਤੇ ਕੰਟਰੋਲ ਕਰਨ ਕਿ ਉਹ ਇਹਨਾਂ ਦਿਨਾਂ ਵਿਚਕਾਰ ਖਾਸ ਤੌਰ 'ਤੇ ਕੋਈ ਹਾਸੀ ਮਜ਼ਾਕ ਵਾਲਾ ਕੋਈ ਟੌਪਿਕ,
ਕੋਈ ਹੋਰ ਕੋਈ ਸੰਸਾਰਿਕ ਗੱਲਾਂ ਨਾ ਕਰਕੇ ਸਿਮਰਨ ਭਜਨ ਤੇ ਪਾਠ ਦੀਆਂ ਹੀ ਵਾਰਤਾਵਾਂ ਹੋਣ। ਗੁਰੂ ਦੀ ਹਜ਼ੂਰੀ 'ਚ ਦਾ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੁੰਦਾ ਹੈ ਤੇ ਅਸੀਂ ਕਿਸੇ ਪ੍ਰਕਾਰ ਦੀ ਉੱਚੀਆਂ ਉੱਚੀਆਂ ਗੱਲਾਂ, ਉੱਚੀਆਂ ਉੱਚੀਆਂ ਆਵਾਜ਼ਾਂ ਨਾ ਕਰੀਏ ਤੇ ਇੱਕ ਮਰਿਆਦਿਤ ਤਰੀਕੇ ਦੇ ਨਾਲ ਬਾਬੇ ਡੇਰੇ ਰਾਤ ਦੀ ਸੇਵਾ ਕਰੀਏ। ਜਿਹੜੀਆਂ ਸੰਗਤਾਂ ਬਾਹਰੋਂ ਆਵਣ ਉਹਨਾਂ ਨੂੰ ਜੀ ਆਇਆਂ ਨੂੰ, ਚਾਹ ਪਾਣੀ ਲੋੜ ਹੈ ਤਾਂ ਉਹਨਾਂ ਨੂੰ ਚਾਹ ਪਾਣੀ ਕਰਾਣੀ ਹੈ। ਬੀਬੀਆਂ ਪਰਸ ਵਿਚਕਾਰ ਜ਼ਰੂਰਤ ਦੇ ਮੁਤਾਬਿਕ ਪੈਸੇ ਲੈ ਕੇ ਘਰੋਂ ਚਲਾਇਆ ਕਰਨ। ਕਈ ਵਾਰ ਪਰਸ ਛਿਨਿਆ ਜਾਂਦਾ ਹੈ, ਸੁਣਨੇ ਜਾਂਦਾ ਹੈ ਤਾਂ ਸਾਰਿਆਂ ਦੀ ਬਿਰਤੀ ਭੰਗ ਹੋ ਜਾਂਦੀ ਹੈ ਇੱਕ ਗੱਲ ਨੂੰ ਸੁਣ ਕੇ ਕਿ ਫਲਾਂ ਬੀਬੀ ਦਾ ਪਰਸ ਛਿਨਿਆ ਗਿਆ, ਸਾਰਿਆਂ ਦੀ ਬਿਰਤੀ ਭੰਗ ਹੋ ਜਾਂਦੀ ਹੈ। ਉਹ ਛਿਨਿਆ ਗਿਆ ਕੋਈ ਗੱਲ ਨਹੀਂ ਨਾ, ਹੋ ਗਿਆ ਨਾ, ਕੀ ਸੀ 10 ਰੁਪਏ ਸਨ, 20 ਰੁਪਏ ਸਨ, 100 ਰੁਪਏ ਸਨ, ਗੱਲ ਖਤਮ ਹੋ ਜਾਂਦੀ ਹੈ। ਤਾਂ ਬੀਬੀਆਂ की ਬੇਨਤੀ ਕਰਾਂਗਾ ਇਹ ਸਾਰਾ ਸਹਿਯੋਗ ਕਰਨ, ਉਤਨੇ ਪੈਸੇ ਹੋਣਗੇ ਕਹਿਣ ਦੀ ਲੋੜ ਹੀ ਨਾ ਪਏ ਕਿ ਮੇਰਾ ਪਰਸ ਕੋਈ ਲੈ ਕੇ ਛਿਨ ਕੇ। ਇੱਕ ਵੱਡੀ ਸਾਡੇ ਅੰਦਰ ਜੋ ਕਮੀ ਸ਼ੁਰੂ ਹੋ ਗਈ ਹੈ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਸ ਪਾਸੇ ਨਹੀਂ ਜੋੜ ਰਹੇ। ਖਾਸ ਤੌਰ ਤੇ ਮੈਂ ਬੀਬੀਆਂ ਨੂੰ ਬੇਨਤੀ ਕਰਾਂਗਾ ਜਿਹੜੀਆਂ ਨਵੀਆਂ ਨੂੰਹਾਂ ਵਿਆਹ ਕੇ ਆਉਂਦੀਆਂ ਨਾ ਸਾਡੇ ਘਰਾਂ 'ਚ ਘਰ, ਉਹ ਨਵੀਆਂ ਨੂੰਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਬਾਬੇ ਡੇਰੇ ਆਉਣਾ ਕਿਸ ਤਰ੍ਹਾਂ ਹੈ। ਉਹਨਾਂ ਨੂੰਹਾਂ ਨੂੰ ਜਾਂ ਆਪਣੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਇਹ ਪੜ੍ਹਾਈ ਪੜ੍ਹਾਉਣੀ ਜ਼ਰੂਰੀ ਹੈ। ਅਸੀਂ ਨਹੀਂ ਪੜ੍ਹਾਵਾਂਗੇ ਤਾਂ ਹੁਣ ਸਮਝੋ ਅਸੀਂ ਹੁਣ ਵੱਡੇ ਹੋ ਗਏ ਹਾਂ। ਜਿਨ੍ਹਾਂ ਦੀ 55 ਸਾਲ ਤੋਂ ਉੱਤੇ ਉਮਰ ਹੈ ਉਹ ਸਮਝ ਲਓ ਅਸੀਂ ਵੱਡੇ ਹੋ ਗਏ, ਆਪਣੇ ਆਪ ਨੂੰ ਵੱਡਾ ਸਮਝਿਆ ਕਰੋ। ਤੇ ਇਹ ਵੱਡਾ ਨਹੀਂ ਸਮਝੋਗੇ ਤਾਂ ਫਿਰ ਬੱਚਿਆਂ ਨੂੰ ਕੁਝ ਨਹੀਂ ਸਮਝਾ ਪਾਓਗੇ। ਆਪਣੇ ਆਪ ਨੂੰ ਮੈਚਿਓਰ ਬਣਾਉਣਾ ਪਏਗਾ, ਸਮੇਂ ਦਾ ਤਕਾਦਾ ਹੈ, ਨਹੀਂ ਤਾਂ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਸਾਡੇ ਹੱਥਾਂ 'ਚੋਂ ਨਿਕਲ ਜਾਏਗੀ। ਆਪਣੇ ਆਪ ਨੂੰ 55 ਸਾਲ ਵਾਲੇ ਸਮਝਣ ਕਿ ਅਸੀਂ ਹੁਣ ਵੱਡੇ ਹੋ ਗਏ, ਹੁਣ ਸਾਨੂੰ ਹੁਕਮ ਚਲਾਉਣਾ ਹੈ ਨਾ ਬੱਚਿਆਂ ਨੂੰ ਸਮਝਾਉਣਾ ਹੈ। ਬੱਚਿਆਂ ਨੂੰ ਪਿਆਰ ਨਾਲ ਬਾਬੇ ਡੇਰੇ ਦੀ ਰਾਹ ਦੱਸਣੀ, ਬਾਬੇ ਡੇਰੇ ਦਾ ਚਲਤ ਦੱਸਣਾ ਉਹ ਜ਼ਰੂਰੀ ਹੈ। ਤੇ ਉਸ ਵਾਸਤੇ ਕੀ ਜ਼ਰੂਰੀ ਹੈ, ਅਸੀਂ ਆਪਣੇ ਆਪ ਨੂੰ ਪਹਿਲੇ ਮੈਚਿਓਰ ਕਰੀਏ। ਜੇ ਅਸੀਂ ਆਪਣੇ ਆਪ ਨੂੰ ਮੈਚਿਓਰ ਨਾ ਕਰ ਸਕੇ ਤਾਂ ਬੱਚੇ ਹੱਥ ਤੋਂ ਨਿਕਲ ਜਾਣਗੇ। ਫਿਰ ਪਛਤਾਵਤ ਕਿਆ ਹੋਵੇ ਜਬ ਚਿੜੀਆ ਚੁੱਗ ਗਈ ਖੇਤ, ਫਿਰ ਉਹ ਕੰਮ ਨਾ ਹੋਵੇ। ਆਪਣੇ ਆਪ ਨੂੰ ਮੈਚਿਓਰ ਬਣਾਉਣਾ, ਆਪ ਵੀ ਅਸੀਂ ਮਰਿਆਦਿਤ ਤਰੀਕੇ ਨਾਲ ਮਿਲ ਕੇ ਗੱਲਾਂ ਬਾਤਾਂ ਕਰੀਏ। ਇੱਕ ਬੇਨਤੀ ਹੋਰ ਅਗਲੀ, ਬਾਬੇ ਡੇਰੇ ਏਸੀ ਚੱਲਦਾ ਹੋਵੇ, ਪੱਖੇ ਚੱਲਦੇ ਹੋਣ, ਲਾਈਟਾਂ ਜਲਦੀਆਂ ਹੋਣ, ਸਾਂ ਲੋੜ ਅਨੁਸਾਰ ਯੂਜ਼ ਕਰਨਾ ਹੈ। ਕਈ ਵਾਰ ਬੰਦੇ ਆਉਂਦੇ ਹਨ, ਭਜਨ ਕਰਦੇ ਹਨ, ਪੱਖਾ ਚਲਾ ਲੈਂਦੇ ਹਨ, ਲੇਕਿਨ ਉੱਠ ਕੇ ਜਾਂਦੇ ਹਨ ਤਾਂ ਪੱਖਾ ਬੰਦ ਨਹੀਂ ਕਰਦੇ, ਪੱਖਾ ਚੱਲਦਾ ਰਹਿੰਦਾ। ਲਾਈਟਾਂ ਫਾਲਤੂ ਜਲਦੀਆਂ ਰਹਿੰਦੀਆਂ ਬਿਨਾਂ ਲੋੜ ਤੋਂ। ਪ੍ਰੋਗਰਾਮ ਹੋਵੇ, ਵੱਡਾ ਪ੍ਰੋਗਰਾਮ ਹੋਵੇ, ਉਸ ਤਰ੍ਹਾਂ ਲਾਈਟਾਂ ਚੱਲੀਆਂ, ਰੋਜ਼ਾਨਾ ਪ੍ਰੋਗਰਾਮ ਹੋਵੇ ਉਸ ਤਰ੍ਹਾਂ ਜਲਦੀਆਂ। ਜੇ ਨਾ ਲੋੜ ਹੋਵੇ ਤਾਂ ਫਾਲਤੂ ਬਿਜਲੀ ਖਰਚ ਕਰਨ ਦੀ ਲੋੜ ਕੋਈ ਨਹੀਂ ਹੁੰਦੀ। ਇਹ ਧਿਆਨ ਰੱਖਣਾ, ਸਾਡਾ ਕੋਈ ਫੰਡ ਨਹੀਂ ਕਿ ਨਾ ਸਾਡੀ ਉਗਰਾਈ ਹੈ ਨਾ ਸਾਡਾ ਕੁਝ ਵੈਸਾ ਨਹੀਂ। ਇसी ਚੋਂ ਹੀ ਮਰਿਆਦਾ ਅਨੁਸਾਰ, ਜੁਗਤੀ ਅਨੁਸਾਰ ਖਰਚੇ ਕਰਨੇ ਹਨ। ਤਾਂ ਕੋਈ ਪੱਖਾ, ਲਾਈਟ, ਏਸੀ ਲੋੜ ਅਨੁਸਾਰ ਹੀ ਚਲਾਉਣਾ ਹੈ। ਸ਼ਾਮ ਨੂੰ 8:30 ਵਜੇ ਤੋਂ ਬਾਅਦ 2 ਘੰਟੇ ਟਾਈਮ ਹੁੰਦਾ ਹੈ 10:30 ਤੱਕ, ਜਿਸ ਵਿਚਕਾਰ ਸਾਨੂੰ ਦੇਖਭਾਲ ਵਾਸਤੇ ਬੰਦਾ ਲੋੜ ਹੁੰਦਾ ਹੈ। ਤਾਂ ਉਸ ਵੀ ਜਿਨ੍ਹਾਂ ਨੇ ਨਾਮ ਦੇਣਾ ਹੋਵੇ ਲਿਸਟ 'ਚ, ਕਿਉਂਕਿ ਰਾਤੀ ਸੌਣ ਵਾਲੇ ਜਿਹੜੇ ਹਨ ਉਹ 10:30 ਤੋਂ ਬਾਅਦ ਆਉਂਦੇ ਹਨ। ਤਾਂ ਸ਼ਾਮ ਤੋਂ 8:30 ਤੋਂ 10:30 ਦੇ ਵਿਚਕਾਰ ਆਪ ਜੀ ਨਾਮ ਲਿਖਾ ਦੇਣਾ। ਇੱਕ ਬੀਬੀਆਂ ਨੂੰ ਬੇਨਤੀ ਕਰਾਂ ਕਿ ਚਵਰ ਦੀ ਸੇਵਾ ਜੇ ਜੈਂਟਸ ਕਰਦੇ ਹਨ ਤਾਂ ਬੀਬੀਆਂ ਵੀ ਕਰ ਸਕਦੀਆਂ ਹਨ। ਕਦੇ ਤੁਹਾਡੇ ਮਨ ਵਿੱਚ ਸੰਕੋਚ ਹੋਵੇ ਕਿ ਅਸੀਂ ਨਹੀਂ ਕਰ ਸਕਦੇ, ਸ਼ਰਮ ਆਉਂਦੀ ਹੋਏ, ਸ਼ਰਮ ਨੂੰ ਕੱਢ ਦਿਓ। ਚਵਰ ਦੀ ਸੇਵਾ ਵੀ ਤੁਸੀਂ ਕਰ ਸਕਦੇ ਹੋ, ਬਾਬਾ ਜੀ ਦੀ ਤਾਬਿਆ ਵੀ ਬੈਠ ਸਕਦੇ ਹੋ ਤੇ ਪਾਠ ਦਾ ਭੋਗ ਵੀ ਪਾ ਸਕਦੇ ਹੋ। ਕਿਸੇ ਮਨ ਵਿੱਚ ਸੰਕੋਚ ਨਾ ਹੋਵੇ। ਜਿਨ੍ਹਾਂ ਦੀ ਆਵਾਜ਼ ਸਤਿਗੁਰਾਂ ਸੁਰੀਲੀ ਬਖਸ਼ੀ ਹੈ, ਸੇਵਾ ਕਰੋ, ਚਵਰ ਦੀ ਸੇਵਾ ਵੀ ਕਰੋ, ਪਾਠ ਦਾ ਭੋਗ ਵੀ ਪਾਓ, ਤਾਬਿਆ ਵੀ ਬੈਠ ਸਕਦੇ ਹੋ। ਕੋਈ ਐਸੀ ਗੱਲ ਨਹੀਂ ਕਿ ਤੁਸੀਂ ਨਹੀਂ ਕਰਦੇ, ਕਿਉਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਪਾਠਾਂ ਦੇ ਭੋਗ ਤੋਂ ਬਾਅਦ ਸੰਗਤ ਚਲੀ ਜਾਂਦੀ ਹੈ, ਹੁਕਮਨਾਮਾ ਹੁੰਦਾ ਤਾਂ ਕੋਈ ਹੁੰਦਾ ਹੀ ਨਹੀਂ। ਕਈ ਵਾਰ ਇਸ ਤਰ੍ਹਾਂ ਆ ਜਾਂਦਾ ਚਾਂਸ, ਤਾਂ ਉਸ ਵੇਲੇ ਆਪ ਜੀ ਪਾਠ ਦਾ ਹੁਕਮਨਾਮਾ ਵੀ ਲੈ ਸਕਦੇ ਹੋ, ਚਵਰ ਵੀ ਕਰ ਸਕਦੇ ਹੋ, ਸਾਰਾ ਕੰਮ ਆਪ ਜੀ ਦੀ ਸੰਭਾਲ ਸਕਦੇ ਹੋ। ਇੱਕ ਬੇਨਤੀ ਹੈ ਕਿ ਸਤਿਗੁਰੂ ਸਾਧੂ ਰਾਮ ਜੀ ਬਚਨ ਹਨ ਕਿ ਅਰਦਾਸ ਸੁਣ ਕੇ ਜਾਇਆ ਕਰੋ।
ਅਰਦਾਸ ਹੁਣ ਫਿਰ ਬੇਨਤੀ ਕਰਾਂਗਾ, ਇਹਨਾਂ ਦਿਨਾਂ 'ਚ ਤਾਂ ਘੱਟ ਤੋਂ ਘੱਟ ਸਾਨੂੰ ਅਰਦਾਸ ਸੁਣ ਕੇ ਜਾਈਏ, ਜੋ ਸਾਰਾ ਪ੍ਰੋਗਰਾਮ ਕਿਸ ਤਰ੍ਹਾਂ ਹੋਏ ਤੇ ਕਿਸ ਤਰ੍ਹਾਂ ਸਾਨੂੰ ਕੀ ਪ੍ਰਾਪਤ ਹੋਏ। ਜੋ ਅਸਾਂ ਨੇ 1 ਘੰਟੇ 'ਚ ਕਾਰ ਪੂੰਜੀ ਇਕੱਠੀ ਕੀਤੀ, ਹੁਣ ਸਤਿਗੁਰਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰੇ, ਪੂੰਜੀ ਮੈਂ ਸੰਭਾਲ ਕੇ ਘਰ ਲੈ ਜਾਵਾਂ, ਰਸਤੇ 'ਚ ਕਾ ਡੁੱਲ ਨਾ ਜਾਵੇ। ਯਤਨ ਕੀਤਾ ਜਾਏਗਾ ਭੋਗ ਦਾ ਟਾਈਮ ਫਿਕਸ ਹੋਵੇ ਤੇ ਪੰਕਚੁਅਲ ਹੋਵੇ। ਦਾਸ ਦੀ ਪੂਰੀ ਕੋਸ਼ਿਸ਼ ਹੁੰਦੀ ਹੈ, ਹੋਰ ਕੋਸ਼ਿਸ਼ ਕੀਤੀ ਜਾਏਗੀ ਮਿੰਟ ਅਨੁਸਾਰ ਪੰਕਚੁਅਲ ਹੋ ਸੀ ਤੇ ਫਿਕਸ ਟਾਈਮ ਹੋ ਸੀ, ਜੋ ਦੱਸਿਆ ਅਨਾਉਂਸ ਕੀਤਾ ਜਾਏਗਾ ਉਹੀ ਹੋਏਗਾ। 5 ਤੋਂ 6 ਸਿਮਰਨ, ਸਵੇਰੇ 6 ਵਜੇ ਨਿਤਨੇਮ ਦੀ ਅਰਦਾਸ ਹੋਏਗੀ। ਉਸ ਤੋਂ ਬਾਅਦ ਹੁਕਮਨਾਮਾ 6:15 ਤੋਂ 7:15 ਤੱਕ ਕੀਰਤਨ, 7:15 ਵਜੇ ਆਸਾ ਦੀ ਵਾਰ ਦਾ ਆਖਰੀ ਛੱਕਾ ਲਾਇਆ ਜਾਏਗਾ ਤੇ ਇਹ 7:45 ਵਜੇ ਤੱਕ ਸਾਰੀ ਸਮਾਪਤੀ ਅਰਦਾਸ ਹੁਕਮਨਾਮਾ 7:45 ਵਜੇ ਤੱਕ। ਤੇ ਜਿਸ ਦਿਨ ਪਾਠ ਦਾ ਭੋਗ ਹੋਏਗਾ ਉਸ ਦਿਨ 6 ਵਜੇ ਸ਼ਲੋਕ ਮਹੱਲਾ 5ਵਾਂ, ਰੱਤੇ ਸੇਜੇ ਮੁਖ ਨਾ ਮੋੜਨ, ਇਹ ਸਵੇਰੇ 6 ਵਜੇ 5 ਤੋਂ 6 ਸਿਮਰਨ ਕਰਕੇ 6 ਤੋਂ ਲੈ ਕੇ 6:20 ਤੱਕ 6:25 ਤੱਕ ਪਾਠਾਂ ਦਾ ਭੋਗ ਹੋ ਗਿਆ। ਅਰਦਾਸ 7:45 ਵਜੇ ਕੀਰਤਨ ਸ਼ੁਰੂ ਹੋ ਜਾਏਗਾ 6:40 ਤੇ ਲਗਭਗ, ਉਹ ਫਿਰ 7:15 ਤੱਕ ਉਸ ਤਰ੍ਹਾਂ ਕਰਕੇ ਫਿਰ ਜਪਜੀ ਸਾਹਿਬ ਪਾਠ ਜੋ ਕਿ ਸਾਰਿਆਂ ਨੇ ਪੜ੍ਹਨਾ ਹੁੰਦਾ ਉਹੀ 8 ਵਜ ਜਾਣਗੇ। ਤਾਂ ਇਹ ਪੰਕਚੁਅਲ ਟਾਈਮ ਰਹੇਗਾ, ਅਸੀਂਕਾਰ ਕੋਈ ਘੱਟ ਵੱਧ ਨਹੀਂ ਹੋਗਾ। ਯਤਨ ਕਰੀਏ ਕਿ ਅਸੀਂ ਅਰਦਾਸ ਸੁਣ ਕੇ ਜਾਈਏ। ਸ਼ਾਮ ਦਾ ਪ੍ਰੋਗਰਾਮ ਜਿਹੜਾ ਹੈ 6:30 ਤੋਂ 7:30 ਸਿਮਰਨ ਹੋਣਾ ਹੈ। ਕੀਰਤਨ ਰੋਜ਼ ਹੁੰਦੇ ਨੇ, ਕਥਾ ਰੋਜ਼ ਹੁੰਦੀਆਂ ਨੇ, ਪਸੰਦ ਹੈ ਸਿਮਰਨ ਤੇ ਪਾਠ ਸੁਣਨਾ ਜ਼ਰੂਰ ਹੈ। ਜੋ ਪਾਠ ਰੱਖੇ ਗਏ ਹਨ, ਯੱਗ ਚੱਲ ਰਿਹਾ ਪਾਠਾਂ ਦਾ, ਤਾਂ ਪਾਠ ਸੁਣਨਾ ਜ਼ਰੂਰੀ ਹੈ। 6:30 ਤੋਂ 7:30 ਤੱਕ ਪਾਠ ਸੁਣਨਾ ਹੈ, ਸਿਮਰਨ। 7:30 ਵਜੇ ਕਥਾ ਸ਼ੁਰੂ ਹੋਏਗੀ ਸਤਿਗੁਰੂ ਭਗਵਾਨ ਦਾਸ ਜੀ ਪੋਥੀ ਸਾਹਿਬ ਦੀ, ਉਹ 8:15 ਤੱਕ ਚੱਲੇਗੀ 45 ਮਿੰਟ, 8:30 ਤੱਕ। 8:15 ਤੋਂ ਬਾਅਦ ਫਿਰ ਸਾਰਾ ਭੋਗ ਆਨੰਦ ਸਾਹਿਬ ਗੁਰੂ ਉਪਦੇਸ਼ ਪੜ੍ਹ ਕੇ 8:30 ਵਜੇ ਅਰਦਾਸ ਕੀਤੀ ਜਾਏਗੀ। ਸ਼ਾਮ ਦਾ ਜਿਹੜਾ ਪ੍ਰੋਗਰਾਮ ਹੈ, ਤੇ ਜਿਹੜੇ ਸੇਵਾ ਕਰਦੇ ਹਨ ਉਹਨਾਂ ਨੂੰ ਬੇਨਤੀ ਕਰਾਂਗਾ, ਸੇਵਾ ਰੋਜ਼ਾਨਾ ਦੀ ਹੈ, ਲਾਊਡ ਸਪੀਕਰ ਦੀ ਹੋਵੇ, ਬਿਜਲੀ ਦੀ ਹੋਵੇ, ਡੈਕੋਰੇਸ਼ਨ ਦੀ ਹੋਵੇ, ਸਫਾਈ ਦੀ ਹੋਵੇ, ਸੰਗਤਾਂ ਨੂੰ ਪਾਣੀ ਪਿਲਾਉਣ ਦੀ ਹੋਵੇ, ਲੰਗਰ ਦੀ ਹੋਵੇ, ਪਾਰਕ ਦੀ, ਇੱਕ ਜੋ ਰੋਜ਼ਾਨਾ ਦੀ ਸੇਵਾ ਹੈ। ਇਹ ਨਹੀਂ ਕਿ ਵੱਡਾ ਪ੍ਰੋਗਰਾਮ ਹੈ ਤਾਂ ਹੀ ਕਰਨੀ, ਇਹ ਸੇਵਾ ਰੋਜ਼ਾਨਾ ਅਸਾਂ ਨੇ ਨਿਭਾਉਣੀ ਹੈ। ਤੇ ਸਤਿਗੁਰਾਂ ਰੋਜ਼ਾਨਾ ਹੀ ਅਸਾਂ ਨੇ ਭੋਜਨ ਲੈਣਾ ਹੈ। ਪਾਠੀਆਂ ਦੇ ਨਾਲ ਨਮਰਤਾ ਨਾਲ ਪੇਸ਼ ਆਉਣਾ ਹੈ। ਪਾਠੀਆਂ ਨੂੰ ਜੋ ਆਉਂਦੇ ਹਨ ਬੜੇ ਪਿਆਰ ਨਾਲ ਬੋਲਣਾ, ਜਿਨ੍ਹਾਂ ਦੀ ਸੇਵਾ ਹੋਵੇ ਉਹਨਾਂ ਦੀ ਲੰਗਰ ਪ੍ਰਸ਼ਾਦੇ ਦੀ ਜਾਂ ਜਲ ਪਾਣੀ ਦੀ ਜੋ ਵੀ ਸੇਵਾ ਹੋਵੇ ਉਹਨਾਂ ਦੀ ਸੇਵਾ ਕਰਨੀ। ਦੇਖਭਾਲ ਦੀਆਂ ਜੋ ਦਿਨ ਵਿਚਕਾਰ ਬੀਬੀਆਂ ਇੱਥੇ ਹੁੰਦੀਆਂ ਹਨ ਉਹ ਧਿਆਨ ਰੱਖਣ, ਖਾਲੀ ਕੁਰਸੀ ਦੇ ਬਾਹਰ ਬੈਠਣਾ ਨਹੀਂ ਹੁੰਦਾ। ਚਾਦਰਾਂ ਡਿੱਗੀਆਂ ਤਾਂ ਚਾਦਰਾਂ ਠੀਕ ਕਰਨੀਆਂ ਹਨ, ਦੀਵਾਰਾਂ ਤੇ ਡਸਟਿੰਗ ਕਰਨੀ ਹੈ, ਰੇਲਿੰਗ ਤੇ ਜਿਹੜਾ ਲੱਗਿਆ ਜੰਗਲਾ ਹੈ ਇੱਥੇ ਕਪੜਾ ਮਾਰਨਾ ਹੈ, ਪਾਲਕੀ ਸਾਹਿਬ ਤੇ ਕਪੜਾ ਮਾਰਨਾ ਹੈ। ਇਹ ਡਸਟਿੰਗ ਦੀ ਡਿਊਟੀ ਸਾਰੀ ਜੋ ਦਿਨ ਦਾ ਦੇਖਭਾਲ ਕਰਨਗੇ ਉਹਨਾਂ ਦੀ ਡਿਊਟੀ ਹੈ। ਤੇ ਅਗਲੀ ਬੇਨਤੀ ਜਿਹੜੀ ਵਿਸ਼ੇਸ਼ ਹੈ, ਸਾਹਿਬ ਮਹਾਰਾਜ ਨੂੰ ਬੇਨਤੀ ਕਰਾਂਗਾ, ਇਸ ਬੇਨਤੀ ਜਿਹੜਾ ਧਿਆਨ ਸੰਗਤ ਨੂੰ ਸਮਝਾਣ, ਜਿਸ ਚੀਜ਼ ਦੀ ਕਲਾਸ ਹੋਵੇ ਸਾਡੀ ਕਿਤਾਬ ਉਹੀ ਖੁੱਲੀ ਹੋਵੇ, ਜੋ ਸਾਨੂੰ ਕੁਝ ਪ੍ਰਾਪਤ ਹੋਵੇ। ਜੇ ਕੀਰਤਨ ਚੱਲ ਰਿਹਾ ਹੈ ਤਾਂ ਗੁਟਕਾ ਸਾਡੇ ਕੋਲ ਹੋਵੇ। ਅਗਰ ਕੀਰਤਨ ਚੱਲ ਰਿਹਾ ਹੈ ਤੇ ਅਸੀਂ ਮਾਲਾ ਫੇਰ ਰਹੇ ਹਾਂ, ਸੋਚੋ ਅਸੀਂ ਕੀ ਪ੍ਰਾਪਤ ਕਰ ਰਹੇ ਹਾਂ। ਨਾਮ ਸਿਮਰਨ ਲੈ ਰਹੇ ਹਾਂ, ਕੀਰਤਨ ਲੈ ਰਹੇ ਹਾਂ। ਨਾਮ ਸਿਮਰਨ ਤਾਂ ਹੋਏਗਾ ਜੋ ਸ਼ਾਂਤੀ ਹੋਏ, ਇਕਾਂਤ ਹੋਏਗਾ, ਸਾਡਾ ਮਨ ਜੁੜੇਗਾ। ਕੰਨ ਤਾਂ ਸਾਡੇ ਹੋਰ ਕੁਝ ਜਾ ਰਿਹਾ, ਮੂੰਹ ਚੋਂ ਅਸੀਂ ਸਿਮਰਨ ਕरें ਤਾਂ ਦੋ ਕੰਮ ਨਹੀਂ ਹੋ ਸਕਦੇ। ਜਿਸ ਚੀਜ਼ ਦੀ ਕਲਾਸ ਹੋਏ ਕਿਤਾਬ ਉਹੀ ਖੁੱਲੀ ਹੋਵੇ। ਇਸ ਸਕੂਲ ਵਿੱਚ ਕਰ ਪ੍ਰੈਕਟੀਕਲ ਦੇਖ ਲਓ, ਮੈਥ ਦਾ ਅਗਰ ਟੀਚਰ ਪੜ੍ਹਾ ਰਹੇ ਤੇ ਇੰਗਲਿਸ਼ ਦੀ ਕਿਤਾਬ ਖੋਲ ਕੇ ਅਸੀਂ ਬੈਠੇ ਹਾਂ ਤਾਂ ਪੱਲੇ ਨਹੀਂ ਪੈਣੀ, ਕਿ ਨਾ ਇੰਗਲਿਸ਼ ਪੱਲੇ ਪੈਣੀ ਹੈ ਤੇ ਨਾ ਮੈਥ ਪੱਲੇ ਪੈਣਾ। ਤਾਂ ਇਸ ਜਿਹੜੀ ਕਲਾਸ ਚੱਲ ਰਹੀ ਹੋਵੇ, ਜੇ ਸਿਮਰਨ ਦਾ ਵੀ ਕਲਾਸ ਰੱਖੀ ਹੈ ਤਾਂ ਸਿਮਰਨ ਦਾ ਸ਼ੌਂਕ ਹੈ ਤਾਂ ਸਿਮਰਨ ਵੇਲੇ ਆ ਜਾਓ। ਨੰਬਰ ਤਾਂ ਇੱਕੋ ਹੀ ਆਉਣਾ, ਬਾਣੀ ਪੜ੍ਹੀਏ ਨਾਮ ਜਪੀਏ, ਨੰਬਰ ਇੱਕੋ ਹੀ ਆਉਣਾ। ਬਾਣੀ ਪੜਾਂਗੇ ਜਿਸ ਵੇਲੇ ਤਾਂ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਕਰਾਂਗੇ। ਬਾਣੀ ਸਾਨੂੰ ਰਾਹ ਦਿੰਦੀ ਹੈ, ਸਾਨੂੰ ਸਮਝਾਉਂਦੀ ਹੈ, ਸਾਨੂੰ ਫਿਲਟਰ ਕਰਦੀ ਹੈ। ਸਾਹਿਬ ਮਹਾਰਾਜ ਦੱਸਦੇ ਹਨ ਕਿ ਸਾਨੂੰ ਸ਼ੀਸ਼ਾ ਸਾਡੇ ਸਾਹਮਣੇ ਹੁੰਦਾ ਹੈ, ਬਾਣੀ ਮਿਰਰ ਹੈ, ਸ਼ੀਸ਼ਾ ਹੈ ਕਿ ਸਾਨੂੰ ਦੱਸਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ,
ਤੇ ਬਾਣੀ ਤੁਹਾਨੂੰ ਕੀ ਸਮਝਾ ਰਹੀ ਹੈ? ਆਪਣੇ ਆਪ ਨੂੰ ਅਸੀਂ ਦੇਖਾਂਗੇ, ਅਗਰ ਸਾਡੇ ਅੰਦਰ ਕਮੀ ਹੈ ਤਾਂ ਉਸ ਕਮੀ ਨੂੰ ਦੂਰ ਕਰਾਂਗੇ। ਇਹ ਤਾਂ ਹੀ ਹੋਏਗਾ ਜੋ ਬਾਣੀ ਪੜਾਂਗੇ। ਜੇ ਕੀਰਤਨ ਹੋਵੇ ਤਾਂ ਯਤਨ ਕਰੀਏ ਗੁਟਕਾ ਸਾਡੇ ਕੋਲ ਹੋਵੇ। ਆਖਰੀ ਬੇਨਤੀ ਕਰਕੇ ਮੈਂ ਸੰਕੋਚ ਕਰਨਾ ਹਾਂ। ਸਾਹਿਬ ਮਹਾਰਾਜ ਜੀ ਨਾਲ ਕਿਸੇ ਨੂੰ ਮਿਲਣਾ ਹੋਵੇ, ਸਾਹਿਬ ਮਹਾਰਾਜ ਹਾਂ ਪੜਾਉਂਦੇ ਹਨ, ਤਾਂ ਕੋਈ ਦਾਸ ਨੂੰ ਜਾਂ ਖੁਸ਼ਬੀਰ ਸਿੰਘ ਜੀ ਨੂੰ ਜਾਂ ਬਾਂਗਾ ਜੀ ਨੂੰ ਇਹ ਨਾ ਕਵੇ ਕਿ ਮੇਰੇ 5 ਮਿੰਟ ਲਈ ਮੇਰੀ ਗੱਲ ਕਰਾ ਦਿਓ। ਮੈਂ ਸਾਰੀ ਸੰਗਤ ਬੈਠੀ ਹੈ, ਸਭ ਸੇ ਨੂੰ ਇਕੱਠਾ ਹੀ ਕਹਿ ਦੇਵਾਂ। ਨਾ ਦਾਸ ਨੂੰ ਕਹੋ, ਨਾ ਖੁਸ਼ਬੀਰ ਸਿੰਘ ਨੂੰ ਕਹੋ, ਨਾ ਬਾਂਗਾ ਜੀ ਨੂੰ ਕਹੋ ਕਿ ਸਾਹਿਬ ਮਹਾਰਾਜ ਮੇਰੀ 5 ਮਿੰਟ ਗੱਲ ਕਰਾ ਦਿਓ। ਸਾਹਿਬ ਮਹਾਰਾਜ ਜੀ ਦੁੱਖ ਭੰਜਨੀ ਸਾਹਿਬ ਆਪ ਜੀ ਦੀ ਸੇਵਾ ਵਿਚਕਾਰ ਹਰ ਐਤਵਾਰ ਨੂੰ ਉੱਥੇ ਬੈਠਦੇ ਹਨ। ਹਾਂ, ਦੁੱਖ ਭੰਜਨੀ ਸਾਹਿਬ ਐਤਵਾਰ ਵਾਲੇ ਦਿਨ ਕੀਰਤਨ ਤੋਂ ਬਾਅਦ ਸੰਗਤ ਦੀ ਸੇਵਾ ਵਿਚਕਾਰ ਬੈਠਦੇ ਹਨ। ਤੇ ਸੰਗਤ ਦੀ ਸੇਵਾ, ਜੋ ਕਿਸੇ ਨੂੰ ਕੋਈ ਗੱਲ ਕਰਨੀ ਹੋਵੇ, ਚਾਹੇ ਗੱਲ 1 ਮਿੰਟ ਦੀ ਹੋਵੇ ਚਾਹੇ 5 ਮਿੰਟ ਦੀ ਹੋਵੇ, ਦੁੱਖ ਭੰਜਨੀ ਸਾਹਿਬ ਜਾ ਕੇ ਪਿਆਸਾ ਜਿਹੜਾ ਨਾ ਉਸ ਨੂੰ ਲੋੜ ਹੈ ਕਿ ਕੂਏ ਦੇ ਕੋਲ ਜਾਵੇ ਤਾਂ ਹੀ ਪਿਆਸ ਬੁਝੇਗੀ। ਉੱਥੇ ਜਾ ਕੇ ਆਪ ਜੀ ਦੀ ਸੇਵਾ ਕੀਤੀ ਜਾਏਗੀ। ਆਪ ਜੀ ਨੂੰ ਕਿਸੇ ਨੂੰ ਨਿਰਾਸ਼ ਨਹੀਂ ਆਉਣਾ ਪਏਗਾ। ਆਪ ਜੀ ਸੇਵਾ ਕੀਤੀ ਜਾਏਗੀ। ਲੇਕਿਨ ਸਾਹਿਬ ਮਹਾਰਾਜ ਕਦੇ ਹਾਂ ਪੜਾਵਨ ਤਾਂ ਨਾ ਦਾਸ ਨੂੰ ਕਿਹਾ ਕਰੋ, ਨਾ ਖੁਸ਼ਬੀਰ ਸਿੰਘ ਨੂੰ, ਬਾਂਗਾ ਜੀ ਨੂੰ, ਕਿਸੇ ਨੂੰ ਨਾ ਕਿਹਾ ਕਰੋ ਕਿ ਸਾਡੀ ਗੱਲ ਕਰਾ ਦਿਓ। ਸਾਹਿਬ ਮਹਾਰਾਜ ਜੀ ਜਿਸ ਭਾਵਨਾ 'ਚ ਆਉਂਦੇ ਹਨ, ਉਹਨਾਂ ਦੀ ਤਾਂ ਇੱਕ ਨਿਗਾਹ ਹੀ ਕਾਫੀ ਹੈ। ਅਸੀਂ ਇੱਥੇ ਬੈਠੇ ਹਾਂ ਨਾ, ਅਸੀਂ ਇੱਥੇ ਬੈਠੇ ਹਾਂ, ਸਮਝ ਲਓ ਸਾਡੀਆਂ ਅਰਦਾਸਾਂ ਪੁੱਜ ਰਹੀਆਂ ਹਨ। ਉਹਨਾਂ ਦੀ ਇੱਕ ਨਿਗਾਹ ਹੀ ਕਾਫੀ ਹੈ। ਸਾਡੇ ਤੇ ਨਿਗਾਹ ਪੈ ਗਈ, ਸਾਡੇ ਕਾਰਜ ਸਾਰੇ ਰਾਸ ਹੋ ਜਾਂਦੇ ਹਨ, ਸਾਰੇ ਰਾਸ ਹੋ ਜਾਂਦੇ ਹਨ। ਐਸੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਕੀ ਚੋਜ ਕਰਦੇ ਹਨ, ਅਸੀਂ ਸਮਝ ਨਹੀਂ ਸਕਦੇ ਹਾਂ। ਐਸੀਆਂ ਰਹਿਮਤਾਂ ਹੋ ਕਰਦਾ ਹੈ ਸਤਿਗੁਰੂ। ਗੁਰੂ ਕਿਰਪਾ ਕਰੇ। ਮੈਂ ਸਾਹਿਬ ਮਹਾਰਾਜ ਨੂੰ ਬੇਨਤੀ ਕਰਾਂਗਾ, ਜੋ ਵਿਚਾਰਾਂ ਸਾਹਮਣੇ ਆਈਆਂ ਹਨ ਆਪ ਜੀ ਉਹਨਾਂ ਤੇ ਹੋਰ ਸਮਝਾਉਣੀਆਂ, ਕਿਉਂਕਿ ਸੇਵਾ ਸੱਚੇ ਪਾਤਸ਼ਾਹ ਆਪ ਜੀ ਨੇ ਹੀ ਲੈਣੀ ਹੈ। ਸਾਡਾ ਮਨ ਜਿਹੜਾ ਹੈ ਕਲਯੁਗੀ ਮਨ ਹੈ। ਸਾਡਾ ਧਿਆਨ ਦੁਕਾਨ ਵਾਲੇ ਪਾਸੇ ਚਲਾ ਜਾਂਦਾ ਹੈ, ਸਾਡਾ ਧਿਆਨ ਮਾਇਆ ਵਾਲੇ ਪਾਸੇ ਚਲਾ ਜਾਂਦਾ ਹੈ, ਸਾਡਾ ਧਿਆਨ ਬੱਚਿਆਂ ਵਾਲੇ ਪਾਸੇ ਚਲਾ ਜਾਂਦਾ ਹੈ। ਅਸੀਂ ਭੁੱਲ ਜਾਂਦੇ ਹਾਂ ਸੱਚ ਨੂੰ। ਆਪ ਜੀ ਕਿਰਪਾ ਕਰੋ ਤੇ ਸਾਨੂੰ ਸਮਝਾਓ। ਜਿਸ ਵੇਲੇ ਇਹ ਕਨਿਕਾ ਜੀ ਤੇ ਜੋਸਨਾ ਜੀ ਛੋਟੀਆਂ ਸਨ, ਪੜ੍ਹਦੀਆਂ ਸਨ, ਤਾਂ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਬੱਚੇ ਨੇ ਆਖਿਆ ਕਿ ਸਾਡਾ 3 ਦਿਨ ਛੁੱਟੀ ਹੋ ਜਾਏਗੀ ਸਕੂਲ ਦੀ, ਪੜ੍ਹਾਈ ਦੀ ਗੱਲ ਕਰਾਂ। ਤੇ ਸੱਚੇ ਪਾਤਸ਼ਾਹ ਆਖਣ ਲੱਗੇ, ਬੱਚਿਓ ਇਹ 3 ਦਿਨ ਹਾਪੜ ਜ਼ਰੂਰ ਲਾਣੇ। ਇਹ 3 ਦਿਨ ਸਤਿਗੁਰੂ ਦੇ ਚਰਨਾਂ 'ਚ ਕਾਰ, ਸਤਿਗੁਰਾਂ ਦੇ ਬਖਸ਼ਿਸ਼, ਸਤਿਗੁਰਾਂ ਦੀ ਸੰਗਤ ਦੀ ਸੇਵਾ ਕਰ ਜ਼ਰੂਰ ਲਾਣੇ ਹਨ। ਤੇ ਸਤਿਗੁਰੂ ਤੁਹਾਨੂੰ ਐਸੀ ਬੁੱਧੀ ਬਖਸ਼ੇਗਾ ਕਿ ਤੁਹਾਡਾ ਜਿਹੜਾ 3 ਦਿਨ ਮਿਸ ਹੋਏ ਨਾ ਸਕੂਲ, ਉਹ ਤੁਹਾਨੂੰ 1 ਘੰਟੇ 'ਚ ਪ੍ਰਾਪਤੀ ਹੋ ਜਾਏਗੀ। ਸਕੂਲ ਦੀ ਚਿੰਤਾ ਨਾ ਕਰੋ, ਲੇਕਿਨ ਸੰਗਤ ਦੀ ਸੇਵਾ ਜੋੜੋ। 3 ਦਿਨਾਂ ਦੀ ਇਤਨੀ ਵੱਡੀ ਇੰਪੋਰਟੈਂਸ, ਇਨ 3 ਦਿਨਾਂ ਦੀ ਸਤਿਗੁਰੂ ਸੇਵਾ ਰਾਮ ਜੀ ਨੇ, ਹਾਜ਼ਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਬੱਚਿਆਂ ਨੂੰ ਆਖਿਆ ਇਸ ਪਾਸੇ ਜੁੜੋ ਤਾਂ ਅਸੀਂ ਸਿੱਖ ਪ੍ਰਾਪਤ ਕਰੀਏ। ਕਈ ਗੁਰ ਭੈਣਾਂ ਜਨਰੇਸ਼ਨ ਆਉਣ ਵਾਲੀ ਬਹਾਨਾ ਪਾ ਦਿੰਦੀਆਂ ਨੇ, ਸੇਵਾ ਵਾਲੇ ਗੱਲ ਹੁੰਦੀ ਹੈ ਕਿ ਸਾਡਾ ਟਿਊਸ਼ਨ ਹੈ, ਸਾਡਾ ਇਹ ਕੰਮ ਹੈ, ਸਾਡਾ ਉਹ ਕੰਮ ਹੈ। ਤੇ ਸੱਚ ਜਾਣਨਾ, ਜੇ ਗੁਰੂ ਦਰਬਾਰ ਤੇ ਆ ਗਏ ਨਾ ਤਾਂ 10 ਦਿਨ ਦਾ ਕੰਮ, ਮਹੀਨੇ ਦਾ ਕੰਮ 5 ਮਿੰਟ ਵਿਚਕਾਰ ਹੋ ਜਾਂਦਾ। ਸਾਰਾ ਦਿਨ ਦੁਕਾਨ ਤੇ ਗਾਹਕ ਨਾ ਆਵੇ, ਜੇ ਗੁਰੂ ਦੀ ਕਿਰਪਾ ਹੋ ਜਾਏ, ਇੱਕ ਟੈਲੀਫੋਨ ਆ ਜਾਂਦਾ ਹੈ, ਇਤਨਾ ਮਾਲ ਭੇਜ ਦੋ, ਇੱਕ ਗਾਹਕ ਹੀ ਸਾਰਾ ਕੋਟਾ ਪੂਰਾ ਕਰ ਦਿੰਦਾ। ਉਸ ਦੀ ਕਿਰਪਾ, ਉਸ ਦੀ ਨਿਗਾਹ ਲੋੜ ਹੈ। ਅਸੀਂ ਸਤਿਗੁਰਾਂ ਕੋਲੋਂ ਸੁਖਲੀਆਂ ਚੀਜ਼ਾਂ ਮੰਗੀਏ, ਮਿਹਨਤਾਂ ਦੀ ਅਸੀਂ ਨਹੀਂ ਕਰ ਸਕਦੇ। ਹੁਣ ਸਰੀਰ ਸਾਡੇ ਢਿੱਲੇ ਹੋ ਗਏ, ਕਿਰਪਾ ਲੋੜ ਹੈ। ਉਸ ਦੀ ਕਿਰਪਾ ਹੋ ਜਾਏਗੀ, ਇੱਕ ਛਣ ਚਕਾਰੀ ਸਾਰਾ ਕੋਟਾ ਪੂਰਾ ਕਰ ਦਿੰਦਾ ਹੈ। ਸਵੇਰ ਤੇ ਸ਼ਾਮ ਤੱਕ ਗੁਰੂ ਦੇ ਦਰਬਾਰ ਨਾਲ, ਗੁਰੂ ਦੇ ਚਰਨਾਂ ਦੇ ਨਾਲ, ਜੜ ਦੇ ਨਾਲ ਜੁੜੀਏ, ਸਾਡਾ ਬੇੜਾ ਪਾਰ ਹੋਵੇ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ, ਆਪ ਜੀ ਨੂੰ ਕੋਟ ਕੋਟ ਨਮਸਕਾਰ। ਸਤਿਕਾਰੋ ਸਾਹਿਬ ਮਹਾਰਾਜ ਜੀ।
ਸਤਿਗੁਰਾਂ ਦੀ ਅਪਾਰ ਬਖਸ਼ਿਸ਼। ਅੱਜ ਸੰਗਰਾਂਦ ਦਾ ਦਿਨ, ਸਾਵਣ ਦੀ ਸੰਗਰਾਂਦ, ਖੁੱਲੇ ਦਰਸ਼ਨ ਦਰਬਾਰ ਦੇ ਵੀ ਤੇ ਸੰਗਤਾਂ ਦੇ ਵੀ। ਤੇ ਇਹ ਜਿਹੜਾ ਇਕੱਠ, ਇਹ ਕਹਿੰਦੇ ਨੇ ਇੱਕ ਬਹਾਨਾ ਬਣਦਾ ਕਿ ਦੇਖੋ ਸ਼ੁਰੂਆਤ ਕਿੰਨੀ ਪੋਜ਼ਿਟਿਵ ਤਰੀਕੇ ਨਾਲ ਹੋ ਰਹੀ ਹੈ ਕਿ ਮਹੀਨਾ ਵੀ ਸਾਵਣ ਦਾ, ਤੇ ਸਾਵਣ ਵਿੱਚ ਕੀ ਹੈਗਾ ਕਿ ਝੜੀ ਲੱਗਣੀ ਹੈ। ਸਾਰੇ ਅਸੀਂ ਆਖਦੇ ਹਾਂ ਗਰਮੀ ਤੋਂ ਵਿੱਚ ਤਪੇ ਹਾਂ ਨਾ ਸਾਰੇ ਅਸੀਂ। ਹੁਣ ਹਰ ਕੋਈ ਚਾਹੁੰਦਾ ਥੋੜ੍ਹੀ ਰਾਹਤ ਮਿਲੇ, ਤੇ ਜਿੱਥੇ ਸਾਵਣ ਵਸੇਗਾ ਉੱਥੇ ਬਾਣੀ ਦਾ ਵੀ ਇਹ ਅੰਮ੍ਰਿਤ ਵਸਣਾ ਹੈ ਇੱਥੇ। ਤੇ ਇਹ ਜਿਹੜਾ ਪ੍ਰੋਗਰਾਮ ਹੈ, ਵੇਖ ਰਹੇ ਹਾਂ ਸੰਗਤਾਂ ਬਾਹਰੋਂ ਵੀ ਵਿਚਕਾਰ ਬੈਠੀਆਂ ਨੇ। ਇਹ ਜਿਹੜਾ ਪ੍ਰੋਗਰਾਮ ਹੈ, ਇੱਕ ਇਹ ਨਹੀਂ ਕਿ ਹਾਪੜ ਵਾਲਿਆਂ ਤੱਕ ਸੀਮਿਤ ਹੈ, ਹਾਪੜ ਵਿੱਚ ਹੋ ਰਿਹਾ ਹੈ। ਮੈਂ ਸਮਝ ਰਿਹਾ ਸ਼ਾਇਦ ਇਹ ਬਾਹਰ ਵੀ ਜਾਣੇਗੀ, ਰਿਕਾਰਡਿੰਗ ਹੋ ਰਹੀ ਹੈ। ਤੇ ਜਿਹੜੇ ਵੀ ਵੀਰ ਸੁਣਨ ਇਸ ਚੀਜ਼ ਨੂੰ, ਇਸ ਗੱਲ ਨੂੰ ਸਮਝਣ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਭ ਦਾ ਸਾਂਝਾ ਸਾਡਾ ਸ਼ੁਰੂ ਹੋ ਰਿਹਾ ਹੈ। ਹਾਜ਼ਰੀਆਂ ਤੇ ਅਸੀਂ 5, 6, 7 ਸਤੰਬਰ ਨੂੰ ਲਵਾਵਾਂਗੇ, ਲੇਕਿਨ ਯਤਨ ਕਰੀਏ ਦੂਰ ਨੇੜੇ ਵਾਲੇ। ਕਈ ਦੂਰ ਵਾਲੇ ਕਹਿੰਦੇ ਨੇ ਜੀ ਪੂਰਾ ਪਰਿਵਾਰ ਨਹੀਂ ਨਿਕਲ ਸਕਦਾ, ਉਹਨਾਂ ਵਾਸਤੇ ਬੇਨਤੀ ਕਰਾਂ ਜਿਨ੍ਹਾਂ ਨੇ 5, 6, 7 ਦੀ ਟਿਕਟ ਬੁੱਕ ਕਰਾਈ, ਠੀਕ ਹੈ, ਚੰਗੀ ਗੱਲ ਹੈ, ਲੇਕਿਨ ਪੂਰੇ ਪਰਿਵਾਰ ਦੀ ਹਾਜ਼ਰੀ ਲਗਵਾਓ। ਵਿਚਕਾਰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਵੀ ਆਣੇ, 31 ਅੱਗੇ ਸਤਿਗੁਰ ਸਾਧੂ ਰਾਮ ਸਾਹਿਬ ਜੀ ਦਾ ਜੋਤੀ ਜੋਤ ਵੀ ਆਣਾ। ਅਗਰ ਨਾ ਵੀ ਆਵੇ ਤੇ ਹਰ ਹਫ਼ਤੇ ਦੀਵਾਨ ਸਜਣੇ ਨੇ, ਉਹਨਾਂ ਵਿੱਚ ਵੱਧ ਚੜ੍ਹ ਕੇ ਅਸੀਂ ਹਾਜ਼ਰੀਆਂ ਕਦੇ ਵੀ ਲਗਵਾ ਸਕਦੇ ਹਾਂ। ਇਹ ਸਾਰੇ ਜਿਤਨੇ ਵੀ ਦੂਰ ਦਰੇੜੇ ਦੀ ਸੰਗਤ ਕੋਲੇ ਜਿਹੜਾ ਮੈਸੇਜ ਪਹੁੰਚੇਗਾ, ਅਸੀਂ ਯਤਨ ਕਰੀਏ, ਕਿਉਂਕਿ ਪਿੱਛੇ ਸਾਨੂੰ 2 ਸਾਲ ਬਹੁਤ ਘਾਟਾ ਪਿਆ। ਹੁਣ ਥੋੜ੍ਹੀ ਖੁੱਲ੍ਹ ਮਿਲੀ ਹੈ ਤੇ ਉਸ ਖੁੱਲ੍ਹ ਦਾ ਫਾਇਦਾ ਚੁੱਕ ਲਈਏ। ਤੇ ਗੁਰੂ ਕੋਲੋਂ ਇਹ ਬਖਸ਼ਿਸ਼ਾਂ ਮੰਗੀਏ ਕਿ ਅਸੀਂ ਸਾਰੇ ਵੱਧ ਚੜ੍ਹ ਕੇ ਇੱਥੇ ਹਾਜ਼ਰੀਆਂ ਆਈਏ, ਤੇ ਇੱਥੇ ਰੌਣਕ ਜਿਹੜੀ ਹੈ ਲੱਗੇ, ਪਤਾ ਚੱਲੇ ਕਿ ਅਸੀਂ ਸਤਿਗੁਰਾਂ ਦਾ ਪੁਰਬ ਮਨਾ ਰਹੇ ਹਾਂ, ਬਾਬੇ ਡੇਰੇ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ, ਕੋਠੀ ਸਾਹਿਬ ਦਾ ਦਿਨ ਮਨਾ ਰਹੇ ਹਾਂ। ਇਹ ਜਿਹੜੇ ਦਿਨ ਰੱਖੇ ਗਏ, ਇਹ ਸਾਡੇ ਵਾਸਤੇ ਜਿਹੜੇ ਨੇ ਨਾ ਇੱਕ ਮੌਕਾ ਸਾਨੂੰ ਦਿੰਦੇ ਨੇ ਕਿ ਅਸੀਂ ਗੁਰੂ ਚਰਨਾਂ ਵਿੱਚ ਪਹੁੰਚੀਏ, ਹਾਜ਼ਰੀਆਂ ਲਗਵਾਈਏ ਵੱਧ ਚੜ੍ਹ ਕੇ ਦੂਰ ਵਾਲਿਆਂ ਵਾਸਤੇ। ਤੇ ਹੁਣ ਨੇੜੇ ਵਾਲਿਆਂ ਦੀ ਗੱਲ ਆ ਗਈ ਕਿ ਸੰਗਤਾਂ ਜਦੋਂ ਪੁੱਜਣ ਤੇ ਉਹਨਾਂ ਦੀ ਸੇਵਾ ਵੀ ਜ਼ਰੂਰਤ ਹੈ। ਬਤਰਾ ਜੀ ਨੇ ਕਿਹਾ ਕਿ ਬੱਚਿਆਂ ਨੂੰ ਮੈਂ ਤੇ ਕਹਾਂਗਾ ਪਹਿਲੇ ਅਸੀਂ ਆਪਣੇ ਆਪ ਨੂੰ ਠੀਕ ਕਰ ਲਈਏ। ਅਗਰ ਸਾਡੀਆਂ ਆਪਣੀਆਂ ਹਾਜ਼ਰੀਆਂ ਪਹਿਲੇ ਪੂਰੀਆਂ ਹੋ ਜਾਣਗੀਆਂ ਤੇ ਫਿਰ ਨਾਲ ਬੱਚਿਆਂ ਨੂੰ ਵੀ ਅੰਗਲ ਫੜਾ ਸਕਦੇ ਹਾਂ, ਚਲੋ ਨਾਲ ਸਾਡੇ। ਅਸੀਂ ਇਹ ਨਾ ਸਮਝੀਏ ਕਿ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਅਸੀਂ ਬਾਬੇ ਡੇਰੇ ਸ਼ਕਲ ਦਿਖਾਉਣ ਜਾ ਰਹੇ ਹਾਂ, ਸਿਰਫ ਵੇਖ ਲਵਣ ਸਾਨੂੰ ਕਿ ਸਾਡੀ ਹਾਜ਼ਰੀ ਲੱਗੀ ਹੈ। ਉਸ ਹਾਜ਼ਰੀ ਦਾ ਕੋਲੋਂ ਨਾ ਆਉਣਾ ਬਿਹਤਰ ਜੇ, ਇਸ ਗੱਲ ਨੂੰ ਸਮਝ ਲੈਣਾ। ਇਹ ਸੰਸਾਰਿਕ ਤੌਰ 'ਤੇ ਜੋ ਕੰਮ ਹੁੰਦੇ ਨੇ, ਇਹ ਸ਼ਕਲਾਂ ਉੱਥੇ ਦਿਖਾਈਆਂ ਜਾਂਦੀਆਂ, ਨਾ ਕਿ ਗੁਰੂ ਘਰ ਵਿੱਚ। ਗੁਰੂ ਘਰ ਵਿੱਚ ਸ਼ਕਲ ਨਹੀਂ ਦਿਖਾਈ ਜਾਂਦੀ, ਗੁਰੂ ਦਰ 'ਤੇ ਆ ਕੇ ਹਾਜ਼ਰੀ ਲਗਾਈ ਜਾਂਦੀ ਹੈ।
ਤੇ ਹਾਜ਼ਰੀ ਕਦੋਂ ਲੱਗਦੀ ਹੈ? ਜਦੋਂ ਮੈਂ ਘਰੋਂ ਇਸ ਭਾਵਨਾ ਨਾਲ ਚੱਲਣਾ ਕਿ ਸਤਿਗੁਰ ਜੀ ਮੈਨੂੰ ਆਪਣੀ ਨਿੱਘੀ ਗੋਦ ਬਖਸ਼ੋ, ਜੇ ਮੈਨੂੰ ਟਿਕਾ ਆਵੇ ਮੈਂ ਆਪਦੇ ਦਰ ਤੇ ਕੁਝ ਸਮਾਂ ਗੁਜ਼ਾਰ ਸਕਾਂ। ਉਹ ਜਿਹੜਾ ਸਮਾਂ ਗੁਜ਼ਰੇਗਾ ਸਤਿਗੁਰਾਂ ਦੀ ਕਿਰਪਾ ਨਾਲ, ਉਹਦਾ ਇੱਕ ਆਨੰਦ ਹੀ ਜਿਹੜਾ ਹੈ ਉਹ ਵੱਖਰਾ ਹੋਏਗਾ। ਉਹ ਇੱਕ ਵੱਖਰੇ ਤਰੀਕੇ ਦੀ ਮਿਸਾਲ ਹੋਏਗੀ ਕਿ ਤੁਸੀਂ ਕਦੇ ਰੋਜ਼ ਸਾਲ ਦੇ 365 ਦਿਨ ਆਉਣ ਵਾਲੇ ਵੀ ਇੱਥੇ ਅਜਮਾ ਕੇ ਵੇਖ ਲੈਣਾ। ਅਸੀਂ ਨਿਯਮ ਬਣਾਇਆ ਨਾ, ਨਿਯਮ ਨਾਲ ਕੋਈ ਨਹੀਂ ਬਣਦਾ। ਘਰੋਂ ਜਦੋਂ ਚੱਲੀਏ ਕਹਿੰਦੇ ਸੱਚੇ ਪਾਤਸ਼ਾਹ ਤੇਰੇ ਦਰ ਤੇ ਆ ਰਹੇ ਹਾਂ, ਜ਼ਿਆਦਾ ਵੱਡੀ ਅਰਦਾਸ ਨਹੀਂ ਲੋੜ ਹੁੰਦੀ। ਆਦਮੀ ਆਖੇ ਉਹ ਤੇ ਅੰਤਰਜਾਮੀ ਸਤਿਗੁਰੂ ਹੈ, ਦੋ ਹੱਥ ਜੋੜ ਕੇ ਸਿਰਫ ਖਲੋ ਜਾਓ तो अंतर्जामी सतगुरु मन दियाँ जानना है, मन दियाँ जानना है। आप कृपा करना, आप दे दर से आ रहे हैं, आप साई होना, इतना भी अगर असी कह देंगे ना मन करके तो साड़ी अरदास कबूल हो जाती है। लेकिन देखो जदों कदे औखा वेला आ जाए तो फिर कितनियां अरदासां होंदियां, कितनियां बेनतियां होंदियां, लेकिन ਉਹਦੇ ਵਿੱਚ ਇੱਕ ਸਾਡੀ ਮਜਬੂਰੀ ਨਜ਼ਰ ਆ ਰਹੀ ਹੁੰਦੀ ਹੈ। ਉਹ ਜਿਹੜੀ ਅਸੀਂ ਕਹਿੰਦੇ ਹਾਂ ਭਾਵਨਾ, ਉਹ ਭਾਵਨਾ ਨਹੀਂ ਹੁੰਦੀ, ਉਹ ਮਜਬੂਰੀ ਹੁੰਦੀ ਹੈ। ਭਾਵਨਾ ਕੀ ਹੈ? ਭਾਵਨਾ ਤੇ ਹੈ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੂੰ ਰੱਖੇ, ਤੇਰੀ ਰਜ਼ਾ 'ਚ ਨਹੀਂ ਸੀ ਤੇ ਨਹੀਂ ਪੁੱਜ ਸਕਿਆ, ਆਪ ਜੀ ਨੇ ਕਿਰਪਾ ਕੀਤੀ ਤੇ ਪੁੱਜ ਗਿਆ। ਤੇ ਇੱਥੇ ਬਖਸ਼ਿਸ਼ਾਂ ਮੰਗਣੀਆਂ ਸੱਚੇ ਪਾਤਸ਼ਾਹ। ਇਹ ਜਿਹੜੇ ਦਿਨ ਸ਼ੁਰੂ ਹੋ ਰਹੇ ਨੇ, ਇਹਨਾਂ ਦਿਨਾਂ ਵਿੱਚ ਇਮਤਿਹਾਨਾਂ 'ਚ ਨਾ ਪਾਈ, ਕਿਉਂਕਿ ਅਸੀਂ ਇਮਤਿਹਾਨਾਂ ਵਿੱਚ ਸਦਾ ਹੀ ਫੇਲ ਹਾਂ, ਸਦਾ ਹੀ ਫੇਲ ਹਾਂ। ਕਿ ਅਸੀਂ ਕਿਹੜਾ ਕੌਣ ਲੈ ਰਿਹਾ ਸਾਡਾ ਇਮਤਿਹਾਨ, ਅਸੀਂ ਪਾਸ ਹੋ ਸਕਨੇ ਹਾਂ? ਸੱਚੇ ਪਾਤਸ਼ਾਹ ਨੂੰ ਕਿਸ ਗੱਲ ਦਾ ਅਸੀਂ ਜਵਾਬ ਦੇ ਸਕਦੇ ਹਾਂ? ਮਾਲਕ ਨੂੰ ਅਸੀਂ, ਸਾਡੇ ਕੋਲ ਜਵਾਬ ਹੀ ਨਹੀਂ ਦੇਣ ਵਾਸਤੇ। ਅਸੀਂ ਠੀਕ ਜਾਂ ਗਲਤ ਨੂੰ ਨਹੀਂ ਗਿਣ ਰਹੇ। ਆਪਣੇ ਮਾਲਕ ਨਾਲ ਕਹਿੰਦੇ ਨੇ ਅੱਖ ਵੀ ਨਹੀਂ ਮਿਲਾਣੀ ਚਾਹੀਦੀ। ਜੋ ਪੁਰਾਣਾ ਇਤਿਹਾਸ ਸੀ, ਕਹਿੰਦੇ ਆਪਣੇ ਮਾਲਕ ਨਾਲ ਅੱਖ ਵੀ ਨਾ ਮਿਲਾਓ, ਸਿਰਫ ਥੱਲੇ ਉਹਨਾਂ ਦੇ ਚਰਨਾਂ ਵਿੱਚ ਵੇਖਦੇ ਰਹੋ। ਜੇ ਬਖਸ਼ਿਸ਼ਾਂ ਉਧਰੋਂ ਆਉਂਦੀਆਂ ਰਵਣ ਸਾਡੇ ਵਿੱਚ, ਨਿਗਾਹ ਤੇ ਉਹਨਾਂ ਦੀ ਪੈਂਦੀ ਰਵੇ, ਪਤਾ ਨਾ ਚੱਲੇ। ਤੇ ਗੁਰੂ ਕੋਲੋਂ ਇੱਥੇ ਅਸੀਂ ਬਖਸ਼ਿਸ਼ਾਂ ਮੰਗਣੇ ਆਨੇ ਆ ਤੇ ਸੱਚੇ ਪਾਤਸ਼ਾਹ ਕੋਲੋਂ ਇਹ ਮੰਗੀਏ। ਇਹ ਜਿਹੜਾ ਮੌਕਾ ਮਿਲਿਆ ਹੈ, ਬਤਰਾ ਜੀ ਨੇ ਕਿਹਾ ਨਾ, ਇਹ ਜਿਹੜਾ ਸ਼ਬਦ ਅਬ ਕੀ ਬਾਰ ਬਖਸ਼ ਬੰਦੇ ਕੋ ਹੋਰ ਨਾ ਭੋਜਲ ਫੇਰਾ, ਇਹ ਸ਼ਬਦ ਦੀ ਗੱਲ ਕੀਤੀ ਨਾ ਕਿ ਇਹ ਮਰਨੇ ਵਕਤ, ਇਹ ਬਿਲਕੁਲ ਸਹੀ ਕਿਹਾ। ਇਹ ਮਰਨੇ ਵਕਤ ਤੇ ਜਦੋਂ ਜ਼ਰੂਰ ਅਸੀਂ ਪੜ੍ਹਨੇ ਆ, ਲੇਕਿਨ ਇਹ ਚੀਜ਼ ਦਾ ਸਾਨੂੰ ਮਰਨੇ ਤੋਂ ਬਾਅਦ ਸਾਡੇ ਪਿੱਛੇ ਪੜਿਆ ਜਾਵੇ ਤੇ ਇਹਦਾ ਅਰਥ ਸਮਝ ਆਵੇ ਤੇ ਉਸਦੀ ਕੋਈ ਵੈਲਿਊ ਨਹੀਂ। 84 ਲੱਖ ਜੂਨਾਂ ਅੰਦਰ ਇੱਕ ਜੂਨ ਇਨਸਾਨ ਦੀ ਹੋਈ ਹੈ। ਅਸੀਂ ਇਹ ਨਾ ਕਹਿਣਾ ਕਿ ਅਸੀਂ ਇਨਸਾਨ ਹਾਂ ਤੇ ਅਸੀਂ ਜੂਨੀ, ਇਹ ਵੀ ਜੂਨੀ ਭੁਗਤ ਰਹੇ ਹਾਂ। ਔਰ ਇੱਕ ਇਹ ਪਰਮਾਤਮਾ ਨੇ ਸਾਨੂੰ ਇਹ ਦਿੱਤੀ ਹੈ ਕਿ 84 ਲੱਖ ਵਿੱਚੋਂ ਇੱਕ ਵਾਰ ਕਹਿੰਦੇ ਨਾ, ਹੁਣ ਪਤਾ ਨਹੀਂ ਸੀ ਅੱਗੇ ਕਿਤਨੀਆਂ ਤੇ ਪਤਾ ਨਹੀਂ ਪਿੱਛੇ ਕਿਤਨੀਆਂ ਭੁਗਤ ਕੇ ਆਏ ਆ, ਇਹ ਵੀ ਨਹੀਂ ਪਤਾ, ਤੇ ਕਿਤਨੀਆਂ ਬਾਕੀ ਰਹਿ ਗਈਆਂ ਨੇ ਵੀ ਨਹੀਂ ਪਤਾ। ਲੇਕਿਨ ਗੁਰੂ ਮਹਾਰਾਜ ਨੇ ਇਹ ਕਿਹਾ ਹੈ ਕਿ ਇਸ ਜੂਨੀ ਅੰਦਰ ਆ ਕੇ ਆਪਣੇ ਆਪ ਨੂੰ ਬਖਸ਼ਵਾਉਣ ਦਾ ਤੁਹਾਡੇ ਕੋਲ ਇੱਕ ਮੌਕਾ ਤੁਹਾਨੂੰ ਦਿੱਤਾ ਜਾਂਦਾ ਹੈ। ਉਹ ਜਿਹੜਾ ਮੌਕਾ ਦਿੱਤਾ ਜਾਂਦਾ ਹੈ ਸਤਿਗੁਰਾਂ ਦੀ ਗੋਦ 'ਚ ਬਹਿ ਕੇ, ਉਹ ਜਿਹੜੀ ਬਾਣੀ ਜਪੀ ਗਈ, ਜਿਹੜਾ ਨਾਮ ਜਪਿਆ ਗਿਆ, ਉਹ ਜਿਹੜਾ ਸਾਡੇ ਬੈਂਕ ਬੈਲੈਂਸ ਬਣੇ ਸੱਚੇ, ਸੰਸਾਰਿਕ ਨਹੀਂ। ਸੰਸਾਰਿਕ ਦੇ ਤੁਹਾਨੂੰ ਦੱਸਾਂ, ਸੰਸਾਰਿਕ ਸਾਡਾ ਹੈ ਹੀ ਨਹੀਂ। ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਸੰਸਾਰਿਕ ਬੈਂਕ ਬੈਲੈਂਸ ਅਸੀਂ ਭੁਲੇਖੇ ਵਿੱਚ ਹਾਂ ਕਿ ਸਾਡਾ ਹੈ।
ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਕਿਸ ਪਲ ਕਿਸ ਦੀ ਫੂਕ ਕਦੋਂ ਨਿਕਲ ਜਾਵੇ। ਵੱਡੇ ਜਾਂ ਛੋਟੇ ਦਾ ਸਵਾਲ ਨਹੀਂ ਹੈ, ਲੇਕਿਨ ਉਹਦੀ ਜਮਾ ਪੂੰਜੀ ਉਹਦੇ ਵਾਰਿਸ ਹੈਗੇ ਨੇ, ਉਹ ਲੈ ਜਾਣਗੇ। ਲੇਕਿਨ ਸਾਡੇ ਦੁਆਰਾ ਕਮਾਇਆ ਗਿਆ ਧਨ, ਜਿਸ ਵਿੱਚ ਨਾ ਅਸੀਂ ਪੁੱਤਰ ਨੂੰ ਦੇ ਸਕਨੇ ਹਾਂ ਤੇ ਨਾ ਆਪਣੇ ਵੱਡੇ ਨੂੰ ਦੇ ਸਕਨੇ ਹਾਂ, ਉਹ ਸਾਡੀ ਆਪਣੀ ਕਮਾਈ ਆਪਣੇ ਵਾਸਤੇ ਅਸੀਂ ਰੱਖੀ ਕਿ ਜਿਹੜਾ ਸਾਡਾ ਅੰਤ ਵੇਲੇ ਭਲਾ ਕਰੇਗੀ ਤੇ ਉਸ ਟਾਈਮ ਤੇ ਸਾਨੂੰ ਇਹ ਬਖਸ਼ਵਾਏਗੀ ਤੇ ਇਹ ਕੀਤਾ ਇਕੱਠਾ ਧਨ ਸਾਨੂੰ ਬਚਾਏਗਾ। ਤੇ ਇਸ ਜੂਨੀ ਵਿੱਚ ਕਹਿੰਦੇ ਨਾ ਬੋਰ ਨਾ ਭੋਜਲ ਫੇਰਾ, ਫਿਰ ਇਹਨਾਂ ਭੋਜਲ ਦੇ ਫੇਰਿਆਂ ਵਿੱਚ ਅਸੀਂ ਨਹੀਂ ਪਵਾਂਗੇ, ਮੁਕਤੀ ਮਿਲੇਗੀ ਸਾਨੂੰ, ਇਹ ਜੂਨੀਆਂ ਤੋਂ ਮੁਕਤੀ ਮਿਲ ਜਾਣੀ ਹੈ। ਫਿਰ ਇਹ ਨਹੀਂ ਕਿ ਅਸੀਂ ਇਸ ਜੂਨੀ 'ਚ ਵੀ ਨਹੀਂ ਆਉਣਾ। ਗੁਰੂ ਮਹਾਰਾਜ ਦੇ ਜਿਹੜਾ ਚਰਨਾਂ 'ਚ ਪਹੁੰਚ ਗਿਆ ਉਹ ਜੂਨੀਆਂ ਤੋਂ ਮੁਕਤ ਹੋ ਗਿਆ, ਉਹ ਇੱਕ ਅਲੱਗ ਦੁਨੀਆ ਹੈ, ਇੱਕ ਅਲੱਗ ਸੰਸਾਰ ਹੈ। ਇਹ ਗੁਰੂ ਕੋਲੋਂ ਇਹ ਬਖਸ਼ਿਸ਼ਾਂ ਅਸੀਂ ਇੱਥੇ ਮੰਗਣੇ ਆਏ ਹਾਂ ਤੇ ਇਹ ਮੌਕਾ ਇਸ ਤੋਂ ਵਧੀਆ ਜੀਵਨ ਅੰਦਰ ਕੋਈ ਨਹੀਂ ਮਿਲ ਸਕਦਾ। ਸਾਖੀਆਂ ਸਤਿਗੁਰਾਂ ਨੇ ਸਮਝਾਈਆਂ ਸਾਨੂੰ। ਸਤਿਗੁਰ ਭਗਵਾਨ ਦਾਸ ਸਾਹਿਬ ਭਗਤ ਰਵੇਲ ਸਿੰਘ ਦੀ ਸਾਖੀ ਕਿਤਨੀ ਵਾਰ ਦੁਹਰਾਈ ਗਈ, ਸਰਦਾਰ ਰਵੇਲ ਸਿੰਘ ਜੀ ਦੀ ਸਾਖੀ ਕਿਤਨੀ ਵਾਰ ਦੁਹਰਾਈ ਗਈ। ਹਾਕੀ ਖੇਡਦੇ ਸਨ, ਕਿਤਨੀ ਵਾਰ ਬਤਰਾਈ ਨੇ ਸਮਝਾਈ ਸੀ। ਹੋਰ ਸੰਗਤ ਵਿੱਚ ਕੀਰਤਨ ਵਿੱਚ ਕਿਤਨੀ ਵਾਰ ਹੋਈ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਫਿਰ ਸਤਿਗੁਰ ਸੇਵਾ ਰਾਮ ਜੀ ਦਾ ਵਕਤ ਆਇਆ ਤੇ ਉਹਨਾਂ ਨੇ ਵੀ ਸਮਝਾਇਆ। ਤੇ ਇਹ ਸਾਰੀਆਂ ਜਿਹੜੀਆਂ ਸਾਖੀਆਂ ਨੇ ਸਾਨੂੰ ਸਮਝਾਉਣ ਵਾਸਤੇ ਕੀ ਨੇ ਕਿ ਸਾਡੇ ਜੀਵਨ ਅੰਦਰ ਸਾਡੀ ਚਲਤ ਵਿੱਚ ਪਰਿਵਰਤਨ ਆਵੇ। ਤੇ ਇੱਥੇ ਜਿਹੜਾ ਸੇਵਾ ਦਾ ਹੁਣ ਇਹ ਜਿਹੜੀ ਅੰਮ੍ਰਿਤ ਵਰਖਾ ਹੋਣੀ ਹੈ ਉਹ ਸਾਡੀ ਝੋਲੀ 'ਚ ਵੱਧ ਚੜ ਕੇ ਪਵੇ। ਅਸੀਂ ਸਾਰੇ ਯਤਨ ਕਰੀਏ ਜਿਤਨੇ ਵੀ ਹਨ। ਬਤਰਾ ਜੀ ਨੇ ਇੱਕ ਗੱਲ ਬੜੀ ਚੰਗੀ ਕਹੀ, ਮੈਂ ਉਹਨਾਂ ਦਾ ਵੀ ਕਸੂਰ ਨਹੀਂ ਕਹਿੰਦਾ। ਕਈ ਹੁੰਦੇ ਨੇ ਜਿਨ੍ਹਾਂ ਨੂੰ ਇਹ ਆਦਤ ਹੁੰਦੀ ਹੈ ਥੋੜ੍ਹਾ ਜ਼ਿਆਦਾ ਬੋਲਦੇ ਨੇ, ਲੇਕਿਨ ਉਹ ਬੋਲਣ ਲੇਕਿਨ ਇਹ ਵੇਖਣ ਕਿ ਇਹ ਜਗ੍ਹਾ ਮੇਰੀ ਬੋਲਣੇ ਦੀ ਨਹੀਂ ਹੈਗੀ। ਇੱਥੇ ਮੈਂ ਬਿਰਤੀ ਖਰਾਬ ਨਹੀਂ ਕਰਨੇ ਆਇਆ, ਇੱਥੇ ਤੇ ਮੈਂ ਆਪਣੀ ਬਿਰਤੀ ਬਣਾਉਣ ਆਇਆ। ਤੇ ਦੂਜੇ ਨੂੰ ਵੀ ਕੁਝ ਨਾ ਕਹਣ, ਇਤਨਾ ਜ਼ਰੂਰ ਕਹਣ ਕਿ ਮੈਂ ਬਾਬੇ ਡੇਰੇ ਆਇਆ ਵਾਂ, ਤੁਸੀਂ ਸੇਵਾ ਕਰਦੇ ਆਏ ਹੋ। ਕੋਈ ਐਸੀ ਸੇਵਾ ਹੈ ਜਿਹੜੀ ਮੈਂ 1 ਘੰਟਾ ਇੱਥੇ ਰੁਕਿਆ ਵਾਂ ਮੈਂ ਕਰ ਸਕਦਾ, ਤੇ ਉਹ ਮੈਨੂੰ ਦੇ ਦਿਓ ਤਾਂ ਕਿ ਮੇਰੀ 1 ਘੰਟਾ ਸੇਵਾ ਵੀ ਹੁੰਦੀ ਰਹੇ, ਮੂੰਹ ਤੋਂ ਸਤਿਗੁਰਾਂ ਦਾ ਨਾਮ ਵੀ ਜਪਿਆ ਜਾਵੇ, ਕੰਨ ਵਿੱਚ ਬਾਣੀ ਵੀ ਚੱਲ ਰਹੀ ਹੋਵੇ, ਉਹ ਵੀ ਪੈਂਦੀ ਰਹੇ। ਤੇ ਦੇਖੋ ਸਾਰਿਆਂ ਪਾਸੋਂ ਪਵਿੱਤਰ ਹੋ ਗਏ, ਹੱਥ ਵੀ ਚੱਲ ਰਹੇ ਨੇ, ਜੀਭਾ ਵੀ ਚੱਲ ਰਹੀ ਹੈ, ਕੰਨ ਵੀ ਸੁਣ ਰਹੇ ਨੇ, ਅੱਖਾਂ ਵੀ ਵੇਖ ਰਹੀਆਂ ਨੇ, ਸਭ ਕੁਝ ਪਵਿੱਤਰ ਹੋ ਗਿਆ ਸਾਡਾ। ਇੱਥੇ ਆਨੇ ਇਸ ਵਾਸਤੇ ਹਾਂ, ਆਪਣੇ ਆਪ ਨੂੰ ਠੀਕ ਕਰਨੇ ਵਾਸਤੇ। ਉਹਨਾਂ ਨੂੰ ਕਸੂਰ ਨਹੀਂ ਕਹਿੰਦਾ, ਲੇਕਿਨ ਬੇਨਤੀ ਕਰਨਾ ਵਾ ਕਿ ਆਪਣੇ ਸੁਭਾਅ 'ਚ ਫਰਕ ਲਿਆਓ, ਤਾਂ ਕਿ ਇਹ ਜਿਹੜਾ ਐਤਕੀ ਕਹੀ ਗਈ ਹੈ ਨਾ, ਅਗਲੀ ਵਾਰ ਇਹ ਬਦਰਾ ਜਿੰਨ ਕਹਿੰਦੇ ਨਾ 20 ਚੀਜ਼ਾਂ ਨੇ ਤੇ 20 'ਚ ਇਹ ਕਵਨ ਇੱਕ ਚੀਜ਼ ਇਹ ਕੱਟੀ ਗਈ ਹੈ, 19 ਰਹਿ ਗਈਆਂ ਜਾਂ 18 ਰਹਿ ਗਈਆਂ। ਇਹ ਚੀਜ਼ਾਂ ਕਿਉਂਕਿ ਇੱਕ ਗੱਲ ਕੀਤੀ, ਇਹ ਸ਼ੁਰੂ ਤੋਂ ਕਹਿੰਦੇ ਆ ਕਿ ਅਸੀਂ ਇੱਥੇ ਬੇਫਿਕਰੀ ਲੈਣਾ ਨੇ ਆ, ਉਤਨੀ ਲਿਆਈਏ ਲੋੜ ਅਨੁਸਾਰ ਚੀਜ਼ ਜਿਤਨੀ ਲੋੜ ਹੋਵੇ, ਜੇ ਬਾਅਦ ਵਿੱਚ ਪਛਤਾਣਾ ਹੀ ਨਾ ਪਵੇ। ਮੇਰੀ ਗੱਲ ਨੂੰ ਸਾਰੇ ਭਲੀ ਪ੍ਰਕਾਰ ਸਮਝ ਰਹੀਆਂ, ਮਾਈਆਂ ਵੀ ਤੇ ਭਾਈ ਵੀ। ਤੇ ਇੱਕ ਬੇਨਤੀ 2 ਹੱਥ ਜੋੜ ਕੇ, ਕਿਉਂਕਿ ਬਹੁਤ ਸਾਲ ਪਹਿਲੇ ਜਦੋਂ ਚੱਕਰ ਚੱਲਦਾ ਹੈ ਨਾ, ਤੇ ਕੁਝ
ਕਹਿੰਦੇ ਨੇ ਕਿ ਹੁਣ ਸਾਨੂੰ ਕੰਨ ਖਿੱਚਣੇ ਵਾਲਾ ਕੋਈ ਨਹੀਂ ਰਿਹਾ। ਉਹ ਗੱਲ ਨਾ ਹੋਵੇ ਕਿ ਕੰਨ ਪਕੜਨੇ ਤੱਕ ਨੌਬਤ ਆ ਜਾਵੇ। ਲੇਕਿਨ ਅੱਜ ਕਹਿੰਦੇ ਨੇ ਕਿ ਬੱਚਿਆਂ ਨੂੰ ਮਾਵਾਂ ਹੀ ਨਹੀਂ ਕੰਨ ਪਕੜਨੇ ਦੇਣੀਆਂ। ਬੱਚੇ ਸਾਡੇ ਹੱਥੋਂ ਨਿਕਲ ਰਹੇ ਨੇ ਕਿਉਂਕਿ ਉਹਨਾਂ ਦੇ ਕੰਨ ਨਹੀਂ ਪਕੜੀ ਰਹੇ। ਅੱਜ ਅਸੀਂ ਜਿਨ ਕਹਿੰਦੇ ਹਾਂ 60 ਸਾਲ ਵਾਲੇ, 55 ਸਾਲ ਵਾਲੇ, 70 ਸਾਲ ਵਾਲੇ, ਕਿਤਨੀ ਮਾਰ ਪਈ ਹੈ ਸਾਡੇ ਲੋਕਾਂ ਨੂੰ। ਅੱਜ ਸਟੇਜ ਤੋਂ ਕਹਿ ਰਹੇ ਹਾਂ, ਸਕੂਲ ਵਿੱਚ ਵੀ ਪੈਂਦੀ ਸੀ, ਘਰ ਵਿੱਚ ਵੀ ਪੈਂਦੀ ਸੀ। ਠੀਕ ਹੈ, ਹੁਣ ਸਭ ਕੁਝ ਕੰਟਰੋਲ ਵਿੱਚ ਹੋ ਗਿਆ, ਗੁੱਸੇ ਕੰਟਰੋਲ ਵਿੱਚ ਹੋ ਗਏ ਨੇ, ਨਹੀਂ ਹੈ। ਲੇਕਿਨ ਇਤਨੀ ਵੀ ਲਾਪਰਵਾਹੀ ਨਾ ਹੋਵੇ ਕਿ ਬੱਚੇ ਹੱਥੋਂ ਨਿਕਲ ਜਾਣ। ਅੱਖ ਦਾ ਡਰ ਜ਼ਰੂਰ ਹੋਵੇ ਬੱਚਿਆਂ ਤੇ, ਇਤਨਾ ਰੋਬ ਜ਼ਰੂਰ ਹੋਵੇ। ਬੱਚਿਆਂ ਦੀ ਧੌਂਸ ਤੋਂ ਡਰਨੇ ਦੀ ਲੋੜ ਕੋਈ ਨਹੀਂ। ਬੱਚੇ ਖਰਾਬ ਹੋਈ ਹੋਏ ਨੇ ਜਿਨ੍ਹਾਂ ਨੇ ਮਾਂ ਪਿਓ ਨੇ ਉਹਨਾਂ ਦੇ ਅੱਗੇ ਸਰੈਂਡਰ ਕੀਤਾ। ਨੋਟ ਕਰਕੇ ਵੇਖ ਲਓ, ਇਹ ਮੇਰਾ ਬੱਚਾ ਮੇਰੇ ਕੰਟਰੋਲ ਵਿੱਚ ਨਹੀਂ ਹੈਗਾ। ਬੱਚਾ ਉਸ ਦਾ ਕੰਟਰੋਲ ਵਿੱਚ ਨਹੀਂ ਹੈਗਾ ਜਿਨ੍ਹਾਂ ਮਾਂ ਪਿਓ ਨੇ, ਔਰ ਉਹਦੇ ਵੀ ਕਸੂਰਵਾਰ ਮਾਂ ਪਿਓ ਨੇ, ਕਿਉਂਕਿ ਸ਼ੁਰੂ ਤੋਂ ਛੂਟਾਂ ਦਿੱਤੀਆਂ, ਫਿਰ ਸਖਤੀਆਂ ਕਰਨ ਲੱਗੇ ਤੇ ਉਹ ਕਾਬੂ ਨਾ ਹੋਏ। ਤੇ ਕਾਬੂ ਨਾ ਹੋਏ ਤੇ ਹੁਣ ਉਹਨਾਂ ਤੇ ਰੋਪ ਪਾਉਂਦੇ ਨੇ ਤੇ ਮਾਂ ਪਿਓ ਝੁਕਦੇ ਨੇ ਤੇ ਬੱਚੇ ਆਪਣੀ ਮਨਮਾਨੀਆਂ ਕਰਦੇ ਨੇ। ਇਹ ਸਿਸਟਮ ਨੂੰ ਅਸੀਂ ਆਪ ਰੱਖਣਾ ਹੈ। ਲੋਕਾਂ ਦੇ ਘਰਾਂ 'ਚ ਕੀ ਹੁੰਦਾ ਸਾਨੂੰ ਕੋਈ ਮਤਲਬ ਨਹੀਂ ਹੈ। ਇਹ ਨਹੀਂ ਕਿ ਅਸੀਂ ਮਾਰ ਪਿਟਾਈ ਕਰਨੀ ਹੈ, ਬੱਚਿਆਂ ਤੇ ਹੱਥ ਚੁੱਕਣਾ ਹੈ, ਲੇਕਿਨ ਇੱਕ ਡਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਬੱਚਾ ਨਿਯਮ ਵਿੱਚ ਰਵੇ, ਕੰਟਰੋਲ ਵਿੱਚ ਰਵੇ। ਜੋ ਇੱਕ ਜੀਵਨ ਦੇ ਸਾਡੇ ਅਸੂਲ ਬਣੇ ਨੇ ਉਹਦੇ ਮੁਤਾਬਕ ਜੀਵਨ ਜੀਵੇ। ਤੇ ਕਿਉਂ ਦੇ ਵਾਸਤੇ ਹੁਣ ਮੈਂ ਕਹਾਂਗਾ ਸਾਡੇ ਤੋਂ ਜਿਹੜੇ 10 15 20 ਸਾਲ ਛੋਟੇ ਨੇ ਤੇ ਸਾਡੇ ਬੱਚਿਆਂ ਮੁਤਾਬਕ ਹੀ ਹੋ ਗਏ। ਅਸੀਂ 70 ਦੇ ਨੇੜੇ ਪਹੁੰਚ ਗਏ ਤੇ ਸਮਝੋ 50 ਵਾਲਿਆਂ ਨੂੰ ਵੀ 45 ਵਾਲਿਆਂ ਨੂੰ ਵੀ ਬੱਚਾ ਪੁੱਤਰ ਕਰ ਸਕਦੇ ਹਾਂ। ਪਹਿਲੇ ਵੇਖਦੇ ਸਾਂ, ਪੁਰਾਣਾ ਜ਼ਮਾਨਾ ਸੀ, ਅਗਰ ਦੋ ਭਰਾਵਾਂ 'ਚ ਵੀ 2-3 ਸਾਲ ਦਾ ਫਰਕ ਹੋਵੇ ਨਾ ਤੇ ਵੀਰ ਜੀ ਕਹਿੰਦੇ ਸਨ ਤੇ ਪੈਰੀ ਹੱਥ ਲਾਉਂਦੇ ਸਨ। ਅੱਜ ਉਹ ਸੰਸਕਾਰ ਹੈ ਹੀ ਨਹੀਂ। ਇਹਨਾਂ ਚੀਜ਼ਾਂ ਦੀ ਕਮੀ ਹੋ ਗਈ ਕਿਉਂਕਿ ਉਹ ਸਾਡੇ ਬੱਚਿਆਂ ਨੇ ਵੇਖਿਆ ਹੀ ਨਹੀਂ। ਅਗਰ ਸਾਡੇ ਬੱਚਿਆਂ ਨੇ ਇਹ ਚੀਜ਼ਾਂ ਵੇਖੀਆਂ ਹੁੰਦੀਆਂ ਤੇ ਉਹਨਾਂ ਨੂੰ ਵੀ ਪਤਾ ਕਰਨਾ ਸੀ ਕਿ ਇਹ ਵੱਡਿਆਂ ਦਾ ਕਿਤਨਾ ਆਦਰ ਕਿਸ ਤਰ੍ਹਾਂ ਹੁੰਦਾ। ਤੇ ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਇਸ ਟਾਈਮ ਸਾਨੂੰ ਕਹਿਣਾ ਮਤਲਬ ਕਿ ਮਾਡਰਨ ਅਸੀਂ ਜ਼ਰੂਰ ਹੋਈ ਜਾ ਰਹੇ ਹਾਂ, ਲੇਕਿਨ ਸਾਡੇ ਬੱਚਿਆਂ 'ਚ ਸੰਸਕਾਰ ਖਤਮ ਹੋਈ ਜਾ ਰਹੇ ਹਨ। ਅਸੀਂ ਉਹਨਾਂ ਨੂੰ ਸੰਸਕਾਰ ਦੇਈਏ, ਸਿਖਾਈਏ, ਉਹਨਾਂ ਨੂੰ ਤਹਿਜ਼ੀਬ ਸਿਖਾਈਏ, ਸਾਡਾ ਜੀਵਨ ਕਿਸ ਤਰ੍ਹਾਂ ਚੱਲਣਾ ਚਾਹੀਦਾ, ਗੁਰੂ ਘਰ ਦੀਆਂ ਮਰਿਆਦਾ ਕੀ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਗੁਰੂ ਘਰ ਦੀਆਂ ਮਰਿਆਦਾ ਦੇ ਬਾਰੇ ਜਦੋਂ ਉਹਨਾਂ ਦੇ ਅੰਦਰ ਇਹ ਗੱਲ ਬਚਪਨ ਵਿੱਚ ਹੀ ਪੈ ਜਾਏਗੀ ਕਿ ਗੁਰੂ ਘਰ ਦੀ ਇਹ ਮਰਿਆਦਾ ਹੈ, ਉਹ ਮਰਿਆਦਾ ਤੋਂ ਉਲਟ ਕਦੇ ਨਹੀਂ ਜਾਏਗਾ। ਕਹਿ ਦਿੰਦੇ ਨੇ 10 ਸਾਲ ਹੋ ਗਿਆ ਜੀ ਬੱਚਾ ਇਸ ਦਾ ਕੰਮ ਕਰ ਦਿਓ, 12 ਸਾਲ ਦਾ ਹੋ ਗਿਆ, ਸਾਡੇ ਪਰਿਵਾਰ ਵਿੱਚ ਕੋਈ ਨੂੰਹ ਆਈ ਹੈ, ਕੋਈ ਸਾਡਾ ਜਵਾਈ ਆਇਆ, ਸਿਫਾਰਿਸ਼ਾਂ ਬੜੀਆਂ ਕਰਦੇ ਨੇ। ਲੇਕਿਨ ਉਹਨਾਂ ਬੱਚਿਆਂ ਨੂੰ ਥੋੜ੍ਹੀ ਜਿਹੀ ਇਹ ਕਹਿਣ ਦੀ ਵੀ ਹਿੰਮਤ ਰੱਖੋ ਕਿ ਬਈ ਖਾਣੇ ਪੀਣੇ ਤੱਕ ਸੀਮਿਤ ਨਹੀਂ ਹੈਗਾ। ਇਹ ਜਿਹੜੀਆਂ ਮਰਿਆਦਾ ਅਸੀਂ ਕਹਿ ਦਿੰਦੇ ਹਾਂ ਉਹ ਆਪ ਹੀ ਸੁਣਾ ਦਿੰਦੇ ਨੇ ਉਹਨਾਂ ਨੂੰ ਰਹਿਣੀਆਂ। ਇਹ ਤੈਨੂੰ ਕਰਨਾ ਪਏਗਾ, ਉੱਥੇ ਤੱਕ ਸੀਮਤ ਨਹੀਂ ਹੈਗਾ। ਨਾਮ ਅਗਰ ਲਿੱਤਾ ਤੇ ਉਹਨੂੰ ਜਪਣਾ ਵੀ ਪਏਗਾ, ਸੰਦੂਕ ਵਿੱਚ ਰੱਖਣੇ ਦੀ ਚੀਜ਼ ਨਹੀਂ ਹੈਗੀ। ਸਾਡੀਆਂ ਬੱਚੀਆਂ ਜਿਹੜੀਆਂ ਨੂੰਹਾਂ ਇਹਨਾਂ ਘਰਾਂ 'ਚ ਸਾਡੇ ਆਉਂਦੀਆਂ ਨੇ ਉਹ ਸਾਡੀਆਂ ਧੀਆਂ ਨੇ, ਬੱਚੀਆਂ ਨੇ ਸਾਡੀਆਂ। ਉਹਨਾਂ ਵਾਸਤੇ ਬੇਨਤੀ ਹੈ ਆਪਣਾ ਤੁਹਾਡਾ ਜੀਵਨ, ਕਿਉਂਕਿ ਨੂੰਹਾਂ ਜਿਹੜੀਆਂ ਨਵੀਆਂ ਆਈਆਂ ਕਹਿੰਦੇ ਉਹ ਸਾਡੀਆਂ ਧੀਆਂ ਨੇ, ਉਹਨਾਂ ਨੂੰ ਤੁਸੀਂ ਪਰਿਵਾਰ ਨਾਲ ਜੋੜਨੇ ਲੱਗੇ ਹੋ ਤੇ ਫਿਰ ਅੱਗੋਂ ਜਿਹੜੇ ਪਰਿਵਾਰ ਆਣੇ ਨੇ, ਵਧਨੇ ਨੇ ਜਿਹੜੇ ਪਰਿਵਾਰ, ਪਹਿਲੇ ਆਪਣੇ ਬੱਚਿਆਂ 'ਚ ਸੰਸਕਾਰ ਵੰਡਾਂਗੇ ਤੇ ਅੱਗੋਂ ਤਾਂ ਹੀ ਬੱਚਿਆਂ ਵਿੱਚ ਜਾਣਗੇ। ਇਹ ਸਾਰੀਆਂ ਚੀਜ਼ਾਂ ਵੇਖੀਏ।
ਤੇ ਦੋ ਹੱਥ ਜੋੜ ਕੇ ਬੇਨਤੀ ਕਿ ਪੁਰਾਣਾ ਵਕਤ ਸੀ, ਫਿਰ ਜਿਹੜੀ ਗੱਲ ਕੀਤੀ ਸੀ ਕਿ ਸਖਤੀ ਦੀ, ਸਖਤੀਆਂ ਤਾਂ ਜ਼ਰੂਰ ਕਰਾਂਗੇ। ਇਹ ਨਾ ਹੋਵੇ ਕਿ ਚਾਰ ਆਦਮੀਆਂ ਵਿੱਚ ਕਿਸੇ ਨੂੰ ਪਕੜ ਕੇ ਟੋਕ ਦਿੱਤਾ ਜਾਵੇ ਤੇ ਉਹ ਕਵੇ ਮੇਰੀ ਬੇਇੱਜ਼ਤੀ ਹੋਈ ਹੈ। ਅਗਰ ਗੁਰੂ ਘਰ ਵਿੱਚ ਆ ਕੇ ਗੁਰੂ ਘਰ ਦੀ ਮਰਿਆਦਾ ਭੰਗ ਹੋਏਗੀ ਤੇ 100 ਆਦਮੀਆਂ 'ਚ ਵੀ ਆਖਣਾ ਪਏਗਾ ਤੇ ਕੰਨ ਪਕੜ ਲਿੱਤਾ ਜਾਏਗਾ। ਨਾ ਉਮਰ ਦਾ ਖਿਆਲ ਤੇ ਦੇਖਿਆ ਜਾਏਗਾ, ਵੱਡੇ ਛੋਟੇ ਦਾ। ਕੋਈ ਇਹ ਕਹਿ ਦੇਵੇ ਮੈਂ ਨਹੀਂ ਆਉਣਾ ਤੇ ਸਾਡੇ ਦੋ ਹੱਥ ਜੁੜੇ ਹੋਏ ਨੇ, ਬੇਸ਼ੱਕ ਨਾ ਹੋ, ਲੇਕਿਨ ਆਉਣਾ ਹੈ ਤੇ ਮਰਿਆਦਾ ਵਿੱਚ ਰਹਿ ਕੇ ਇੱਥੇ ਤੁਹਾਨੂੰ ਸਾਰੇ ਕੰਮ ਕਰਨੇ ਪੈਣਗੇ। ਇਹ ਲਾਣੇ ਪਾਣੇ ਦਾ ਜਿਹੜਾ ਹੈ ਪੂਰੀ ਤਰ੍ਹਾਂ ਸਰੀਰ ਢੱਕੇ ਹੋਏ ਚਾਹੀਦੇ ਨੇ, ਪੂਰੀ ਤਰ੍ਹਾਂ, ਭਾਵੇਂ ਆਦਮੀ ਹੋਵਨ, ਭਾਵੇਂ ਮਾਈਆਂ ਹੋਵਨ, ਭਾਵੇਂ ਭਾਈ ਹੋਵਨ। ਇਹ ਨਹੀਂ ਕਿ ਆਪ ਆ ਜਾਂਦੇ ਹੋ ਤੇ ਬੱਚਿਆਂ ਨੂੰ, ਬੱਚਿਆਂ ਦੇ ਵੀ ਕੱਪੜੇ ਗੁਰਪੁਰਬ ਤੇ ਆਓ ਤੇ ਪੂਰੀ ਤਰ੍ਹਾਂ ਪਵਾ ਕੇ ਲਿਆਓ। ਅੱਧੇ ਸਰੀਰ ਨੰਗੇ ਨਹੀਂ ਚਾਹੀਦੇ, ਭਾਵੇਂ 2 ਸਾਲ ਦਾ ਬੱਚਾ ਆਵੇ, ਕਿਉਂਕਿ ਆਦਤਾਂ ਜਦੋਂ ਪਤਾ ਹੋਣਗੀਆਂ ਨਾ 2 ਸਾਲ ਦੇ ਬੱਚੇ ਨੂੰ ਵੀ ਇਹ ਚਿੱਟੇ ਕੱਪੜੇ ਪਾ ਕੇ ਜਾਣੇ ਨੇ। ਕਾਟਨ ਦੀ ਪਤਲੀ ਲੈ ਕੇ ਦਿਓ ਨਾ ਚੀਜ਼, ਮਾਵਾਂ ਸੂਟ ਸਵਾ ਦੇਣਗੀਆਂ, ਕੁੜਤੇ ਪਜਾਮੇ ਪਵਾ ਦੇਣਗੀਆਂ, ਲੇਕਿਨ ਉਹਨਾਂ ਨੂੰ ਇਹ ਜਾਂਚ ਨਹੀਂ ਕਿ ਬੱਚੇ ਦਾ ਸਿਰ ਢੱਕਣਾ ਕਿ ਨਹੀਂ ਢੱਕਣਾ। ਗੁਰੂ ਘਰ ਦੇ ਅੰਦਰ ਯਤਨ ਕਰੋ ਕਿ 2 ਸਾਲ ਕੀ 1 ਸਾਲ ਦਾ ਜੰਮਦਾ ਬੱਚਾ ਵੀ ਸਿਰ ਢੱਕਿਆ ਹੋਵੇ। ਅਸੀਂ ਕਹਿ ਦਿੰਦੇ ਹਾਂ ਮਾਫੀ, ਮਾਫੀ ਕੋਈ ਨਹੀਂ ਹੈ। ਅਗਰ ਕਿਸੇ ਦਿਨ ਹੁਣ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਅਸੀਂ ਯਤਨ ਕਰਨਾ ਹੈ, ਯਤਨ ਸਾਰੇ ਢਕੇ ਹੋਏ ਆਈਏ, ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ। और गुस्ताखी करने लगा। सिख वीर बैठे ने साढ़े विचकार, 2 हाथ जोड़ के बेनती करांगा कि ठाठा पा के बाबे डेरे की 4 दुआरी अंदर कोई ना वड़े। ठाठा बिल्कुल नहीं बंधिया होवे, ये गुरु घर की उलंघना है। अपने तुसी संभालो, अपने आप नू जरूर सवारो, जरूर मना नहीं कर रहे, लेकिन ये सारिया चीज़ां कर करके आओ। इत्थे नहीं चाहिए हुण अज तो बाद अगर कोई वेख्या जाएगा तो टोक दिता जाएगा। इस गल का ध्यान रखना, भावें कोई भी होवे, माफ़ी नहीं किसी नू भी, ना वड्डे नू ना छोटे नू ध्यान रख लेना। अगर कोई छोटा भी वड्डे नू टोक देगा तो वड्डा आदमी बुरा ना करावे, तेरा की मतलब है। इत्थे जिथे गलती कोई हो रही होवे, उम्र का कोई तकादा नहीं, छोटा भी वड्डे नू टोके ताकि वड्डे नू शर्म आवे कि मैं नहीं मनी तो मैनू मेरे बच्चे ने टोक दिता, तो उन्होंने उस दिन महसूस होएगा। लेकिन जिस दिन ये नहीं चाहते कि वो जियां गल्लां दोहराइयां जावन। गुरु घर दे अंदर जो मर्यादा बनी है, नहीं कि भाइयों वास्ते बनी है, सारियां वास्ते बनी है, सारियां वास्ते बनी है। सारे असी चंगी तरह गुरु घर में जदों आने साढ़े सिर भी कजे होवन, लेकिन ये नहीं कि सिर कजे होवन तो शरीर नंगे होवन, कोई उन्हां दा फायदा नहीं। पुरानियां मातावां अगर याद करन, कोई विचकार बैठियां होवन, तो सतगुरां ने एक बार माता जी ने थान मंगा के खद्दड़ दे इत्थे वंडे सन, तो कह देता सी कि सूट सवा के इधर आओ। तो ये खद्दड़ ये नहीं कि चिट्टा अज शुरू होया, अज तो 50 साल पहले भी सख्ती सी। हुण मैं वेखना 2016 तो तुहानू कोई खिंचने वाला नहीं रहा, कोई कसाई करने वाला नहीं रहा, सख्ती करने वाला नहीं रहा। ये ना सोचो, माता जी दे वचन अज भी तुहानू याद रखने पैणगे और अपना जीवन उस मुताबक बनाना पेगा। तो असी बाबे डेरे आना है तो साड़ी पोशाक भी चंगी होनी चाहिए है। ये ना समझो असी दिल्ली रहने हैं, गल मैं गुस्ताखी माफ़ करना मेरी, दिल्ली रहने हैं
ਠੀਕ ਹੈ, ਸਾਨੂੰ ਬਾਬਾ ਇੱਥੇ ਨਹੀਂ ਆਉਣਾ ਪੈਂਦਾ। ਹਾਪੜ ਸ਼ਹਿਰ ਵਾਲੇ ਹੋ ਸਕਦਾ 10 ਵਾਰ ਇੱਧਰੋਂ ਗਲੀ ਚੋਂ ਨਿਕਲਦੇ ਹੋਣ, ਲੇਕਿਨ ਇਹ ਨਹੀਂ ਕਿ ਗਲੀ ਚੋਂ ਨਿਕਲ ਰਹੇ ਹੋ ਤਾਂ ਤੁਸੀਂ ਬਾਬੇ ਡੇਰੇ ਵਾਲਾ ਹੋ। ਬਾਬੇ ਡੇਰੇ ਨਾ ਆਓ, ਇੱਕ ਵਾਰ ਸਵੇਰੇ ਆਓ, ਸ਼ਾਮੀ ਆਓ, ਜੋ ਤੁਹਾਡਾ ਨਿਯਮ ਹੈ ਆਓ, ਲੇਕਿਨ ਕੱਪੜੇ ਤੁਹਾਡੇ ਸਹਿਜੇ ਨਾ ਹੋਵਨ, ਅੱਛੇ ਨਾ ਹੋਵਨ, ਪਾਏ ਨਾ ਹੋਵਨ, ਸੰਸਾਰਿਕ ਤੌਰ 'ਤੇ ਹੋਵਨ, ਭਾਵੇਂ ਬਾਹਰੋਂ ਸਿਰ ਝੁਕਾਓ ਤੇ ਨਿਕਲ ਜਾਓ, ਲੇਕਿਨ ਅੰਦਰ ਵੜਨੇ ਦਾ ਯਤਨ ਨਾ ਕਰੋ। ਮੈਂ ਇਤਨੀ ਬੇਨਤੀਆਂ ਕਰਾਂਗਾ, ਇਹ ਸਖਤੀ ਨਾਲ ਕਹਿ ਰਿਹਾ। ਔਰ ਕੋਈ ਮਿਲਿਆ ਕਿਸੇ ਨੂੰ, ਕਿਸੇ ਨੇ ਟੋਕ ਦਿੱਤਾ, ਭਾਵੇਂ ਮਾਈ ਹੋਵੇ ਭਾਵੇਂ ਭਾਈ ਹੋਵੇ, ਬੁਰਾ ਨਾ ਮੰਨਣਾ ਇਸ ਚੀਜ਼ ਦੀ, ਕਿਉਂਕਿ ਕੁਛ ਸਖਤੀਆਂ ਤਾਂ ਸਾਨੂੰ ਕਰਨੀਆਂ ਪੈਣਗੀਆਂ। ਖਾਸ ਤੌਰ 'ਤੇ ਮਾਈਆਂ ਨੂੰ ਵੇਖਦੇ ਹਾਂ, ਸਾਨੂੰ ਫਿਰ ਕਹਿਣਗੇ ਸਾਡੇ ਕੱਪੜਿਆਂ ਵੱਲ ਧਿਆਨ ਕਰਦੇ। ਹੁਣ ਮਾਈਆਂ ਨੂੰ ਇੱਕ ਗੱਲ ਦੀ ਬੇਨਤੀ ਹੋਰ ਕਰ ਰਿਹਾ ਕਿ ਗੁਰਪੁਰਬ ਵਿੱਚ ਮਾਈਆਂ ਦੀਆਂ ਨੂੰ ਮੈਂ ਸਲਵਾਰ ਵਿੱਚ ਵੇਖਾਂ। ਸਲਵਾਰ ਲਫ਼ਜ਼ ਯੂਜ਼ ਕਰ ਰਿਹਾ, ਪਜਾਮੀਆਂ ਨਹੀਂ ਚਾਹੀਦੀਆਂ ਜੇ। ਔਰ ਕਮੀਜ਼ ਦਾ ਵੀ ਆਪਣਾ ਧਿਆਨ ਰੱਖਣਾ। ਮੇਰੀ ਗੱਲ ਨੂੰ ਸਾਰੇ ਸਮਝ ਰਹੇ ਹੋਗੇ, ਜਿੱਥੇ ਤੱਕ ਚਾਹੀਦੀ ਹੈ ਕਮੀਜ਼ ਉੱਥੇ ਤੱਕ ਹੋਵੇ, ਫੈਸ਼ਨ ਨਹੀਂ ਚਾਹੀਦੇ। ਵਾਈਟ ਅਗਰ ਕੱਪੜਾ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਹੈ ਢੱਕਣੇ ਵਾਸਤੇ, ਉਹ ਸਾਦਗੀ ਹੈ, ਤੇ ਸਾਦਗੀ ਤਾਂ ਹੈ ਕਿ ਉਹ ਮਰਿਆਦਿਤ ਬਣਿਆ ਵੀ ਉਸ ਤਰ੍ਹਾਂ ਹੋਵੇ, ਸਾਦਾ, ਫੈਸ਼ਨ ਮੁਤਾਬਕ ਚੀਜ਼ ਨਾ ਹੋਵੇ। ਅੱਜ ਇਹ ਸਖਤੀ ਨਾਲ ਕਹਿ ਰਿਹਾ। ਗੁਰਪੁਰਬ ਤੋਂ ਵੀ ਬਾਂਹ ਪਕੜ ਕੇ ਬਾਹਰ ਕੱਢਿਆ ਜਾ ਸਕਦੇ ਹੋ। ਕੋਈ ਇਹ ਹੋ ਸਕਦਾ ਤੁਹਾਨੂੰ ਬਾਹਰ ਅੰਦਰ ਵੜਨੇ ਲੱਗੇ ਹੀ ਤੁਹਾਨੂੰ ਕੋਈ ਟੋਕ ਦੇਵੇ, ਤੁਹਾਨੂੰ ਅੰਦਰ ਤੱਕ ਹਾਜ਼ਰੀ ਵੀ ਨਾ ਲਵਾਉਣ ਦੇਵੇ, ਮੱਥਾ ਵੀ ਨਾ ਟੇਕਣੇ ਦੇਵੇ। ਇਤਨੀਆਂ ਕਿਉਂਕਿ ਅਸੀਂ ਨਹੀਂ ਕਰਾਂਗੇ ਤੇ ਮੰਨੇਗਾ, ਕਿਉਂਕਿ ਪਹਿਲੇ ਸਾਡੇ ਤੇ ਨਿਯਮ ਲਾਗੂ ਹੁੰਦਾ, ਪਹਿਲੇ ਅਸੀਂ ਆਪਣੇ ਨਿਯਮ ਲਾਗੂ ਕਰੀਏ, ਫਿਰ ਦੂਜਿਆਂ ਤੇ ਨਿਯਮ ਲਾਗੂ ਹੁੰਦਾ। ਸਾਡੇ ਤੇ ਜਿਹੜਾ ਨਿਯਮ ਲਾਗੂ ਨਹੀਂ ਹੁੰਦਾ ਫਿਰ ਕਿਸੇ ਤੇ ਲਾਗੂ ਹੁੰਦਾ ਹੀ ਨਹੀਂ। ਤੇ ਇਹ ਜਿਹੜੀ ਗੱਲ ਹੋ ਰਹੀ ਸੀ ਸੇਵਾ ਦੀ, ਮਾਤਾ ਜੀ ਦੇ ਸਦਾ ਇੱਕ ਗੱਲ ਕਹਿੰਦੇ ਸਨ ਕਿ ਇਤਨਾ ਵੱਡਾ ਸਮਾਗਮ ਜਿਹੜਾ ਹੁੰਦਾ ਹੈ ਇਕੱਲੇ ਇਨਸਾਨ ਦੇ ਬਸ ਦੀ ਗੱਲ ਨਹੀਂ ਹੁੰਦੀ। ਇਹ ਜਿਹੜੀ ਸੰਗਤ ਹੈ ਇਹ ਮੇਰੀ ਖੰਭ ਹੈ। ਖੰਭ ਕਹਿੰਦੇ ਨੇ ਪਰਾਂ ਨੂੰ, ਤੇ ਕਹਿੰਦੇ ਉਡਾਨ ਜਿਤਨੀ ਮਰਜ਼ੀ ਵੱਡੀ ਹੋਵੇ, ਖੰਭ ਅਗਰ ਪੰਛੀ ਦੇ ਮਜ਼ਬੂਤ ਹੋਵਨ ਨਾ, ਤੇ ਕਹਿੰਦੇ ਉਹ ਕਿਤਨਾ ਵੀ ਲੰਬਾ, ਕਿਤਨੀ ਵੀ ਉੱਚੀ ਉਡਾਰੀ ਮਾਰਨੀ ਪਵੇ, ਉਤਨੀ ਉੱਚੀ ਉਡਾਰੀ ਉਹ ਮਾਰ ਲੈਂਦਾ। ਤੇ ਉਹ ਕਹਿੰਦੇ ਸਨ ਉਡਾਰੀ ਮਾਰਨਾ ਮਤਲਬ ਕਿ ਕਿਤਨਾ ਵੱਡਾ ਵੀ ਪ੍ਰੋਗਰਾਮ ਹੈ, ਮੇਰੇ ਵਿੱਚ ਇਹ ਜਿਹੜੇ ਤੁਸੀਂ ਮੇਰੇ ਨਾਲ ਜੁੜੇ ਹੋ, ਮੇਰੇ ਤੁਸੀਂ ਹੱਥ ਹੋ, ਤੁਸੀਂ ਮੇਰਾ ਬਲ ਹੋ। ਤੁਹਾਨੂੰ ਵੱਡਾ ਕਰਦੇ ਸਨ ਕਿ ਤੁਸੀਂ ਮੇਰੇ ਹੱਥ ਹੋ, ਤੁਸੀਂ ਮੇਰਾ ਬਲ ਹੋ, ਤੁਹਾਡੇ ਸਿਰ ਤੇ ਮੈਂ ਨੱਚਣੀ ਹਾਂ, ਇਤਨੇ ਵੱਡੇ ਵੱਡੇ ਕੰਮ ਮੇਰੇ ਹੋ ਜਾਂਦੇ ਨੇ। ਤੇ ਉਹ ਕਹਿੰਦੇ ਸਨ ਇਹ ਪ੍ਰੋਗਰਾਮ ਆਏ ਨੇ, ਇੱਥੇ 50 ਦਿਨ ਲਗਭਗ ਪ੍ਰੋਗਰਾਮ ਚੱਲਣਾ ਹੈ, ਸੰਗਤਾਂ ਦੀ ਦੇਖ ਰੇਖ ਵੀ ਹੋਣੀ ਹੈ, ਸੰਗਤ ਆਵੇ ਜਾਵੇ, ਪੂਰਾ ਸਤਿਕਾਰ ਹੋਵੇ ਜਿਹੜਾ ਆਵੇ, ਕਿਉਂਕਿ ਬੇਨਤੀਆਂ ਕੀਤੀਆਂ ਹੋਣੀ, ਹੋ ਸਕਦਾ ਦੂਰ ਤੱਕ ਜਾਣਗੀਆਂ ਸੰਗਤਾਂ, ਦੂਰੋਂ ਦੂਰੋਂ ਪਤਾ ਨਹੀਂ ਕਿੱਧਰੋਂ ਨਿਕਲ ਆਵਨ, ਜਿਹੜੀਆਂ ਕਹਨ ਕਿ ਮੈਂ ਵਿਚਕਾਰ। ਅਸੀਂ ਵੀ ਹਾਜ਼ਰੀ ਲਗਵਾਈ ਹੈ ਮਹਾਂਯੱਗ ਦੇ, ਕਿਉਂਕਿ ਮਹਾਂਯੱਗ ਸ਼ੁਰੂ ਹੋ ਗਿਆ, ਪਹਿਲੇ ਦਿਨ ਦਾ ਵੀ ਉਹੀ ਫਲ ਜੇ, ਤੇ ਵਿਚਕਾਰ ਵੀ ਉਹੀ ਫਲ ਜੇ, ਤੇ ਆਖਿਰ ਤੇ ਵੀ ਉਹੀ ਫਲ ਜੇ। ਜਦੋਂ ਆਖਰੀ ਦਿਨ ਭੋਗ ਪੈਂਦਾ ਹੈ ਤੇ ਇੱਕ ਗੱਲ ਕਹੀ ਜਾਂਦੀ ਹੈ, ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਜਿਨ੍ਹਾਂ ਨੇ ਆਪ ਜੀ ਨਾਲ ਪਿਆਰ ਕੀਤਾ, ਜਿਹੜੇ ਭਾਵਨਾ ਰੱਖ ਕੇ ਹਜ਼ਾਰਾਂ ਮੀਲ ਤੋਂ ਆਪ ਦੇ ਦਰ 'ਤੇ ਆਉਣਗੇ, ਹਾਜ਼ਰੀਆਂ ਲਗਵਾਉਣਗੇ, ਉਹਨਾਂ ਸਾਰਿਆਂ ਦੀਆਂ ਹਾਜ਼ਰੀਆਂ ਲੱਗਣੀਆਂ ਨੇ। ਪਾਠ ਪਹਿਲੇ ਦਿਨ ਸ਼ੁਰੂ ਹੋਏਗਾ, ਲੇਕਿਨ ਆਖਰੀ ਦਿਨ ਗਿਣਤੀ ਹੋਏਗੀ ਨਾ ਕਿ ਇਤਨੇ ਪਾਠ ਰਖਾਏ ਗਏ, ਕਿ ਨਹੀਂ ਹੋਏਗੀ ਕਿ ਪਹਿਲੇ ਦਿਨ ਵਾਲਾ ਉੱਥੇ ਭੋਗ ਮੁੱਕ ਗਿਆ। ਹਾਜ਼ਰੀ ਤੇ ਪਹਿਲੇ ਦਿਨ ਵਾਲੇ ਦੀ ਵੀ ਹੈ ਤੇ ਆਖਰੀ ਦਿਨ ਵਾਲੇ ਦੀ ਵੀ ਹੈ।
ਹਾਜ਼ਰੀ ਸਭ ਦੀ ਲੱਗਣੀ ਹੈ। ਤੇ ਜਿਤਨੇ ਅਸੀਂ ਇਸ ਦੌਰਾਨ ਆਪਣੀਆਂ ਹਾਜ਼ਰੀਆਂ ਗੁਰੂ ਦਰ ਤੇ ਲਾਵਾਂਗੇ, ਜੋ ਸਾਡੀਆਂ ਕੀਤੀਆਂ ਹੋਈਆਂ ਸੇਵਾ ਹੋਣਗੀਆਂ, ਬਖਸ਼ਿਸ਼ਾਂ ਜੋ ਗੁਰੂ ਮਹਾਰਾਜ ਝੋਲੀ 'ਚ ਪਾਏਗਾ। ਇੱਥੇ ਇਹੀ ਮੰਗਣੇ ਆਇਆ, ਸੱਚੇ ਪਾਤਸ਼ਾਹ ਸਾਡੀ ਝੋਲੀ 'ਚ ਖੈਰ ਪਾ। ਜੇ ਸਾਨੂੰ ਝੰਜਟਾਂ ਤੋਂ ਬਚਾ ਲੈ, ਇਮਤਿਹਾਨਾਂ 'ਚ ਅਸੀਂ ਸਦਾ ਫੇਲ ਹਾਂ। ਆਪ ਜੀ ਨੇ ਕੋਈ ਐਸਾ ਕਲਯੁਗ ਨਹੀਂ ਵਰਤਾਣਾ ਜੇ ਅਸੀਂ ਉਹਦੇ 'ਚ ਚੱਕਰ 'ਚ ਫਸੇ ਰਹੀਏ ਤਾਂ ਸਾਡੇ ਗੁਰਪੁਰਬ ਰਹਿ ਜਾਵਣ। ਗੁਰਪੁਰਬਾਂ 'ਚ ਸਾਡੀਆਂ ਵੱਧ ਚੜ੍ਹ ਕੇ ਹਾਜ਼ਰੀਆਂ ਹੋਵਣ, ਸਾਧ ਸੰਗਤ ਦੀ ਤਨੋ ਮਨੋ ਧਨੋ ਸੇਵਾ ਹੋਵੇ, ਆਪਣਾ ਸਭ ਕੁਝ ਨਿਛਾਵਰ ਕਰ ਦਈਏ ਗੁਰੂ ਤੇ ਗੁਰੂ ਦੀ ਸਿੱਖਾਂ ਤੇ ਬਖਸ਼ਿਸ਼ਾਂ ਅਸੀਂ ਮੰਗਣੀਆਂ ਨੇ। ਇੱਥੇ ਇਹ ਮੀਟਿੰਗ ਦਾ ਇਹੀ ਹੈ ਕਿ ਸੇਵਾ ਜਿਹੜੀਆਂ ਬਤਰਾ ਜੀ ਹੁਣ ਹਮੇਸ਼ਾ ਕਰਦੇ ਹੋ, ਗੁਰੂ ਦੀ ਕਿਰਪਾ ਹੈ। ਕਿੱਥੇ ਕਿੱਥੇ ਉਮਰ ਦੇ ਦਗਾ ਦੇ ਨਾਲ ਕੋਈ ਸੇਵਾਦਾਰ ਵਿੱਚੋਂ ਸਾਡੇ ਗੁਰੂ ਦਾ ਜੋ ਭਾਣਾ ਹੁੰਦਾ ਚਲੇ ਜਾਂਦੇ ਨੇ, ਕੁਛ ਉਮਰ ਕਰਕੇ ਰਹਿ ਜਾਂਦੇ ਨੇ ਨਾਲ ਉਹਨਾਂ ਦੇ। ਕਿਉਂਕਿ ਆਪ ਇਹ ਨਾ ਕਦੇ ਕਹਿਣਾ ਕਿ ਅਸੀਂ ਵੱਡੇ ਹੋ ਗਏ ਹਾਂ ਹੁਣ ਸੇਵਾ ਨਹੀਂ ਹੁੰਦੀ। ਸਿਰਫ ਤੁਹਾਡੇ ਉਹਨਾਂ ਨੂੰ ਦਿਸ਼ਾ ਦਿਖਾਣਾ ਵੀ ਸਭ ਤੋਂ ਵੱਡੀ ਸੇਵਾ ਹੈ। ਅਸੀਂ ਕੰਮ ਕਰਵਾਉਣ ਵਾਲੇ ਵੀ ਤਾਂ ਚਾਹੀਦੇ ਨੇ। ਬਾਹਰ ਜਿੰਜ ਅਸੀਂ ਇੱਥੇ ਬਹਿ ਕੇ ਡਿਊਟੀਆਂ ਦਿੰਦੇ ਸਾਂ, ਭਾਵੇਂ ਅਸੀਂ 30 ਸਾਲ ਦੀ ਉਮਰ ਤੋਂ ਸੇਵਾ ਕਰ ਰਹੇ ਸਾਂ, 40 ਤੋਂ ਕਰ ਰਹੇ ਸਾਂ, 70 'ਚ ਪਹੁੰਚ ਗਏ ਹਾਂ। ਠੀਕ ਹੈ, 30 ਵਾਲਾ 40 ਵਾਲਾ ਜ਼ੋਰ ਨਹੀਂ ਰਿਹਾ, ਲੇਕਿਨ ਕੁਰਸੀ ਢਾਹ ਕੇ ਬਹਿ ਜਾਓ। ਨਾਲ ਇੱਕ ਸਮਝਾਉਣੀ ਵੀ ਬੱਚਿਆਂ ਨੂੰ ਦਿੰਦੇ ਰਹੋ, ਬੱਚਿਓ ਪਹਿਲੇ ਵੀ ਬੇਨਤੀਆਂ ਕੀਤੀਆਂ ਸਨ ਕਿ ਸੇਵਾ ਵਿੱਚ ਕਿਸੇ ਦਾ ਨਾਂ ਘਟੀਆ ਨਹੀਂ। ਹਾਜ਼ਰੀਆਂ ਜੇ ਲਿਖਦੇ ਆ ਨਾ ਕਿ ਹੈਡ ਆਫ ਦਾ ਡਿਪਾਰਟਮੈਂਟ ਅਗਰ ਚੇਂਜ ਹੋ ਜਾਂਦਾ ਹੈ ਤੇ ਇੱਕ ਆਦਮੀ ਰਿਟਾਇਰ ਹੁੰਦਾ। ਰਿਟਾਇਰ ਹੋਣ ਤੋਂ ਬਾਅਦ ਵੀ ਆਦਮੀ ਕਹਿੰਦਾ ਨਹੀਂ ਹਲੇ ਇਹਦੇ ਵਿੱਚ ਗਿਆਨ ਬਾਕੀ ਹੈ, ਇਹਦੇ ਕੋਲੋਂ ਕੁਝ ਇਹਦੇ ਕੋਲੋਂ ਡਿਊਟੀਆਂ ਲਓ ਕਿ ਸਪੈਸ਼ਲ ਲੈਕਚਰ ਇਹਦੇ ਕੋਲੋਂ ਲੈਣੇ ਚਾਹੀਦੇ ਨੇ ਕਿ ਇਹਦੇ ਗੁਣ ਹੈਗੇ ਨੇ, ਗੁਣ ਦੇਗਾ ਸਾਨੂੰ। ਉਹ ਕੁਰਸੀ ਡਵਾ ਕੇ ਉਹ ਗੁਣ ਜਿਹੜੇ ਉਹਨਾਂ 'ਚ ਹੈਗੇ ਨੇ ਸਾਰੇ ਲੈਣੇ ਨੇ, ਤਾਂ ਕਿ ਸਾਡੀਆਂ ਕੰਮ ਕਰਨੇ ਦਾ ਤਰੀਕਾ ਭਾਵੇਂ ਨਵੇਂ ਤਰੀਕੇ ਨਾਲ ਹੋ ਗਿਆ ਹੈ, ਲੇਕਿਨ ਪੁਰਾਣੇ ਵੀ ਉਹਦੇ ਬਗੈਰ ਨਹੀਂ ਚੱਲ ਸਕਦਾ। ਗੁਰੂ ਘਰ ਦਾ ਤਰੀਕਾ ਤਾਂ ਸਾਦਗੀ ਵਾਲਾ ਹੈ। ਨਵਾਂ ਕੀ ਹੋ ਗਿਆ ਹੈ ਬਈ, ਪੁਰਾਣੇ ਸਾਂ ਤੇ ਬਲਕਿ ਚੰਗੇ ਸਾਂ, ਨਵੇਂ ਹੋ ਗਏ ਏਸੀ ਲੱਗ ਗਏ, ਨਵੇਂ ਹੋ ਗਏ ਪੱਖੇ ਲੱਗੇ, ਬਹਿਣ ਦਾ ਤਰੀਕਾ ਬਦਲ ਗਿਆ। ਪੁਰਾਣੇ ਲੋਕ ਸਨ, ਸਾਦੇ ਲੋਕ ਸਨ, ਮਲੰਗ ਲੋਕ ਸਨ, ਪੱਖਾ ਹੈ ਤਾਂ ਠੀਕ ਹੈ, ਨਹੀਂ ਤੇ ਹੱਥ ਦੀ ਪੱਖੀ ਆਪਣੀ ਲੈ ਕੇ ਚੱਲਦੇ ਸਨ, ਚੱਲ ਕੇ ਕਹਿੰਦੇ ਸਨ ਗੁਜ਼ਾਰਾ ਹੋ ਗਿਆ। ਕੀਰਤਨ ਸਜਦੇ ਸਨ, ਦਰਬਾਰ ਸਜਦੇ ਸਨ, ਯਾਦ ਹੋਵੇ ਆਦੇ ਵੱਡੇ ਵੱਡੇ ਪੱਖੇ ਸੇਵਾਦਾਰ ਚੱਲਦੇ ਸਨ ਜਿਨ੍ਹਾਂ ਨੂੰ ਯਾਦ ਹੋਵੇ। ਸੰਗਤਾਂ ਵਿੱਚ ਕਿ ਸੰਗਤ ਨੂੰ ਉਹ ਸੇਵਾ ਕਰਦੇ ਸਨ ਕਿ ਮੇਰੀ ਸੰਗਤ ਨੂੰ ਗਰਮੀ ਨਾ ਲੱਗੇ, ਹਵਾ ਮਿਲਦੀ ਰਹੇ ਜੇ ਬੈਠੇ ਰਹੋ। ਉਹ ਜੀਆਂ ਸੇਵਾ ਤੇ ਨਹੀਂ ਰਹੀਆਂ, ਹੁਣ ਏਸੀ ਹੋ ਗਏ, ਗਰਮੀਆਂ ਮੁੱਕ ਗਈਆਂ। ਕਦੇ ਇੱਕ ਬਲਬ ਲਿਆਉਣ ਵਾਸਤੇ ਵੀ ਸੋਚਦੇ ਸਾਂ ਵੀ ਇਹ, ਲੇਕਿਨ ਅੱਜ ਗੁਰੂ ਦੀ ਅਪਾਰ ਬਖਸ਼ਿਸ਼ ਹੈ, ਪੂਰਾ ਡੱਬਾ ਵੀ ਲਿਆਉਣਾ ਪਵੇ ਤੇ ਕੋਈ ਸੋਚਦਾ ਨਹੀਂ, ਇੱਕ ਹੀ ਕਹਿ ਦਿੰਦਾ ਛੋੜ ਦਿਓ ਜੀ ਇਹ ਮੇਰੀ ਸੇਵਾ ਹੋ ਗਈ। ਤੇ ਸਭ ਸੱਚੇ ਪਾਤਸ਼ਾਹ ਦੀਆਂ ਕਿਰਪਾ ਨੇ ਜਿਨ੍ਹੇ ਸਾਡੇ ਤੇ ਮਿਹਰਾਂ ਕੀਤੀਆਂ, ਜਿਹਦੀ ਮਿਹਰ ਦੀ ਵਰਖਾ ਹੋਈ। ਗੁਰੂ ਕੋਲੋਂ ਸਾਈਕਲਾਂ ਮੰਗਦੇ ਸਾਂ, ਵੇਲਾ ਸੀ ਨਾ ਕਿ ਲੋੜ ਹੀ ਇਤਨੀ ਸੀ, ਪਤਾ ਨਹੀਂ ਸੀ ਸਾਈਕਲ ਤੋਂ ਅੱਗੇ, ਕਿਉਂਕਿ ਵੇਖਦੇ ਸਾਈਕਲ ਸਾਂ ਤੇ ਸਾਈਕਲ ਦੀ ਲੋੜ ਸੀ। ਸਕੂਟਰ ਆਇਆ ਤੇ ਸਕੂਟਰ ਮੰਗਣਾ ਸ਼ੁਰੂ ਕਰ ਦਿੱਤਾ, ਕਾਰ ਆਈ ਤੇ ਕਾਰ ਮੰਗਣੀ ਸ਼ੁਰੂ ਕਰ ਦਿੱਤੀ, ਛੋਟੀ ਤੋਂ ਵੱਡੀ, ਵੱਡੀ ਤੋਂ ਹੋਰ ਵੱਡੀ, ਫਿਰ ਉਸ ਤੋਂ ਵੱਡੀ। ਗੁਰੂ ਮਹਾਰਾਜ ਨੇ ਕੀ ਨਹੀਂ ਦਿੱਤਾ, ਸਾਈਕਲ ਵੀ ਦਿੱਤੀ, ਸਕੂਟਰ ਵੀ ਦਿੱਤਾ, ਕਾਰਾਂ ਵੀ ਦਿੱਤੀਆਂ, ਛੋਟੀ ਤੋਂ ਵੱਡੀ ਵੀ ਦਿੱਤੀ ਔਰ ਵੱਡੀ ਵੀ ਦਿੱਤੀ, ਕੋਈ ਕਮੀ ਤਾਂ ਨਹੀਂ ਛੋੜੀ ਗੁਰੂ ਮਹਾਰਾਜ ਨੇ।
ਉਸ ਮਾਲਕ ਕੋਲੋਂ ਜਦ ਦਾਤਾਂ ਵੰਡਦਾ ਉਸ ਸੱਚੇ ਪਾਤਸ਼ਾਹ ਦੇ ਸਦਾ ਸ਼ੁਕਰਾਨੇ 'ਚ ਰਹੀਏ। ਤੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਮੈਂ ਬਾਰ-ਬਾਰ ਕਹਿੰਦਾ ਸਮਝਾਓ, ਕਦੇ ਨਾ ਰਈਸੀ ਦਿਖਾਓ। ਬੱਚਿਆਂ ਨੂੰ ਦੱਸੋ ਕਿ ਬੱਚਿਓ ਉਹ ਵਕਤ ਸੀ, ਇੱਕ ਟਾਈਮ ਦੀ ਸੀ ਤੇ ਇੱਕ ਟਾਈਮ ਦੀ ਨਹੀਂ ਸੀ। ਇਹ ਆਈ ਕਿੱਧਰੋਂ, ਇਹ ਬਰਕਤ ਆਈ ਕਿੱਧਰੋਂ, ਇਹ ਬਖਸ਼ਿਸ਼ ਆਈ ਕਿੱਧਰੋਂ, ਤਾਂ ਕਿ ਉਹਨਾਂ ਨੂੰ ਪਤਾ ਰਵੇ ਕਿ ਇਸ ਜਗ੍ਹਾ ਤੋਂ ਅਲੱਗ ਹੋ ਗਏ, ਅੱਗੇ ਪਿੱਛੇ ਹੋ ਗਏ ਤੇ ਸਾਰੀਆਂ ਚੀਜ਼ਾਂ ਤਿਲਕ ਵੀ ਸਕਦੀਆਂ ਨੇ। ਤੇ ਗੁਰੂ ਕੋਲੋਂ ਬਖਸ਼ਿਸ਼ ਮੰਗੀਏ, ਸੁਖ ਮੰਗੀਏ। ਇਹ ਜਿਹੜੇ ਬਰਕਤਾਂ ਵਾਲੇ ਦਿਨ ਆਏ ਨੇ, ਜਿਸ ਤਰ੍ਹਾਂ ਬਤਰਾਈ ਨੇ ਕਿਹਾ ਆਪਣੀਆਂ ਡਿਊਟੀਆਂ ਸੱਚੇ ਪਾਤਸ਼ਾਹ ਕੋਲੋਂ ਇਹੀ ਮੰਗੀਏ, ਸੱਚੇ ਪਾਤਸ਼ਾਹ ਜੀ ਵੱਧ ਚੜ੍ਹ ਕੇ ਸਾਡੀਆਂ ਹਾਜ਼ਰੀਆਂ ਲਓ ਤੇ ਆਏ ਦਾ ਸਤਿਕਾਰ ਜ਼ਰੂਰ ਹੋਵੇ। ਤੇ ਜਿਹੜੀ ਗੱਲ ਬਾਰ-ਬਾਰ ਕਹਿੰਦਾ ਇਤਨੇ ਆਉਣ ਵਾਲੇ ਨੂੰ ਰਿਝਾ ਦਿਓ ਕਿ ਉਹ ਇਹ ਕਹਿਣ ਤੇ ਮਜਬੂਰ ਹੋ ਜਾਵੇ ਗੁਰੂ ਮਹਾਰਾਜ ਤੇਰਾ ਭਲਾ ਕਰੇ। ਬਸ ਇੱਕ ਇਤਨੀ ਚੀਜ਼ ਝੋਲੀ 'ਚ ਪਵਾਉਣ ਵਾਸਤੇ ਸਦਾ ਕਹੋ ਵੀ ਮੈਨੂੰ ਕੀ ਕਰਨਾ ਪਏਗਾ ਕਿ ਇਹ ਮੈਨੂੰ ਇਤਨੀ ਗੱਲ ਕਹਿ ਦੇਵੇ ਕਿ ਗੁਰੂ ਮਹਾਰਾਜ ਤੇਰਾ ਭਲਾ ਕਰੇ। ਤੇ ਉਹਦੇ ਕਹਿਣ ਨਾਲ ਸਿਰਫ ਸਮਝੋ ਸਾਡੀ ਗੱਲ ਬਣ ਗਈ, ਸਾਡੀ ਗੱਲ ਬਣ ਗਈ ਕਿ ਅਗਰ ਕਿਸੇ ਗੁਰਸਿੱਖ ਕੋਲੋਂ ਵੀ ਸੁਣਨ ਨੂੰ ਇਤਨੀ ਜੀ ਗੱਲ ਅਸੀਸ ਮਿਲ ਗਈ ਨਾ ਕਿ ਗੁਰੂ ਤੇਰਾ ਭਲਾ ਕਰੇ, ਤਾਂ ਸਮਝੋ ਕਿ ਗੁਰਪੁਰਬ ਸਾਡੀ ਝੋਲੀ 'ਚ ਪੈ ਗਿਆ। ਹੁਣ ਇਹ ਯਤਨ ਕਰੋ, ਕੋਸ਼ਿਸ਼ ਇਹ ਨਾ ਕਰੋ ਕਿ 50 ਦਿਨ ਚੱਲੇਗਾ। ਕੋਸ਼ਿਸ਼ ਕਰੋ ਕੋਈ ਪਹਿਲੇ ਦਿਨ ਹੀ ਝੋਲੀ 'ਚ ਪਾ ਦੇਵੇ ਬਰਕਤ। ਜੇ ਲੱਗਿਆ ਰਵੇ ਕਿ ਮੈਂ ਅਗਲੀ ਹੋਰ ਇੱਕ ਝੋਲੀ 'ਚ ਹੋਰ ਪਵਾਉਣੀ ਹੈ, ਫਿਰ ਇੱਕ ਹੋਰ ਪਵਾਉਣੀ ਹੈ, ਤੇ ਉਸ ਚੀਜ਼ ਦਾ ਅਸੀਂ ਆਨੰਦ ਲਈਏ। ਤੇ ਜਿਹੜੀਆਂ ਬੇਨਤੀਆਂ ਕੀਤੀਆਂ, ਤੇ ਇੱਕ ਬੇਨਤੀ ਦੋ ਹੱਥ ਜੋੜ ਕੇ ਕਿ ਕੋਠੀ ਸਾਹਿਬ ਵਿੱਚ ਅਸੀਂ ਬਹਿਨੇ ਆ, ਜ਼ਰੂਰ ਪਈਏ, ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਕਰੀਏ, ਇਹ ਗੱਲ ਨਹੀਂ ਹੈ। ਲੇਕਿਨ ਜਦੋਂ ਸਮਾਗਮ ਹੁੰਦਾ ਹੈ, ਕੁਛ ਹੁੰਦਾ ਹੈ, ਜਿਹੜੇ ਬਾਹਰ ਵਾਲੇ ਵੀ ਆਉਂਦੇ ਨੇ ਉਹਨਾਂ ਨੂੰ ਵੀ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਪ੍ਰੋਗਰਾਮ ਹੋ ਰਿਹਾ ਹੋਵੇ ਆਓ, ਅੰਦਰ ਹਾਜ਼ਰੀ ਜ਼ਰੂਰ ਲਵਾਓ। ਲੇਕਿਨ ਇਹ ਸੋਚੋ ਕਿ ਤੁਹਾਡਾ ਚਿੱਤ ਕਰਦਾ ਹੈ ਕਿ ਤੁਸੀਂ ਦਰਸ਼ਨ ਕਰੋ, ਤੇ ਜਿਹੜੀ ਪਿੱਛੇ ਪੰਗਤੀ ਲੱਗੀ ਹੋਈ ਹੈ, ਸੰਗਤ ਖੜੀ ਹੈ, ਉਹਨਾਂ ਦਾ ਵੀ ਚਿੱਤ ਕਰਦਾ ਹੈ ਕਿ 2 ਮਿੰਟ ਸਤਿਗੁਰਾਂ ਦੇ ਚਰਨਾਂ 'ਚ ਸਾਡੀ ਵੀ ਹਾਜ਼ਰੀ ਲੱਗੇ। ਕਈ ਵੇਖਦੇ ਆ 1-1 ਘੰਟਾ ਬਿਲਕੁਲ ਬੈਠੇ ਹੁੰਦੇ ਨੇ, 1-1 ਘੰਟਾ ਕੋਈ ਉਹਦਾ, ਮੈਂ ਤਾਂ ਕਹਾਂਗਾ 2 ਮਿੰਟ ਵੀ ਅਗਰ ਸੱਚੇ ਪਾਤਸ਼ਾਹ ਨਾਲ 1 ਮਿੰਟ ਵੀ ਸਿਰਫ ਬਖਸ਼ਿਸ਼ ਕਰਾਉਣ ਵਾਸਤੇ 1 ਪਲ ਚਾਹੀਦਾ, 1 ਮਿੰਟ ਵੀ ਨਹੀਂ ਚਾਹੀਦਾ। ਔਰ ਅੱਗੇ ਗੁਰੂ ਮਹਾਰਾਜ ਨੇ ਵੇਖ ਕੇ ਸਾਡੇ ਵਾਰ ਕਹਿੰਦੇ ਨਾ, ਪਲਕ ਵੀ ਝਪਕ ਦਿੱਤੀ, ਸਮਝੋ ਸਾਡਾ ਕੰਮ ਬਣ ਗਿਆ। ਤੇ ਅਗਰ ਅਸੀਂ ਘੰਟਿਆਂ 'ਚ ਨਹੀਂ ਕਰਵਾ ਸਕੇ ਤੇ ਵਿਅਰਥ ਹੈ, ਕਿਉਂਕਿ ਸਾਡੀ ਭਾਵਨਾ ਨਹੀਂ। 1 ਘੰਟਾ ਕੋਠੀ ਸਾਹਿਬ ਵਿੱਚ ਬੈਠੀਏ, ਖਾਲੀ ਆਓ, ਕਿਸੇ ਦਿਨ ਚਿੱਤ ਕਰੇ, ਕਹੋ ਜੀ ਅੱਜ ਕੋਈ ਦਿਨ ਨਹੀਂ ਹੈਗਾ, ਕੋਈ ਸਮਾਗਮ ਨਹੀਂ ਹੈਗਾ, ਮੈਂ ਜਾ ਰਿਹਾ, ਆਓ 4 ਘੰਟੇ ਬੈਠੋ ਨਾ, ਮਨਾ ਕੌਣ ਕਰਦਾ, 4 ਘੰਟੇ ਬੈਠੋ। ਹੋਰ ਜ਼ਿਆਦਾ ਦਿਲ ਕਰਦਾ ਹੋਰ ਬੈਠੋ। ਲੇਕਿਨ ਜਦੋਂ ਵੱਡੇ ਸਮਾਗਮ ਹੋਵਨ, ਪ੍ਰੋਗਰਾਮ ਹੋਵਨ, ਸੰਗਤਾਂ ਜੁੜੀਆਂ ਹੋਵਨ, ਅੰਦਰ ਉਤਨੀ ਦੇਰ ਹੀ ਬੈਠੋ ਜੇ ਪਿੱਛੇ ਵਾਲੇ ਨੂੰ ਜ਼ਰੂਰ ਅੰਦਰ ਬਹਿਣ ਦਾ ਮੌਕਾ ਮਿਲੇ। ਆਪਣੀ ਅਰਦਾਸ ਪੂਰੀ ਕਰੋ ਤੇ ਨਿਕਲ ਪਾਓ, ਉੱਧਰੋਂ ਆ ਕੇ ਸੰਗਤ ਨਾਲ ਜੁੜ ਜਾਓ। ਤੇ ਅਸੀਂ ਮਤਲਬ ਕਿ ਇਤਨੀਆਂ ਇਹ ਨਾ ਹੋਵੇ ਕਿ ਮਜਬੂਰੀ ਅੰਦਰ ਸਾਨੂੰ ਪਤਾ ਚੱਲੇ ਕਿ ਅਸੀਂ ਇੱਥੇ ਬਾਹਰ ਲਗਾ ਦਿੱਤਾ, ਅੰਦਰ ਹੁਣ ਬਹਿਣ ਦੀ ਜਾਣ ਦੀ ਇਜਾਜ਼ਤ ਨਹੀਂ, ਤੇ ਉਹ ਤੇ ਬਿਲਕੁਲ ਕਹਿ ਬਈ ਉਹ ਤੇ ਫਿਰ ਕਿਸੇ ਜੋਗੇ ਨਾ ਰਹੇ। ਹਾਜ਼ਰੀ ਸਭ ਦੀ ਲੱਗੇ। ਹੁਣ ਮੀਟਿੰਗ ਹੁੰਦੀ ਵੀ ਹੋਵੇ ਤੇ ਕੋਈ ਅੰਦਰ ਬੈਠਾ ਹੋਇਆ ਹੋਵੇ, ਜਿਸ ਤਰ੍ਹਾਂ ਬਤਰਾਈ ਨੇ ਕਿਹਾ ਕਿ ਮੋਬਾਈਲ ਲਾ ਕੇ, ਬਈ ਮੋਬਾਈਲ ਲਾ ਕੇ ਤੂੰ ਬੈਠਾ ਹੈ, ਇਹਦਾ ਮਤਲਬ ਤੂੰ ਇੱਥੇ ਮੀਟਿੰਗ ਵਿੱਚ ਹਾਜ਼ਰੀ ਲਵਾਉਣੀ ਨਹੀਂ ਆਇਆ, ਤੂੰ ਆਪਣੇ ਆਪ ਵਿੱਚ ਮਸਤ ਹੈਗਾ, ਤੇਰਾ ਸੰਗਤ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਤੇ ਉਹ ਵੀ ਗੱਲ ਨਹੀਂ ਬਣਦੀ। ਸੰਗਤ ਪ੍ਰੋਗਰਾਮ ਚੱਲ ਰਿਹਾ ਹੁੰਦਾ, ਅਗਰ ਕਿੱਥੇ ਸਪੋਜ਼ ਕਰੋ ਕਦੇ ਕੋਈ 4
ਹੁਣ ਦੂਜੀ ਗੱਲ ਆ ਜਾਂਦੀ ਹੈ, ਮੋਬਾਈਲ ਤੇ ਲੱਗਿਆ ਕੋਈ ਗੱਲ ਨਹੀਂ, ਕੀਰਤਨ ਹੋ ਰਿਹਾ, ਸੱਚੇ ਪਾਤਸ਼ਾਹ ਦੇ ਵਚਨ ਸੁਣੀ ਰਹੇ ਨੇ, ਕੋਈ ਗੱਲ ਨਹੀਂ। ਲੇਕਿਨ ਗੱਲ ਇੱਥੇ ਆ ਕੇ ਫਰਕ ਆ ਜਾਂਦੀ ਹੈ ਕਿ ਇੱਕ ਸਰੀਰ ਹੋਰ ਆ ਕੇ ਬਹਿ ਗਿਆ। ਬਾਈ ਚਾਂਸ ਇਹ ਤੇ ਨਹੀਂ ਨਾ ਕਿ ਤੁਸੀਂ ਆਏ ਹੋ, ਕੋਈ ਦੂਸਰਾ ਆ ਗਿਆ ਜਾਂ ਤੀਸਰਾ ਆ ਗਿਆ, ਚਾਰ ਆ ਗਿਆ। ਮੈਂ ਨਹੀਂ ਕਹਿੰਦਾ ਕਿ 15-20 ਸਰੀਰ ਹੋ ਗਏ ਤੇ ਭੀੜ ਹੋ ਗਈ, ਮੈਂ ਕਹਿੰਦਾ 2 3 4 ਆ ਗਏ। ਹੁਣ ਇੱਕ ਲਾ ਕੇ ਬੈਠਾ ਤੇ ਹੁਣ ਉਹ ਜਿਹੜਾ ਦੂਸਰਾ ਆਇਆ ਉਹ ਕਿਹੜੀ ਭਾਵਨਾ ਲੈ ਕੇ ਆਇਆ, ਤੀਸਰਾ ਕਿਹੜੀ ਭਾਵਨਾ ਲੈ ਕੇ ਆਇਆ। ਹੁਣ ਉਹ ਅਰਦਾਸ ਕਰਨਾ ਚਾਹੁੰਦਾ, ਉਹਨੂੰ ਹੁਣ ਉੱਥੇ ਸਮਝ ਨਹੀਂ ਆ ਰਹੀ ਕਿ ਇਹ ਆਵਾਜ਼ ਤਾਂ ਜ਼ਰੂਰ ਸਤਿਗੁਰਾਂ ਦੀ ਕੰਨ 'ਚ ਪੈ ਰਹੀ ਹੈ, ਲੇਕਿਨ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ। ਅਗਰ ਬਾਈ ਚਾਂਸ ਕੋਈ ਇਹੋ ਜਿਹਾ ਆ ਜਾਂਦਾ, ਅੱਜ ਕੱਲ੍ਹ ਇਤਨੇ ਸੋਹਣੇ ਹੈਂਡਸੈਟਸ ਆ ਗਏ ਨੇ, ਕੰਨ ਦੇ ਵਾਸਤੇ ਆ ਗਏ ਨੇ, ਇਤਨੀਆਂ ਚੀਜ਼ਾਂ ਆ ਗਈਆਂ ਨੇ। ਕੁਝ ਇਸ ਤਰ੍ਹਾਂ ਕਰ ਲਓ ਕਿ ਨੋਇਜ਼ਲੈਸ ਹੋਵੇ, ਤੁਸੀਂ ਆਪਣੇ ਆਪ ਤੱਕ ਸੀਮਿਤ ਹੋ ਜਾਓ, ਤੇ ਦੂਜਾ ਨਾ ਵੀ ਡਿਸਟਰਬ ਹੋਵੇ ਤਾਂ ਤੁਸੀਂ ਕਰਦੇ ਰਹੋ। 2 ਆਵਨ 3 ਆਵਨ 4 ਆਵਨ ਆਪਣੇ ਆਪ ਹੀ ਤੁਸੀਂ ਧਿਆਨ ਕਰਨਾ, ਉਹਨਾਂ ਵੱਲ ਧਿਆਨ ਕਰਨੇ ਦੀ ਤੁਹਾਨੂੰ ਲੋੜ ਹੀ ਕੋਈ ਨਹੀਂ। ਉਹ ਆਪਣਾ ਕਰਨ ਤੇ ਜਾਵਨ, ਤੁਸੀਂ ਆਪਣਾ ਕਰੋ ਤੇ ਜਾਓ। ਹੈਡਫੋਨ ਲੱਗ ਜਾਂਦੇ ਨੇ, ਤੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖੋ। ਅਗਰ ਕੋਈ ਆਂਦਾ ਹੈ, ਇਹ ਨਹੀਂ ਕਹਿੰਦੇ ਨਾ ਲਾਓ, ਕਦੇ ਕੱਲਿਆਂ ਆ ਗਿਆ ਕੋਈ ਕਹਿੰਦਾ ਮੈਂ ਸਤਿਗੁਰਾਂ ਦੇ ਵਚਨ ਸੁਣਨੇ ਨੇ, ਕੋਠੀ ਸਾਹਿਬ ਵਿੱਚ ਬੈਠਾ ਮਾਲਾ ਫੇਰ ਰਿਹਾ, ਕੋਈ ਮਨਾ ਹੀ ਨਹੀਂ ਕੀਤੀ। ਲੇਕਿਨ ਹੈਡਫੋਨ ਦਾ ਈਅਰ ਬਡਸ ਆਉਂਦੀਆਂ ਨੇ ਅੱਜ ਕੱਲ੍ਹ, ਲਗਾ ਲਓ ਤਾਂ ਕਿ ਦੂਸਰੇ ਨੂੰ ਤਕਲੀਫ ਨਾ ਹੋਵੇ। ਮਨਾ ਹੀ ਕਿਸੇ ਗੱਲ ਨਹੀਂ, ਕਿ ਗੁਰੂ ਮਹਾਰਾਜ ਦੇ ਵਚਨ ਸੁਣਨੇ ਤੋਂ ਤੇ ਨਹੀਂ ਰੋਕ ਸਕਦੇ ਅਸੀਂ। ਕਈ ਵਾਰ ਦੇਖਨੇ ਆ ਕਥਾ ਲਾ ਲੈਂਦਾ ਕੋਈ, ਜ਼ਰੂਰ ਸੁਣੋ, ਕਥਾ ਸੁਣੋ, ਸਤਿਗੁਰਾਂ ਦੇ ਵਚਨ ਸੁਣੋ, ਕੀਰਤਨ ਸੁਣੋ, ਜੋ ਵੀ ਦਿਲ ਕਰਦਾ ਸੁਣੋ, ਲੇਕਿਨ ਇਸ ਤਰ੍ਹਾਂ ਸੁਣੋ ਕਿ ਦੂਸਰੇ ਨੂੰ ਫਿਰ ਆਪਣੇ ਮਨ ਦੀ ਜਿਹੜੀ ਭਾਵਨਾ ਹੈ ਉਹ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਕੇ ਉਹ ਜਾਵੇ, ਬੈਠੇ, ਉਹਨੂੰ ਇਹ ਮਹਿਸੂਸ ਨਾ ਹੋਵੇ ਕਿ ਇਹੀ ਬੈਠਾ ਤੇ ਮੈਨੂੰ ਬੈਠਣ ਦੀ ਇੱਥੇ ਇਜਾਜ਼ਤ ਹੀ ਨਹੀਂ, ਇਹੋ ਜਿਹੀ ਗੱਲ ਵੀ ਨਾ ਹੋਵੇ। ਤੇ ਕੁਛ ਇਹੋ ਜਿਹੀਆਂ ਹੈ ਨੇ, ਬਾਰ-ਬਾਰ ਅਸੀਂ ਇਹ ਚੀਜ਼ਾਂ ਦੁਹਰਾਵਾਂਗੇ, ਇਸ ਚੀਜ਼ ਨੂੰ ਪੋਜ਼ੀਟਿਵ ਲੈਣਾ। ਔਰ ਖਾਸ ਤੌਰ 'ਤੇ ਹਾਪੜ ਦੀ ਸੰਗਤਾਂ ਅੱਗੇ 2 ਹੱਥ ਜੋੜ ਕੇ ਬੇਨਤੀ ਹੈ, ਬਾਹਰੋਂ ਜਿਹੜੀ ਸੰਗਤ ਆਵੇ ਉਹਨੂੰ ਥੋੜ੍ਹਾ ਜਿਹਾ ਯਤਨ ਕਰੋ, ਮੇਨ ਹਾਲ ਅੰਦਰ ਅੱਗੇ ਬਹਿਣ ਦਾ ਮੌਕਾ ਜ਼ਰੂਰ ਮਿਲੇ, ਕਿਉਂਕਿ ਦੂਰੋਂ ਆਉਂਦੇ ਨੇ। ਇਹ ਨਹੀਂ ਕਹਿੰਦੇ ਕਿ ਤੁਸੀਂ ਵੀ ਰਹੋ, ਵੇਲੇ ਸਿਰ ਆ ਜਾਓ, ਬੈਠ ਕੇ ਹਾਜ਼ਰੀਆਂ ਲਗਵਾਓ, ਜਗ੍ਹਾ ਹੋਵੇ ਤੇ ਆਪ ਜੀ ਵੀ ਬੈਠੋ, ਮਨਾ ਨਹੀਂ ਹੈ, ਲੇਕਿਨ ਉਹਨਾਂ ਨੂੰ ਥੋੜ੍ਹੀ ਜਿਹੀ ਜ਼ਰੂਰ ਆਦਰ ਮਾਨ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੱਡਾ ਆਦਮੀ ਆਉਂਦਾ ਤੇ ਛੋਟਾ ਕਹਿੰਦਾ ਜੀ ਬੈਠੋ ਜੀ, ਮੈਂ ਸੀਟ ਤੁਹਾਡੇ ਵਾਸਤੇ ਛੱਡਣਾ। ਉਹ ਥੋੜ੍ਹਾ ਜਿਹਾ ਇਹਨਾਂ ਕੋਲ ਹੁਣ ਸ਼ਹਿਰ ਵਾਸਤੇ ਹੁੰਦਾ ਕਿ ਕੋਈ ਮਹਾਰਾਸ਼ਟਰ ਤੋਂ ਸੰਗਤ ਆ ਗਈ, ਤੇ ਆਦਮੀ ਕਹਿੰਦਾ ਦੂਰੋਂ ਆਇਆ ਤੇ ਇਹਨੂੰ ਜ਼ਰੂਰ ਸੰਗਤ ਵਿੱਚ ਬਹਿਣ ਦਾ ਮੌਕਾ ਦਿਓ। ਤੇ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ, ਹਰ ਚੀਜ਼। ਔਰ ਫਿਰ ਸੇਵਾਦਾਰ ਇੱਕ ਚੀਜ਼ ਧਿਆਨ ਰੱਖਣ, ਜੋ ਕਮੀਆਂ ਤੁਸੀਂ ਪਿਛਲੀ ਵਾਰ ਮਹਿਸੂਸ ਕੀਤੀਆਂ, ਯਤਨ ਕਰੋ, ਸਾਡਾ ਕੋਈ ਸਹਿਯੋਗ ਚਾਹੀਦਾ ਅਸੀਂ ਸਹਿਯੋਗ ਕਰਾਂਗੇ, ਹੋਰ ਜਿਸ ਦਾ ਸਹਿਯੋਗ ਚਾਹੀਦਾ ਉਹਨੂੰ ਪਹਿਲੇ ਹੀ ਇੰਤਜ਼ਾਮ ਕਰਕੇ ਰੱਖੀਏ। ਉਸ ਟਾਈਮ ਸਾਨੂੰ ਚੇਤੇ ਨਾ ਆਵੇ ਕਿ ਪਿਛਲੇ ਸਾਲ ਹਾਂ ਇਹ ਗਲਤੀ ਹੋਈ ਸੀ, ਪ੍ਰੋਗਰਾਮ ਚੱਲਦੇ ਹੀ ਨਾ ਆਵੇ, ਅਸੀਂ ਉਹਦਾ ਇੰਤਜ਼ਾਮ ਪਹਿਲੇ ਕਰਕੇ ਰੱਖੀਏ। ਸਾਰੀਆਂ ਚੀਜ਼ਾਂ ਦੇ ਪ੍ਰਬੰਧ ਵੇਲੇ ਸਿਰ ਹੋ ਜਾਵਣ। ਸਾਡੇ ਕੋਲ ਸਮਾਂ ਹੈਗਾ, ਨੇਤਾ ਪ੍ਰਤੀ ਦੇ ਸਾਡੇ ਪ੍ਰੋਗਰਾਮ ਚੱਲਣਗੇ ਆਪਸ ਵਿੱਚ, ਜਦੋਂ ਦਿਲ ਹੋਵੇ ਹਫ਼ਤੇ ਬਾਅਦ ਇੱਕ ਵਾਰ ਕੋਈ ਇਕੱਠੇ ਹੋਣਾ ਹੈ, ਜਦੋਂ ਮਰਜ਼ੀ ਸੰਗਤ ਤੁਸੀਂ ਹਾਪੜ ਦੀ ਲੋਕਲ ਹੈ, ਸ਼ਨੀਵਾਰ ਇਤਵਾਰ ਜਿਹੜਾ ਟਾਈਮ ਲੱਗੇ 1 ਅੱਧਾ ਘੰਟੇ ਵਾਸਤੇ ਇਕੱਠੇ ਹੋ ਕੇ ਤੇ ਇੱਕ ਸਹਿਮਤੀ ਜ਼ਰੂਰ ਬਣਾਓ ਕਿ ਬਈ ਇਹ ਹਫ਼ਤਾ ਸੁੱਖ ਦਾ ਬੀਤ ਗਿਆ ਜਾਂ ਕੁਝ ਦਿੱਕਤਾਂ ਆਈਆਂ, ਜੇ ਅਗਲੇ ਚਲਦੇ ਹਫ਼ਤੇ ਵਿੱਚ ਨਾ ਆਵਣ। ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਆਪਸ ਵਿੱਚ ਅਸੀਂ ਇੱਕ ਤਾਲਮੇਲ ਬਣਾਈਏ ਸੰਗਤ ਨੂੰ। ਇੱਥੇ ਮੇਨ ਕਹਿਣ ਦਾ ਮਤਲਬ ਇਹ ਹੈ। ਤੇ ਫਿਰ ਇੱਕ ਵਾਰ ਸਭ ਨੂੰ 2 ਹੱਥ ਜੋੜ ਕੇ ਬੇਨਤੀ, ਮੇਰੀ ਕੋਈ ਵਾਧੀ ਘਾਟੀ ਹੋਏ ਤਾਂ ਮੈਂ 2 ਹੱਥ ਜੋੜ ਕੇ ਮਾਫੀ ਮੰਗਣਾ, ਲੇਕਿਨ ਇਹ ਜਿਹੜਾ ਸਾਡਾ ਲਾਣਾ ਪਾਣਾ ਹੈਗਾ, ਇਹ ਸਾਰਾ
ਜਿਸ ਤਰ੍ਹਾਂ ਮਾਤਾ ਜੀ ਚਾਹੁੰਦੇ ਸਨ, ਸਾਹਿਬ ਮਹਾਰਾਜ ਹੋਣੀ ਚਾਹੁੰਦੇ ਸਨ, ਉਸ ਮੁਤਾਬਕ ਸਾਡਾ ਹੋ ਜਾਵੇ। ਅਸੀਂ ਆਪਣਾ ਜੀਵਨ ਉਹਦੇ ਆਪ ਨੂੰ ਢਕਣਾ, ਕਿਸੇ ਨੂੰ ਨਹੀਂ ਹੈ, ਆਪਣੇ ਆਪ ਨੂੰ ਢਕਣਾ। ਤੇ ਇਸ ਕਰਕੇ ਸਾਰੇ ਮਾਈ ਭਾਈ ਜਿਤਨੇ ਆ, ਅਸੀਂ ਸਾਦਗੀ ਤੋਂ ਜਿਤਨਾ ਹੋ ਸਕਦਾ ਤੇ ਸਾਡਾ ਲਾਣਾ ਪਾਣਾ ਉਤਨਾ ਠੀਕ ਹੋਵੇ। ਔਰ ਸਭ ਸ਼ਹਿਰਾਂ ਦਾ ਇਹ ਜਿਹੜੀ ਮੈਂ ਬੇਨਤੀ ਕਰ ਰਿਹਾ, ਅਗਰ ਡਾਇਰੈਕਟ ਹੈ ਤਾਂ ਵੀ ਤੇ ਬਾਅਦ ਵਿੱਚ ਜਾਣਾ ਹੈ ਤਾਂ ਵੀ, ਜਿਹੜੇ ਜਿਹੜੇ ਸੁਣਨ ਆਪਣੇ ਡੇਰਿਆਂ ਤੇ ਇਸ ਚੀਜ਼ ਨੂੰ ਖਾਸ ਤੌਰ ਤੇ ਕਈ ਵਾਰ ਹੁੰਦਾ ਅਸੀਂ ਜਾਣਾ 2 ਜੋੜੇ ਕੱਪੜੇ ਸਵਾਣੇ ਨੇ, ਉਹ ਉਸ ਤਰੀਕੇ ਦੇ ਸਵਾਏ ਜਾਵਨ ਜਿਹੜੇ ਮਰਿਆਦਾ ਅਨੁਸਾਰ ਹੋਵਨ। ਇਹ ਸਾਰਿਆਂ ਨੂੰ ਦਾਸ ਵੱਲੋਂ 2 ਹੱਥ ਜੋੜ ਕੇ ਬੇਨਤੀ ਕਰਨਾ। ਔਰ ਜਿੱਥੇ ਨਹੀਂ ਵੀ ਹੈ ਕੋਈ ਤੇ ਕੈਸੇਟ ਵੇਖਦਾ ਸੁਣਦਾ ਤੇ ਉਸ ਚੀਜ਼ ਨੂੰ ਸਮਝੇ। ਸਫ਼ਰ ਜੋ ਮਰਜ਼ੀ ਕਰੇ, ਲੇਕਿਨ ਅਸੀਂ ਕਹਿੰਦੇ ਹਾਂ ਜਿਤਨਾ ਸਾਦਾ ਹੋਏਗਾ, ਸਫ਼ਰ ਹੋਵੇ ਜਾਂ ਕੁਛ ਹੋਵੇ, ਹਰ ਜਗ੍ਹਾ ਤੇ ਸਾਦਗੀ ਹੋਵੇ ਤੇ ਬਹੁਤ ਅੱਛੀ ਗੱਲ ਹੈ। ਗੁਰੂ ਕਿਰਪਾ ਕਰੇ। ਅੱਜ ਦਾ ਦਿਨ ਭਾਗਾਂ ਭਰਿਆ, ਸੰਗਤਾਂ ਦੇ ਦਰਸ਼ਨ ਹੋ ਗਏ, ਦਰਬਾਰ ਤੇ ਹਾਜ਼ਰੀ ਲੱਗ ਗਈ, ਇਤਨੀ ਝੋਲੀ ਭਰੀ ਗਈ। ਤੇ ਗੁਰੂ ਕੋਲੋਂ ਇਹ ਮੰਗੀਏ ਕਿ ਇਸ ਤਰ੍ਹਾਂ ਦੇ ਜੋੜ ਮੇਲੇ ਹੁੰਦੇ ਰਹਣ, ਅਸੀਂ ਮਿਲਦੇ ਰਹੀਏ। ਅਸੀਸਾਂ ਵੀ ਲੋੜਾਂ, ਭੁੱਲਾਂ ਚੁੱਕਾਂ ਦੀ क्षमा ਕਰਨਾ ਤੇ ਐਸਾ ਮੌਕਾ ਨਾ ਦੇਣਾ ਜੇ ਕਿਸੇ ਨੂੰ ਕਹਿਣਾ ਪਵੇ। ਆਪਣੇ ਆਪ ਦਾ ਧਿਆਨ ਅਸੀਂ ਆਪ ਰੱਖੀਏ। ਇਤਨਾ ਕਹਿੰਦੇ ਹੀ ਇੱਥੇ ਸੰਕੋਚ। ਧੰਨ ਧੰਨ ਸਤਿਗੁਰੂ ਭਗਵਾਨ ਦਾ ਸਾਹਿਬ ਆਪ ਜੀ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਸਾਹਿਬ ਮਹਾਰਾਜ ਜੀ ਨੇ ਜੋ ਆਪ ਜੀ ਅਗੇ ਪੁਆਇੰਟ ਰੱਖੇ ਸਨ, ਸਾਰਿਆਂ ਤੇ ਸੱਚੇ ਪਾਤਸ਼ਾਹ ਨੇ ਬੜੇ ਵਿਸਤਾਰ ਦੇ ਨਾਲ ਸਮਝਾਉਣੀਆਂ, ਅਸੀਸਾਂ ਬਖਸ਼ੀਆਂ। ਕਿਉਂਕਿ ਵਕਤ ਸਿਰ ਹੀ ਆਪ ਜੀ ਨੂੰ ਸਾਰਿਆਂ ਨੂੰ ਗਿਆਨ ਹੋ ਗਿਆ। ਬੀਬੀਆਂ ਨੂੰ ਖਾਸ ਤੌਰ ਤੇ ਚੂੰਕਿ ਤਿਆਰੀ ਕਰਨੀ ਹੁੰਦੀ, ਗੁਰਪੁਰਬ ਤੇ ਨਵੇਂ ਸੂਟ ਸਿਵਾ ਜਾਂਦੇ ਹਨ, ਤਾਂ ਉਹਨਾਂ ਦਾ ਕਿਸ ਤਰ੍ਹਾਂ ਪਾਣੇ ਹਨ, ਕਿਹੜੀ ਮਰਿਆਦਾ ਹੈ। ਸਾਹਿਬ ਮਹਾਰਾਜ ਜੀ ਨੇ ਵਕਤ ਨਾਲ ਹੀ ਅੱਜ ਸਾਰਿਆਂ ਸਾਹਮਣੇ ਗੱਲ ਆ ਗਈ। ਜੋ ਸਾਡੀ ਤਿਆਰੀ ਕਰ ਸਾਨੂੰ, ਕਿਉਂਕਿ 15 ਤਰੀਕ ਮੀਟਿੰਗ ਹੁੰਦੀ ਹੈ ਤਾਂ ਉਸ ਵੇਲੇ ਜ਼ਿਕਰ ਹੁੰਦਾ ਹੈ ਤਾਂ ਕਈ ਸਰੀਰ ਕਹਿ ਦਿੰਦੇ ਹਨ ਕਿ ਹੁਣ ਤਾਂ ਅਸੀਂ ਸਵਾ ਚੁੱਕੇ ਹਾਂ। ਲੇਕਿਨ ਅੱਜ ਸਾਹਿਬ ਮਹਾਰਾਜ ਜੀ ਨੇ ਹੁਣ ਕਾਫੀ ਪਹਿਲੇ ਹੀ, और 1 महीना पहले ही 15 अगस्त ਤੋਂ 16 जुलाई है, 1 महीना होर पहले ही संगतां नूं सारिਆਂ ਨੂੰ सूचना मिल जानी होनी है, क्योंकि ये रिकॉर्डिंग हो रही है, यूट्यूब ਤੇ ਜਾਏਗੀ ਤੇ ਸਾਰਿਆਂ ਨੂੰ ਬੀਬੀਆਂ ਨੂੰ ਖਾਸ ਤੌਰ ਤੇ ਪਤਾ ਲੱਗਿਆ ਹੋਣਾ ਹੈ ਕਿ ਸੱਚੇ ਪਾਤਸ਼ਾਹ ਵੱਲੋਂ ਜੋ ਬਚਨ ਹਨ, ਅਸਾਂ ਨੇ ਬਚਨ ਕਮਾਣੇ ਹਨ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਹਨ, ਕਿੰਤੂ ਪਰੰਤੂ ਰੱਖਣਾ ਹੀ ਨਹੀਂ। बस असां ने सतगुरां दे बचन कमाने हैं तो उस विचकार साडा सुख है। आखिरी बेनती करके आनंद साहब लाना हाँ, जिन्हां ने भजन लिया है, चाहे बीबियां होवन चाहे भाई होवन, जिन्हां ने भजन लिया है वो अपनियां वारियां वरनी कर जरूर लिखान। जे वरनी दी वारी फुल है ਤਾਂ ਹੁਣ 21 ਤਰੀਕ ਤੋਂ ਲੈ ਕੇ 4 ਤਰੀਕ ਤੱਕ ਸ਼ਾਮ ਨੂੰ 6:30 ਤੋਂ 7:30 ਵਜੇ 5 ਸਰੀਰ ਬੈਠਣਗੇ ਆਸਨ ਤੇ। ਉਸ ਆਸਨ ਤੇ ਜਿਨ੍ਹਾਂ ਨੇ ਭਜਨ ਲਿਆ ਹੈ, ਬੱਚੇ ਹੋਣ ਮਾਈਆਂ ਹੋਣ, ਉਹ ਪਹਿਲੇ ਪ੍ਰੈਫਰ ਉਹਨਾਂ ਨੂੰ ਕੀਤਾ ਜਾਏਗਾ ਕਿ ਸੱਚੇ ਪਾਤਸ਼ਾਹ ਵੱਲੋਂ ਭਜਨ ਲਿਆ ਹੈ ਤਾਂ ਉਸ ਭਜਨ ਜੋ ਸੱਚੇ ਪਾਤਸ਼ਾਹ ਨੇ ਦੱਸਿਆ ਨਾ ਕਿ ਸੰਦੂਕ ਸੰਭਾਲਣਾ ਨਹੀਂ, ਵਰਤੋਂ ਚ ਲਿਆਉਣਾ ਹੈ, ਤਾਂ ਉਹ ਵਰਤੋਂ ਚ ਲਿਆਈਏ। ਜਿਹੜੇ ਬੱਚੇ ਪੜ੍ਹਾਈ ਵਾਲੇ ਹਨ ਉਹ ਸ਼ਨੀਚਰਵਾਰ ਦੇ ਇਤਵਾਰ ਨੂੰ ਆਪਣਾ ਨਾਂ ਲਿਖਾਣ, ਬਾਕੀ ਦਿਨ ਅਚਕਾਰ ਹੋਰ ਪ੍ਰਬੰਧ ਕੀਤਾ ਜਾਏਗਾ। ਲੇਕਿਨ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਬੀਬੀਆਂ ਨੇ ਜਾਂ ਮਾਈਆਂ ਨੇ ਜਿਨ੍ਹਾਂ ਨੇ ਭਜਨ ਲਿਆ ਹੈ, 2 ਵਾਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਚੁੱਕੇ ਹਨ ਪਿਛਲੇ ਦਿਨਾਂ ਅਚਕਾਰ, 1 ਸਾਲ ਅਚਕਾਰ,
ਹੋਰ ਅੱਗੇ ਵੀ ਹੁਣ ਤਰੀਕ ਨਿਸ਼ਚਿਤ ਕੀਤੀ ਜਾਏਗੀ ਤਾਂ ਉਹ ਆਪਣੀਆਂ ਵਾਰੀਆਂ ਜ਼ਰੂਰ ਲਿਖਾਣ ਦੀ ਖੇਚਲ ਕਰਨ ਤੇ ਸੱਚੇ ਪਾਤਸ਼ਾਹ ਨੇ ਜੋ ਬਚਨ ਸਾਨੂੰ ਸਮਝਾਇਆ ਹਨ ਅਸੀਂ ਦ੍ਰਿੜਤਾ ਦੇ ਨਾਲ ਮੰਨੀਏ ਤੇ ਆਪਣਾ ਜੀਵਨ ਸਵਾਰੀਏ। ਨਾਲ ਹੀ ਸਾਹਿਬ ਮਹਾਰਾਜ ਜੀ ਨੂੰ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਨਾ ਸਾਨੂੰ ਹਫਤਾਵਾਰੀ ਦਰਸ਼ਨ ਦੀਦਾਰੇ ਬਖਸ਼ਣਾ। ਕਿਰਪਾ ਕਰੋ ਹਫਤੇ ਦਾ ਦਿਨ ਜਿਸ ਤਰ੍ਹਾਂ ਸਾਹਿਬ ਮਹਾਰਾਜ ਜੀ ਆਪ ਜੀ ਨੂੰ ਮਨਜ਼ੂਰ ਹੋਵੇ ਇसी तरह आप जी हफ्तावारी दर्शन देना जो संगतां इकट्ठा होंदियां रहन दे संगतां दे अंदर ताकत बनी रहे क्योंकि ताकत आप जी की निगाह विचकार है। आप जी की निगाह होएगी तो संगतां च ताकत होएगी गुरु नाल जुड़नगे तो जो आप जी वालों सानों समझावणियां हन उन्हां ते असीं दृढ़ता दे नाल टिके रवांगे। ये आप जी ने पहरा देना है, ये आप जी कृपा करनी हफ्तावारी सानू दर्शन दीदारे देण दी आप जी कृपालता करनी। सत श्री अकाल। राम साहेब आप जी दी सदा ही जय। आप जी नू कोट कोट नमस्कार। राम कली महला तीजा आनंद एक ओंकार सतगुर प्रसाद आनंद भय।